पुस्तक है मेरा दागिस्तान। लेखक रसूल हमजा तोब। चैप्टर नंबर 8 शैली। ਗਾਉਣ ਵਾਲੇ ਦਾ ਗਲਾ, ਉਸ ਦੀ ਪਛਾਣ, ਸੁਨਿਆਰੇ ਦੀ ਪਰਖ, ਗਹਿਣਿਆਂ ਦੀ ਸ਼ਾਨ, ਕੋਬਾਚੀ ਦਸਤਕਾਰੀ ਉੱਤੇ ਉਕਰੇ ਸ਼ਬਦ। ਕਿਉਂ ਤੂੰ ਚੀਖਦਾ ਪਿਆ? ਮੈਂ ਚੀਖਦਾ ਨਹੀਂ, ਮੈਂ ਗੱਲਾਂ ਹੀ ਇੱਦਾਂ ਕਰਦਾ। ਪਤੀ ਪਤਨੀ ਵਿਚਕਾਰ ਗੱਲਬਾਤ। ਤੇਰੀਆਂ ਨਜ਼ਮਾਂ ਵਿੱਚ ਕਵਿਤਾ ਨਹੀਂ ਲੱਗਦੀ। ਮੇਰਾ ਲਿਖਣ ਢੰਗ ਇਸ ਤਰ੍ਹਾਂ ਦਾ ਹੈ। ਪਾਠਕ ਤੇ ਕਵੀ ਵਿਚਕਾਰ ਗੱਲਬਾਤ। ਸਾਨੂੰ ਮੁੰਡਿਆਂ ਨੂੰ ਪਿੰਡ ਦੀ ਗੋਦੇਕਨ ਜਾਂ ਪੰਚਾਇਤ ਘਰ ਵਿੱਚ ਜਾਣ ਦੀ ਆਗਿਆ ਨਹੀਂ ਸੀ ਹੁੰਦੀ ਜਦੋਂ ਉੱਥੇ ਵੱਡੇ ਗੱਲਬਾਤ ਕਰ ਰਹੇ ਹੁੰਦੇ। ਅਸੀਂ ਦੂਰੋਂ ਹੀ ਇੱਕ ਵੱਡੇ ਸਾਰੇ ਪੱਥਰ ਉੱਤੇ ਬੈਠੇ ਉੱਥੇ ਜੋ ਕੁਝ ਚੱਲ ਰਿਹਾ ਹੁੰਦਾ ਦੇਖਦੇ ਰਹਿੰਦੇ। ਇੱਕ ਵਾਰ ਅਸੀਂ ਦੇਖਿਆ ਕਿ ਅੰਦੀ ਪਿੰਡ ਤੋਂ ਆਏ ਇੱਕ ਪ੍ਰਾਹੁਣੇ ਨੇ ਪੂਰਾ 1 ਘੰਟਾ ਗੋਦੇਕਨ ਸਾਹਮਣੇ ਤਕਰੀਰ ਕੀਤੀ, ਜਿਸ ਦੇ ਦੌਰਾਨ ਇਕਾਗਰ ਚਿੱਤ ਬੈਠੇ ਸਰੋਤਿਆਂ ਨੇ ਇੱਕ ਵਾਰੀ ਵੀ ਵਿਘਨ ਨਾ ਪਾਇਆ। ਅਸੀਂ ਆਪਸ ਵਿੱਚ ਇਸ ਨਤੀਜੇ ਉੱਤੇ ਪੁੱਜੇ ਕਿ ਅੰਦੀ ਤੋਂ ਆਏ ਬੰਦੇ ਨੇ ਜ਼ਰੂਰ ਕੋਈ ਮਹੱਤਵਪੂਰਨ ਖਬਰ ਲਿਆਂਦੀ ਹੋਏਗੀ ਜਿਹੜਾ ਉਹ ਲੋਕ ਇੰਨੇ ਚਿਰ ਤੋਂ ਇੰਨੇ ਧਿਆਨ ਨਾਲ ਸੁਣਦੇ ਰਹੇ ਹਨ। ਘਰ ਜਾ ਕੇ ਮੈਂ ਪਿਤਾ ਜੀ ਨੂੰ ਪੁੱਛਿਆ, ਅੰਦੀ ਤੋਂ ਆਏ ਬੰਦੇ ਨੇ ਕੀ ਖਬਰ ਲਿਆਂਦੀ ਸੀ? ਅਸੀਂ ਤਾਂ ਸਾਦਾ ਵਾਲੇ ਉਹੀ ਗੱਲ ਘੱਟੋ ਘੱਟ 20 ਵਾਰੀ ਸੁਣ ਚੁੱਕੇ ਹਾਂ, ਪਰ ਉਹ ਜਿਸ ਤਰ੍ਹਾਂ ਬੋਲਦਾ ਤੁਸੀਂ ਸੁਣਨ ਲਈ ਮਜਬੂਰ ਹੋ ਜਾਂਦੇ ਹੋ, ਭਾਵੇਂ ਤੁਸੀਂ ਚਾਹੁੰਦੇ ਹੋਵੋ ਜਾਂ ਨਾ। ਕਿਆ ਬਾਤ ਹੈ ਉਸਦੀ, ਅੱਲਾ ਉਸਦੀ ਉਮਰ ਲੰਮੀ ਕਰੇ। ਨਿੱਜੀ ਢੰਗ ਬਾਰੇ ਕੁਝ ਹੋਰ। ਹਰ ਜਾਨਵਰ ਦਾ ਆਪਣਾ ਤਰੀਕਾ ਹੁੰਦਾ ਹੈ। ਸ਼ਿਕਾਰੀ ਨੂੰ ਧੋਖਾ ਦੇਣ ਦਾ ਆਪਣਾ ਢੰਗ ਹੁੰਦਾ ਹੈ। ਹਰ ਸ਼ਿਕਾਰੀ ਦਾ ਆਪਣੇ ਸ਼ਿਕਾਰ ਤੱਕ ਪਹੁੰਚਣ 'ਤੇ ਉਸ ਨੂੰ ਫੜਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ। ਇਸੇ ਤਰ੍ਹਾਂ ਹਰ ਲੇਖਕ ਦਾ ਆਪਣਾ ਢੰਗ ਹੁੰਦਾ ਹੈ। ਕੰਮ ਕਰਨ ਦਾ ਆਪਣਾ ਹੀ ਤਰੀਕਾ, ਆਪਣਾ ਹੀ ਆਚਰਣ, ਆਪਣੀ ਨਿੱਜੀ ਸ਼ੈਲੀ ਹੁੰਦੀ ਹੈ। ਜਦੋਂ ਮੈਂ ਜਵਾਨ ਕਵੀ ਦੇ ਤੌਰ ਉੱਤੇ ਸਾਹਿਤ ਇੰਸਟੀਚਿਊਟ ਵਿੱਚ ਪੜ੍ਹਨ ਲਈ ਪਹਿਲੀ ਵਾਰੀ ਮਾਸਕੋ ਆਇਆ ਤਾਂ ਮੈਂ ਬਿਲਕੁਲ ਹੀ ਨਵੇਂ ਤੇ ਓਪਰੇ ਮਾਹੌਲ ਵਿੱਚ ਆ ਗਿਆ ਸਾਂ। ਹਰ ਚੀਜ਼ ਮੇਰੇ ਲਈ ਕੋਈ ਸਬਕ ਲਈ ਬੈਠੀ ਸੀ। ਖੁਦ ਮਾਸਕੋ ਗੋਸ਼ਟੀਆਂ ਵਿੱਚ ਪ੍ਰਸਿੱਧ ਕਵੀ ਤੇ ਪ੍ਰੋਫੈਸਰ, ਮੇਰੇ ਜਮਾਤੀ ਤੇ ਵਿਦਿਆਰਥੀ, ਹੌਸਟਲ ਵਿਚਲੇ ਮੇਰੇ ਸਾਥੀ, 4 ਚੁਫੇਰਿਓਂ ਮੇਰੇ ਉੱਪਰ ਹਦਾਇਤਾਂ ਵਰਦੀਆਂ ਤੇ ਮੈਂ ਕੁਝ ਸਮੇਂ ਲਈ ਆਪਣਾ ਆਪ ਖੋ ਬੈਠਾ ਤੇ ਅਜੀਬ ਜਿਹੀ ਸ਼ੈਲੀ ਵਰਤਦਿਆਂ ਅਵਾਰ ਸਾਹਿਤ ਵਿੱਚ, ਜਿਸ ਦੀ ਪਹਿਲਾਂ ਅਣਹੋਂਦ ਸੀ, ਮੈਂ ਨਵੇਂ ਤਰੀਕੇ ਨਾਲ ਲਿਖਣਾ ਸ਼ੁਰੂ ਕਰ ਦਿੱਤਾ। ਮੈਂ ਇਹ ਗੱਲ ਲੁਕਾਉਂਦਾ ਨਹੀਂ ਕਿ ਉਸ ਵੇਲੇ ਮੈਂ ਆਪਣੀਆਂ ਕਵਿਤਾਵਾਂ ਰੂਸੀ ਵਿੱਚ ਅਨੁਵਾਦ ਹੋਈਆਂ ਦੇਖਣ ਲਈ ਬੜਾ ਉਤਸੁਕ ਸਾਂ। ਮੈਂ ਰੂਸੀ ਪਾਠਕਾਂ ਤੱਕ ਪਹੁੰਚਣਾ ਚਾਹੁੰਦਾ ਸਾਂ ਤੇ ਮੈਨੂੰ ਲੱਗਦਾ ਸੀ ਕਿ ਮੇਰਾ ਨਵਾਂ ਢੰਗ ਮੈਨੂੰ ਉਹਨਾਂ ਦੇ ਹੋਰ ਨੇੜੇ ਲਿਆਵੇਗਾ। ਮੈਂ ਆਪਣੀ ਮਾਤ ਬੋਲੀ ਅਵਾਰ ਦੇ ਸੰਗੀਤ ਨੂੰ, ਇਸ ਦੀ ਕਵਿਤਾ ਦੀ ਲੈਅ ਨੂੰ ਅੱਖੋਂ ਓਹਲੇ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਲਈ ਸਭ ਤੋਂ ਵੱਧ ਮਹੱਤਵਪੂਰਨ ਚੀਜ਼ਾਂ ਸਨ ਬਣਤਰ, ਮੇਰਾ ਖਿਆਲ। ਮੈਂ ਖਿਆਲ ਕਰਦਾ ਸਾਂ ਕਿ ਮੈਂ ਲੋੜੀਂਦੀ ਨਿੱਜੀ ਸ਼ੈਲੀ ਪ੍ਰਾਪਤ ਕਰ ਰਿਹਾ ਹਾਂ, ਪਰ ਹੁਣ ਮੈਂ ਸਮਝਦਾ ਹਾਂ ਕਿ ਮੈਂ ਸਿਰਫ ਚੁਸਤੀ ਦਿਖਾ ਰਿਹਾ ਸਾਂ। ਖੁਸ਼ਕਿਸਮਤੀ ਨੂੰ ਵੇਲੇ ਸਿਰ ਹੀ ਮੈਨੂੰ ਪਤਾ ਲੱਗ ਗਿਆ ਕਿ ਕਵਿਤਾ ਲਿਖਣਾ ਤੇ ਚੁਸਤੀਆਂ ਦਿਖਾਉਣਾ 2 ਬੇਮੇਲ ਚੀਜ਼ਾਂ ਹਨ। ਪਰ ਉਸ ਤੋਂ ਵੀ ਪਹਿਲਾਂ ਮੇਰੇ ਸਿਆਣੇ ਪਿਤਾ ਨੇ ਮੈਨੂੰ ਸਮਝ ਲਿਆ ਸੀ। ਜਿਉਂ ਹੀ ਉਹਨਾਂ ਨੇ ਮੇਰੀਆਂ ਨਵੀਆਂ ਕਵਿਤਾਵਾਂ ਪੜ੍ਹੀਆਂ, ਉਹ ਇੱਕਦਮ ਸਮਝ ਗਏ ਕਿ ਭੇਡ ਦੀ ਚਰਬੀ ਵਾਲੀ ਪੂਛਲ ਦੀ ਖਾਤਰ ਮੈਂ ਸਾਰੀ ਭੇਡ ਦੀ ਕੁਰਬਾਨੀ ਦੇਣ ਦੀ ਤਿਆਰੀ ਕਰ ਰਿਹਾ ਹਾਂ। ਮੈਂ ਬੰਜਰ ਤੇ ਪਥਰੀਲੀ ਜ਼ਮੀਨ ਨੂੰ ਵਾਹੁਣ ਬੀਜਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜਿੱਥੇ ਕਦੀ ਵੀ ਕੁਝ ਨਹੀਂ ਉੱਗੇਗਾ, ਭਾਵੇਂ ਕਿੰਨਾ ਵੀ ਪਾਣੀ ਦਿੱਤਾ ਜਾਏ, ਤੇ ਮੈਂ ਬਿਨਾਂ ਆਕਾਸ਼ ਦੇ ਬਾਰਿਸ਼ ਦੀ ਇੱਛਾ ਕਰ ਰਿਹਾ ਹਾਂ। ਪਿਤਾ ਜੀ ਇਹ ਸਾਰਾ ਕੁਝ ਤੁਰੰਤ ਸਮਝ ਗਏ, ਪਰ ਉਹ ਸੁਭਾਅ ਵਜੋਂ ਬੜੇ ਦਿਲ ਰੱਖਣ ਵਾਲੇ ਤੇ ਸੁਚੇਤ ਸਨ। ਇੱਕ ਦਿਨ ਗੱਲਾਂ ਬਾਤਾਂ ਕਰਦਿਆਂ ਉਹ ਬੋਲੇ, ਰਸੂਲ, ਇਹ ਦੇਖ ਕੇ ਮੈਨੂੰ ਅਫਸੋਸ ਹੋਇਆ ਕਿ ਤੇਰਾ ਲਿਖਣ ਢੰਗ ਬਦਲਣਾ ਸ਼ੁਰੂ ਹੋ ਗਿਆ। ਪਿਤਾ ਜੀ, ਮੈਂ ਹੁਣ ਵੱਡਾ ਹੋ ਗਿਆ ਹਾਂ।
ਤੇ ਸਿਰਫ ਸਕੂਲ ਵਿੱਚ ਹੀ ਕਿਸੇ ਦੇ ਲਿਖਣ ਢੰਗ ਵੱਲ ਧਿਆਨ ਦਿੱਤਾ ਜਾਂਦਾ। ਜਦੋਂ ਤੁਸੀਂ ਵੱਡੇ ਹੋ ਜਾਓ ਤਾਂ ਲੋਕੀ ਸਿਰਫ ਇਹ ਹੀ ਨਹੀਂ ਚਾਹੁੰਦੇ ਕਿ ਤੁਸੀਂ ਕਿਵੇਂ ਲਿਖਦੇ ਹੋ, ਸਗੋਂ ਇਹ ਵੀ ਕਿ ਤੁਸੀਂ ਕੀ ਲਿਖਦੇ ਹੋ। ਮਲੇਸ਼ੀਆ ਵਾਲੇ ਲਈ ਜਾਂ ਪਿੰਡ ਦੀ ਸੋਵੀਅਤ ਦੇ ਸਕੱਤਰ ਲਈ ਇਹ ਗੱਲ ਠੀਕ ਹੋ ਸਕਦੀ ਹੈ ਜਿਹੜਾ ਸਰਟੀਫਿਕੇਟ ਭਰਦਾ ਤੇ ਜਾਰੀ ਕਰਦਾ ਹੈ, ਪਰ ਕਵੀ ਲਈ ਉਸਦੀ ਸ਼ੈਲੀ, ਜਿਸ ਤਰ੍ਹਾਂ ਉਹ ਲਿਖਦਾ ਹੈ, ਅੱਧਾ ਕੰਮ ਹੈ। ਕੋਈ ਕਵਿਤਾ ਭਾਵੇਂ ਕਿੰਨਾ ਵੀ ਮੌਲਿਕ ਵਿਚਾਰ ਕਿਉਂ ਨਾ ਪੇਸ਼ ਕਰਦੀ ਹੋਵੇ, ਕਵਿਤਾ ਸੁੰਦਰ ਜ਼ਰੂਰ ਹੋਣੀ ਚਾਹੀਦੀ ਹੈ। ਸਿਰਫ ਖੂਬਸੂਰਤ ਨਹੀਂ, ਸਗੋਂ ਆਪਣੇ ਢੰਗ ਨਾਲ ਖੂਬਸੂਰਤ। ਕਵੀ ਲਈ ਆਪਣੀ ਸ਼ੈਲੀ ਲੱਭਣ ਤੇ ਆਪਣੇ ਆਪ ਨੂੰ ਲੱਭਣ ਦਾ ਅਸਲ ਵਿੱਚ ਮਤਲਬ ਕਵੀ ਬਣਨਾ ਹੁੰਦਾ ਹੈ। ਤੂੰ ਬੜੀ ਕਾਹਲ ਕਰ ਰਿਹਾ। ਤੇਜ਼ ਤੇ ਚੰਚਲ ਉਛਾਲੇ ਮਾਰਦਾ ਝਰਨਾ ਕਦੀ ਸਮੁੰਦਰ ਤੱਕ ਨਹੀਂ ਪੁੱਜਦਾ। ਵਧੇਰੇ ਇਕਸਾਰ ਤੇ ਸ਼ਾਂਤ ਚੱਲਦਾ ਦਰਿਆ ਇਸ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ। ਜਿਹੜਾ ਪੰਛੀ ਅਕਸਰ ਆਲ੍ਹਣੇ ਬਦਲਦਾ ਰਹਿੰਦਾ ਹੈ ਤੇ ਕਦੀ ਵੀ ਆਪਣਾ ਮਨ ਨਹੀਂ ਬਣਾ ਸਕਦਾ ਕਿ ਕਿਹੜਾ ਆਲ੍ਹਣਾ ਚੁਣੇ, ਅਖੀਰ ਵਿੱਚ ਬਿਨਾਂ ਆਲ੍ਹਣੇ ਦੇ ਰਹਿ ਜਾਂਦਾ ਹੈ। ਕੀ ਇਹ ਵਧੇਰੇ ਸੌਖਾ ਨਹੀਂ ਕਿ ਬੰਦਾ ਆਪਣਾ ਆਲ੍ਹਣਾ ਆਪ ਬਣਾ ਲਵੇ? ਫਿਰ ਬੰਦੇ ਨੂੰ ਚੋਣ ਕਰਨ ਦੀ ਲੋੜ ਨਹੀਂ ਰਹੇਗੀ। ਹੁਣ ਜਦ ਕਿ ਮੈਂ 40 ਤੋਂ ਟੱਪ ਚੁੱਕਾ ਹਾਂ, ਮੈਂ ਆਪਣੀਆਂ 40 ਕਿਤਾਬਾਂ ਲੈ ਕੇ ਬੈਠਦਾ ਹਾਂ। ਮੈਂ ਉਹਨਾਂ ਦੇ ਵਰਕੇ ਪਰਤਦਾ ਹਾਂ ਤੇ ਦੇਖਦਾ ਹਾਂ ਕਿ ਜਿਹੜਾ ਕਣਕ ਦਾ ਖੇਤ ਮੈਂ ਬੀਜਿਆ ਹੈ, ਉਸ ਵਿੱਚ ਦੂਜੇ ਖੇਤਾਂ ਤੋਂ ਲਿਆਂਦੇ ਬੂਟੇ ਵੀ ਲੱਗੇ ਹੋਏ ਹਨ। ਉਹ ਬੂਟੇ ਜਿਹੜੇ ਮੈਂ ਕਦੀ ਵੀ ਨਹੀਂ ਸਨ ਬੀਜੇ। ਇਹ ਕੋਈ ਅਣਚਾਹੀਆਂ ਜਾਂਗਲੀ ਬੂਟੀਆਂ ਨਹੀਂ, ਸ਼ਾਇਦ ਇਹ ਚੰਗੇ ਬੂਟੇ ਹਨ, ਜੌਂ, ਜਵੀ ਜਾਂ ਰਾਈ, ਪਰ ਕਣਕ ਦੇ ਖੇਤ ਵਿੱਚ ਇਹ ਓਪਰੇ ਹਨ। ਮੈਨੂੰ ਆਪਣੇ ਇੱਜੜ ਵਿੱਚ ਕੁਝ ਭੇਡਾਂ ਦਿਖਾਈ ਦਿੰਦੀਆਂ ਹਨ ਜਿਹੜੀਆਂ ਮੇਰੀਆਂ ਨਹੀਂ। ਉਹ ਉਚਾਈ ਦੀਆਂ ਤੇ ਪਹਾੜੀ ਹਵਾ ਦੀਆਂ ਕਦੀ ਵੀ ਆਦੀ ਨਹੀਂ ਹੋਣਗੀਆਂ। ਕਈ ਵਾਰੀ ਮੈਂ ਆਪਣੇ ਆਪ ਵਿੱਚ ਦੂਜਿਆਂ ਦੇ ਚਿਹਰੇ ਦੇਖਦਾ ਹਾਂ, ਪਰ ਇਸ ਕਿਤਾਬ ਵਿੱਚ ਮੈਂ ਸਿਰਫ ਆਪ ਰਹਿਣਾ ਚਾਹੁੰਦਾ ਹਾਂ। ਚੰਗਾ ਜਾਂ ਮਾੜਾ, ਜੈਸਾ ਵੀ ਹਾਂ, ਮੈਨੂੰ ਪ੍ਰਵਾਨ ਕਰੋ। ਪਹਾੜਾਂ ਵਿੱਚ ਕਿਸੇ ਵਿਆਹ ਉੱਤੇ ਪੁੱਜ ਕੇ ਪਰਬਤਵਾਸੀ ਆਪਣੇ ਤੋਂ ਪਹਿਲਾਂ ਆਏ ਲੋਕਾਂ ਤੋਂ ਪੁੱਛਦਾ ਹੈ, ਤੁਸੀਂ ਕਾਫੀ ਹੋਵੋਗੇ ਜਾਂ ਕਿ ਮੈਂ ਵੀ ਆ ਜਾਵਾਂ? ਜਿਸ ਦਾ ਜਵਾਬ ਦੂਜੇ ਪ੍ਰਾਹੁਣੇ ਇਹ ਦਿੰਦੇ ਹਨ, ਆ ਜਾ, ਜੇ ਤੂੰ ਸੱਚਮੁੱਚ ਤੂੰ ਆਪ ਹੈ। ਤਾਂ ਇਹ ਹੈ ਮੇਰੀ ਕਿਤਾਬ, ਜਿਸ ਨਾਲ ਮੈਨੂੰ ਸਾਬਤ ਕਰਨਾ ਚਾਹੀਦਾ ਹੈ ਕਿ ਮੈਂ ਹਾਂ। ਮੈਂ ਲੇਖਕ ਬਣਨਾ ਚਾਹੁੰਦਾ ਹਾਂ, ਐਸਾ ਬੰਦਾ ਨਹੀਂ ਜਿਹੜਾ ਲੇਖਕ ਦਾ ਰੋਲ ਅਦਾ ਕਰ ਰਿਹਾ ਹੋਵੇ। ਜ਼ਰਾ ਦੇਖੋ ਸਟੇਜ ਉੱਤੇ ਐਕਟਰ ਕਿਵੇਂ ਬਰਾਂਡੀ ਪੀਂਦਾ ਹੈ। ਉਹ ਬਿਲਕੁਲ ਮਦਹੋਸ਼ ਹੋ ਜਾਂਦਾ ਹੈ। ਉਸ ਦੀ ਆਵਾਜ਼ ਭਾਰੀ ਤੇ ਬੜਬੜਾਉਣ ਲੱਗ ਪੈਂਦੀ ਹੈ ਤੇ ਉਸ ਦਾ ਸਿਰ ਉਸ ਦੀ ਛਾਤੀ ਉੱਤੇ ਢਿਲਕ ਜਾਂਦਾ ਹੈ। ਪਰ ਤਾਂ ਵੀ ਸਟੇਜ ਉੱਤੇ ਬੋਤਲ ਵਿੱਚੋਂ ਜੋ ਉਸਨੇ ਪੀਤਾ ਸੀ, ਉਸ ਵਿੱਚ ਚਾਹ ਸੀ, ਬਰਾਂਡੀ ਨਹੀਂ ਸੀ, ਤੇ ਤੁਸੀਂ ਚਾਹ ਨਾਲ ਮਦਹੋਸ਼ ਨਹੀਂ ਹੋ ਸਕਦੇ। ਜਿਨ੍ਹਾਂ ਨੇ ਕਦੀ ਬਰਾਂਡੀ ਦਾ ਸਵਾਦ ਵੀ ਨਹੀਂ ਚੱਖਿਆ, ਉਹ ਵੀ ਮੈਨੂੰ ਯਕੀਨ ਹੈ ਇਸ ਨੁਕਤੇ ਉੱਤੇ ਮੇਰੇ ਨਾਲ ਸਹਿਮਤ ਹੋਣਗੇ। ਲੱਗਦਾ ਇੰਝ ਹੈ ਜਦੋਂ ਕਿਸੇ ਨਾਟਕ ਵਿੱਚ ਕਵੀ ਦਾ ਰੋਲ ਹੋਵੇ ਤਾਂ ਲੇਖਕ ਨੂੰ ਕਵੀ ਦੀਆਂ ਸਤਰਾਂ ਲਿਖਣ ਲੱਗਿਆਂ ਸਭ ਤੋਂ ਮੁਸ਼ਕਲ ਪੇਸ਼ ਆਉਂਦੀ ਹੋਵੇ। ਇਸੇ ਕਰਕੇ ਜਦੋਂ ਪਲਾਟ ਵਿੱਚ ਕੋਈ ਕਵੀ ਹੋਵੇ ਤਾਂ ਉਹ ਆਪਣੀ ਕਵਿਤਾ ਨਹੀਂ ਬੋਲਦਾ, ਪਰ ਆਪਣੀ ਕਵਿਤਾ ਤੋਂ ਬਿਨਾਂ ਕਵੀ ਕੀ ਹੋਇਆ? ਉਹ ਬਾਰੀ ਵਿੱਚ ਨੁਮਾਇਸ਼ ਲਈ ਲਾਏ ਗਏ ਗੁੰਨੇ ਕਾਗਜ਼ ਤੋਂ ਬਣੇ ਬੁੱਤ ਨਾਲੋਂ ਕਿਵੇਂ ਵੱਖਰਾ ਹੈ? ਮੇਰਾ ਹੋਰ ਕਿਸੇ ਨਾਲ ਮੁਹਾਂਦਰਾ ਨਹੀਂ ਮਿਲਣਾ ਚਾਹੀਦਾ, ਉਮਰ, ਪੁਸ਼ਕਨ ਜਾਂ ਬਾਇਰਨ ਨਾਲ ਵੀ ਨਹੀਂ। ਐਸੇ ਵੀ ਚੋਰ ਹਨ ਜਿਹੜੇ ਜਦੋਂ ਮੱਝ ਚਰਾਉਂਦੇ ਹਨ ਤਾਂ ਉਸ ਦੇ ਸਿੰਗ ਲਾ ਦਿੰਦੇ ਹਨ ਜਾਂ ਪੂਛਲ ਕੱਟ ਦਿੰਦੇ ਹਨ। ਕੁਝ ਹੋਰ ਚੋਰ ਹੁੰਦੇ ਹਨ ਜਿਹੜੇ ਚੁਰਾਈ ਕਾਰ ਨੂੰ ਕੋਈ ਹੋਰ ਰੰਗ ਕਰ ਦਿੰਦੇ ਹਨ, ਪਰ ਚੋਰੀ ਚੋਰੀ ਹੀ ਹੈ, ਭਾਵੇਂ ਇਸ ਉੱਪਰ ਕਿੰਨੀ ਚਲਾਕੀ ਨਾਲ ਵੀ ਕਿਉਂ ਨਾ ਪਰਦਾ ਪਾਇਆ ਜਾਏ। ਮੈਨੂੰ ਸਭ ਤੋਂ ਵੱਧ ਖੁਸ਼ੀ ਤਾਂ ਹੋਵੇਗੀ ਜੇ ਮੈਂ ਆਪਣੇ ਪਾਠਕਾਂ ਨੂੰ ਇਹ ਕਹਿੰਦਾ ਸੁਣਾ ਕਿ ਰਸੂਲ ਨੇ ਰਸੂਲ ਵਾਂਗ ਕਿਤਾਬ ਲਿਖੀ ਹੈ। ਮੈਨੂੰ ਗਾਉਣ ਵਾਲੇ ਪੰਛੀ ਚੀਂ-ਚੀਂ ਕਰਨ ਵਾਲੇ ਪੰਛੀਆਂ ਨਾਲੋਂ ਵਧੇਰੇ ਪਸੰਦ ਹਨ। ਕੂੜੇ ਦੇ ਢੇਰ ਉੱਤੇ ਠੂੰਗੇ ਮਾਰ ਰਹੇ ਪੰਛੀਆਂ ਨਾਲੋਂ ਉੱਡਦੇ ਪੰਛੀ ਵਧੇਰੇ ਪਸੰਦ ਹਨ।
ਤੇ ਬੰਦਰਗਾਹ ਦੇ ਭੀੜ ਭੜੱਕੇ ਵਿੱਚ ਖੜੇ ਜਹਾਜ਼ ਨਾਲੋਂ ਸਾਗਰ ਉੱਪਰ ਜਹਾਜ਼ ਵਧੇਰੇ ਚੰਗਾ ਲੱਗਦਾ ਹੈ। ਜ਼ਰਾ ਹਲਕੀਆਂ ਬੇੜੀਆਂ ਨੂੰ ਦੇਖੋ, ਕਿਵੇਂ ਉਹ ਉੱਚੀਆਂ ਲਹਿਰਾਂ ਉੱਤੇ ਹੁਲਾਰੇ ਖਾਂਦੀਆਂ ਹਨ। ਜ਼ਰਾ ਵੱਡੇ ਭਾਰੀ ਜਹਾਜ਼ਾਂ ਨੂੰ ਦੇਖੋ, ਕਿਵੇਂ ਉਹ ਤੂਫਾਨ ਵਿੱਚ ਵੀ ਅਡੋਲ ਚੱਲਦੇ ਰਹਿੰਦੇ ਹਨ। ਸ਼ਰਾਬ ਦਾ ਤੁਪਕਾ ਵੀ ਪੀਣ ਤੋਂ ਬਿਨਾਂ ਮੂਰਖ ਸ਼ਰਾਬੀਆਂ ਵਾਂਗ ਚੀਖਦੇ ਤੇ ਇੱਕ ਦੂਜੇ ਨਾਲ ਲੜਦੇ ਹਨ। ਸ਼ਰਾਬ ਦਾ ਵੱਡਾ ਸਾਰਾ ਪਿਆਲਾ ਪੀ ਕੇ ਵੀ ਸਿਆਣੇ ਹੌਲੀ ਹੌਲੀ ਸ਼ਾਂਤੀ ਨਾਲ ਤੇ ਹੋਸ਼ ਨਾਲ ਗੱਲਾਂ ਕਰਦੇ ਹਨ। ਹੇ ਰਸੂਲ ਦੀ ਕਿਤਾਬ, ਇਸ ਤਰ੍ਹਾਂ ਨਾਲ ਲੋਕਾਂ ਸਾਹਮਣੇ ਆ ਜਿਸ ਤਰ੍ਹਾਂ ਰਸੂਲ ਦੀ ਕਿਤਾਬ ਨੂੰ ਚਾਹੀਦਾ ਹੈ। ਸਕਲੀਆ ਦੇ ਅੰਦਰ ਆਉਣ ਵਾਲੇ ਓਪਰੇ ਬੰਦੇ ਨੂੰ ਇਹ ਨਹੀਂ ਪੁੱਛਿਆ ਜਾਂਦਾ ਕਿ ਤੇਰਾ ਨਾਮ ਕੀ ਹੈ ਤੇ ਤੂੰ ਕਿੱਥੋਂ ਆਇਆ ਹੈ, ਜਦੋਂ ਤੱਕ 3 ਦਿਨ ਨਹੀਂ ਲੰਘ ਜਾਂਦੇ। ਮੇਰੀ ਕਿਤਾਬ ਨੂੰ ਵੀ ਇਸੇ ਤਰ੍ਹਾਂ ਪ੍ਰਵਾਨ ਕਰੋ, ਬਿਨਾਂ ਕੀ, ਕਿੱਧਰੋਂ ਤੇ ਕਿਸ ਦੀ ਸਵਾਲ ਪੁੱਛਿਆਂ। ਇਸ ਨੂੰ ਆਪਣੇ ਬਾਰੇ ਆਪ ਦੱਸਣ ਦਿਓ। ਮੈਂ ਜਿਸ ਤਰ੍ਹਾਂ ਦਾ ਹਾਂ, ਨਾ ਉਸ ਨਾਲੋਂ ਚੰਗਾ ਨਾ ਭੈੜਾ ਬਣਨ ਦੀ ਇੱਛਾ ਰੱਖਦਾ ਹਾਂ। ਜੇ 20 ਸਾਲ ਦੀ ਉਮਰ ਵਿੱਚ ਤੁਹਾਡੇ ਵਿੱਚ ਕੋਈ ਤਾਕਤ ਨਹੀਂ ਤਾਂ ਕਦੀ ਆਸ ਹੀ ਨਾ ਰੱਖੋ ਇਹ ਕਦੀ ਆਵੇਗੀ, ਕਿਉਂਕਿ ਇਹ ਨਹੀਂ ਆਵੇਗੀ। ਜੇ 30 ਸਾਲਾਂ ਦੀ ਉਮਰੇ ਤੁਹਾਨੂੰ ਸਮਝ ਨਹੀਂ ਆਈ ਤਾਂ ਆਸ ਹੀ ਨਾ ਰੱਖੋ ਕਿ ਇਹ ਆਏਗੀ, ਕਿਉਂਕਿ ਇਹ ਨਹੀਂ ਆਏਗੀ। ਜੇ 40 ਸਾਲਾਂ ਦੇ ਹੋ ਕੇ ਵੀ ਤੁਹਾਡੇ ਕੋਲ ਪੈਸੇ ਨਹੀਂ ਤਾਂ ਆਸ ਹੀ ਨਾ ਰੱਖੋ ਕਿ ਇਹ ਆਉਣਗੇ, ਕਿਉਂਕਿ ਇਹ ਨਹੀਂ ਆਉਣਗੇ। ਇਸ ਤਰ੍ਹਾਂ ਦੀ ਹੈ ਰੂਸੀ ਕਹਾਵਤ। ਪਰਬਤਵਾਸੀ ਕਿਹਾ ਕਰਦੇ ਹਨ, ਜੇ 40 ਸਾਲਾਂ ਦੀ ਉਮਰੇ ਬੰਦਾ ਉਕਾਬ ਨਹੀਂ ਤਾਂ ਉਹ ਕਦੀ ਨਹੀਂ ਉੱਡੇਗਾ। ਮੇਰੇ ਗੱਡੇ ਨੂੰ ਆਪਣੇ ਰਾਹ ਉੱਤੇ ਰਿੜਨ ਦਿਓ। ਜਦੋਂ ਬਾਰਿਸ਼ ਹੁੰਦੀ ਹੈ ਤਾਂ ਸਾਡੇ ਪਿੰਡ ਉੱਪਰਲੇ ਪਹਾੜ ਤੋਂ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਧਾਰਾਂ ਸਾਡੇ ਪਿੰਡ ਤੱਕ ਪੁੱਜਦੀਆਂ ਹਨ। ਹੇਠਾਂ ਜਾ ਕੇ ਉਹ ਸਾਰੀਆਂ ਮਿਲ ਜਾਂਦੀਆਂ ਹਨ ਤੇ ਆਰਜੀ ਜਿਹੀ ਬਰਸਾਤੀ ਝੀਲ ਬਣਾ ਦਿੰਦੀਆਂ ਹਨ। ਪਰ ਝੀਲ ਵਿੱਚੋਂ ਸਿਰਫ ਇੱਕ ਨਦੀ ਨਿਕਲਦੀ ਹੈ। ਆਸ-ਪਾਸ ਦੇ ਪਹਾੜਾਂ ਤੋਂ ਸਾਡੇ ਪਿੰਡ ਵੱਲ ਕਈ ਨਿੱਕੇ ਨਿੱਕੇ ਰਸਤੇ ਆਉਂਦੇ ਹਨ। ਉਹ ਨਿੱਕੀਆਂ ਧਾਰਾਂ ਵਾਂਗ ਸਾਡੇ ਪਿੰਡ ਵਿੱਚ ਆ ਮਿਲਦੇ ਹਨ। ਪਰ ਜੇ ਤੁਸੀਂ ਪਿੰਡੋਂ ਜ਼ਿਲ੍ਹਾ ਕੇਂਦਰ ਨੂੰ ਜਾਂ ਨੇੜਲੇ ਸ਼ਹਿਰ ਨੂੰ ਜਾਂ ਪਾਰਲੀ ਦੁਨੀਆ ਨੂੰ ਜਾਣਾ ਚਾਹੋ ਤਾਂ ਚੱਲਣ ਲਈ ਇੱਕੋ ਇੱਕ ਚੌੜੀ ਸੜਕ ਹੈ। ਮੈਨੂੰ ਨਹੀਂ ਪਤਾ ਮੈਂ ਆਪਣੀ ਤੁਲਨਾ ਕਿਸ ਨਾਲ ਕਰਾਂ, ਸੜਕ ਨਾਲ ਜਾਂ ਧਾਰ ਨਾਲ। ਮੈਂ ਤਾਂ ਸਿਰਫ ਇਹ ਜਾਣਦਾ ਹਾਂ ਕਿ ਮੇਰੇ ਕਈ ਪਿੰਡ ਵਾਸੀਆਂ ਦੇ ਵਿਚਾਰ, ਮੇਰੇ ਕਈ ਪਿੰਡ ਵਾਸੀਆਂ ਦੇ ਸ਼ਬਦ ਤੇ ਮੇਰੇ ਕਈ ਪਿੰਡ ਵਾਸੀਆਂ ਦੇ ਹਾਵ ਭਾਵ ਮੇਰੇ ਵਿੱਚ ਇੱਕਮਿਕ ਹੋਏ ਹੋਏ ਹਨ। ਜਿਸ ਤਰ੍ਹਾਂ ਪਹਾੜੀ ਨਾਲੇ ਜਾਂ ਵਲ ਖਾਂਦੇ ਪਹਾੜੀ ਰਸਤੇ ਸਾਡੇ ਪਿੰਡ ਵਿੱਚ ਇੱਕਮਿਕ ਹੋਏ ਹੋਏ ਹਨ। ਮੇਰਾ ਆਪਣਾ ਰਾਹ, ਮੇਰੀ ਆਪਣੀ ਸੜਕ ਮੈਨੂੰ ਮੇਰੇ ਪਿੰਡ ਤੋਂ ਕਵਿਤਾ ਦੀ ਦੁਨੀਆ ਵਿੱਚ ਲੈ ਗਈ ਹੈ। ਮੈਂ ਦੁਨੀਆ ਦੇ ਕਈ ਹਿੱਸਿਆਂ ਵਿੱਚ, ਕਈ ਦੇਸ਼ਾਂ ਵਿੱਚ ਗਿਆ ਹਾਂ। ਮੈਂ ਕਈ ਦੇਸ਼ ਤੇ ਕਈ ਤਰ੍ਹਾਂ ਦੇ ਲੋਕ ਦੇਖੇ ਹਨ। ਮੈਨੂੰ ਸ਼ਾਨਦਾਰ ਸਵਾਗਤੀ ਸਮਾਰੋਹਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ, ਜਿਹੜੇ ਕਦੀ ਪ੍ਰਧਾਨਾਂ ਤੇ ਬਾਦਸ਼ਾਹਾਂ ਵੱਲੋਂ, ਕਦੀ ਪ੍ਰਧਾਨ ਮੰਤਰੀਆਂ ਵੱਲੋਂ ਤੇ ਕਦੀ ਸਿਰਫ ਮੰਤਰੀਆਂ ਤੇ ਰਾਜਦੂਤਾਂ ਵੱਲੋਂ ਕੀਤੇ ਗਏ ਹੁੰਦੇ ਹਨ। ਇਹੋ ਜਿਹੇ ਸਮਾਰੋਹਾਂ ਵਿੱਚ ਬੂਟ ਤੇ ਗੰਜ ਕਿਵੇਂ ਚਮਕਦੇ ਹੁੰਦੇ ਹਨ, ਨਕਟਾਈਆਂ ਕਿੰਨੀਆਂ ਸਾਫ਼ ਤੇ ਕਫ ਕਿੱਡੇ ਦੁੱਧ ਚਿੱਟੇ ਹੁੰਦੇ ਹਨ, ਕਿੰਨਾ ਹਲੀਮੀ ਨਾਲ ਲੋਕ ਝੁਕਦੇ ਤੇ ਮੁਸਕਰਾਉਂਦੇ ਹਨ ਤੇ ਕਿੰਨਾ ਸੋਚ ਸਮਝ ਕੇ ਹਰ ਲਫ਼ਜ਼ ਬੋਲਦੇ ਤੇ ਹਰ ਹਰਕਤ ਕਰਦੇ ਹਨ। ਇਹੋ ਜਿਹੇ ਸਮਾਗਮਾਂ ਵਿੱਚ ਐਕਟਰ ਪ੍ਰਧਾਨ ਮੰਤਰੀ ਲੱਗਦੇ ਹਨ ਤੇ ਪ੍ਰਧਾਨ ਮੰਤਰੀ ਐਕਟਰ ਲੱਗਦੇ ਹਨ। ਇਹੋ ਜਿਹੇ ਸਮਾਰੋਹਾਂ ਵਿੱਚ ਮੈਂ ਕਦੀ ਮੈਂ ਨਹੀਂ ਹੁੰਦਾ। ਮੈਂ ਐਸੀਆਂ ਹਰਕਤਾਂ ਕਰਦਾ ਹਾਂ ਜਿਹੜੀਆਂ ਮੈਂ ਨਹੀਂ ਕਰਨਾ ਚਾਹੁੰਦਾ। ਮੈਂ ਐਸੇ ਲਫ਼ਜ਼ ਬੋਲਦਾ ਹਾਂ ਜਿਹੜੇ ਮੈਂ ਨਹੀਂ ਬੋਲਣਾ ਚਾਹੁੰਦਾ। ਇਹੋ ਜਿਹੇ ਸਮਾਰੋਹਾਂ ਦੀ ਚਮਕ ਦਮਕ ਦੇ ਦਰਮਿਆਨ ਮੇਰੀਆਂ ਅੱਖਾਂ ਸਾਹਮਣੇ ਇੱਕਦਮ ਮੇਰੇ ਘਰ ਦਾ ਚੁੱਲ੍ਹਾ ਆ ਜਾਂਦਾ ਹੈ। ਮੇਰੇ ਰਿਸ਼ਤੇਦਾਰ ਜਿਸ ਦੇ ਦੁਆਲੇ ਜੁੜੇ ਬੈਠੇ ਹੁੰਦੇ ਹਨ, ਜਾਂ ਕਿਸੇ ਹੋਟਲ ਦੇ ਕਮਰੇ ਵਿੱਚ ਹੱਸਦੇ ਖੇਡਦੇ ਦੋਸਤਾਂ ਦਾ ਇਕੱਠ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ। ਓਪਰੇ ਪਕਵਾਨਾਂ ਦੀ ਥਾਂ ਮੈਂ
ਥੋਮ ਵਾਲੀ ਖਿਣਕਾਲੀ ਖਾਣ ਲਈ ਤਰਸਦਾ ਹਾਂ। ਆਹ ਕਿਆ ਆਨੰਦ ਹੁੰਦਾ ਹੈ। ਕਮੀਜ਼ ਦੀਆਂ ਬਾਹਾਂ ਚੜ੍ਹੀਆਂ ਹੋਣ, ਚਰਬੀ ਉਂਗਲਾਂ ਵਿੱਚੋਂ ਤੁਪਕਿਆਂ ਵਿੱਚ ਡਿੱਗਦੀ ਹੋਵੇ, ਜਦ ਕਿ ਬੰਦਾ ਆਪਣੇ ਘਰ ਵਿੱਚ ਚੁੱਲ੍ਹੇ ਦੁਆਲੇ ਆਪਣੇ ਮਿੱਤਰਾਂ ਵਿਚਕਾਰ ਬੈਠਾ ਖਿਣਕਾਲੀ ਤੇ ਥੋਮ ਨਾਲ ਆਪਣੇ ਆਪ ਨੂੰ ਤੂਸ ਰਿਹਾ ਹੁੰਦਾ ਹੈ। ਮੈਂ ਜਦੋਂ ਕੁਝ ਕਿਤਾਬਾਂ ਪੜ੍ਹਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਜਿਵੇਂ ਲੇਖਕ ਆਪਣੇ ਆਪ ਨੂੰ ਡਿਪਲੋਮੈਟਿਕ ਸਵਾਗਤੀ ਸਮਾਰੋਹਾਂ ਉੱਤੇ ਪੇਸ਼ ਕਰ ਰਿਹਾ ਹੋਵੇ। ਉਸ ਦੇ ਤੌਰ ਤਰੀਕੇ ਵਿੱਚ, ਰੰਗ ਢੰਗ ਜਾਂ ਬੋਲੀ ਵਿੱਚ ਕੋਈ ਖੁੱਲ੍ਹ ਨਹੀਂ ਹੁੰਦੀ। ਹੇ ਮੇਰੀ ਕਿਤਾਬ, ਤੂੰ ਡਿਪਲੋਮੈਟਿਕ ਸਵਾਗਤੀ ਸਮਾਰੋਹਾਂ ਉੱਤੇ ਮਹਿਮਾਨਾਂ ਵਾਂਗ ਨਾ ਬਣੀ। ਸਿਰਫ ਉਹੀ ਲਫ਼ਜ਼ ਬੋਲੀ ਜਿਹੜੇ ਤੇਰੇ ਅਸਲੀ ਸੁਭਾਅ ਦੇ ਅਨੁਕੂਲ ਹੋਣ। ਸਿਰਫ ਮੂੰਹ ਮੁਲਾਜ਼ੇ ਲਈ ਕੋਈ ਗੱਲ ਨਾ ਕਰੀਂ। ਮੈਂ ਐਸੇ ਬੰਦਿਆਂ ਨੂੰ ਜਾਣਦਾ ਹਾਂ ਜਿਹੜੇ ਜਦੋਂ ਆਪਣੇ ਘਰ ਵਿੱਚ ਆਪਣੇ ਪਰਿਵਾਰ ਨਾਲ, ਆਪਣੀ ਪਤਨੀ ਤੇ ਬੱਚਿਆਂ ਨਾਲ ਜਾਂ ਦੋਸਤਾਂ ਨਾਲ ਹੁੰਦੇ ਹਨ ਤਾਂ ਬਿਲਕੁਲ ਠੀਕ ਠਾਕ ਹੁੰਦੇ ਹਨ, ਪਰ ਉਹਨਾਂ ਦੇ ਦਫ਼ਤਰ ਵਿੱਚ ਬੈਠਿਆਂ ਉਹਨਾਂ ਨੂੰ ਦੇਖੋ, ਕਿੰਨੇ ਖੁਸ਼ਕ, ਕੁਰਖਤ, ਸਗੋਂ ਕਮੀਨੇ ਵੀ ਉਹ ਹੋ ਸਕਦੇ ਹਨ। ਉਹ ਉਹੀ ਬੰਦੇ ਨਹੀਂ ਲੱਗਦੇ। ਹਰ ਨਵੀਂ ਤਰੱਕੀ ਨਾਲ, ਹਰ ਨਵੇਂ ਤੇ ਉਚੇਰੇ ਅਹੁਦੇ ਨਾਲ ਉਹਨਾਂ ਦਾ ਸੁਭਾਅ, ਵਰਤ ਵਿਹਾਰ ਤੇ ਚਿਹਰਾ ਬਦਲ ਜਾਂਦਾ ਹੈ। ਹੇ ਮੇਰੀ ਕਿਤਾਬ, ਤੂੰ ਇਕਸਾਰ ਰਹੀਂ। ਆਪਣਾ ਸੁਭਾਅ ਨਾ ਬਦਲੀ, ਜਿਸ ਤਰ੍ਹਾਂ ਮੈਂ ਆਪਣਾ ਸੁਭਾਅ ਨਹੀਂ ਬਦਲਦਾ। ਸ਼ਾਨਦਾਰ ਸਵਾਗਤੀ ਸਮਾਰੋਹਾਂ ਨਾਲ ਪ੍ਰੇਮ ਨਾ ਪਾਈ, ਸਗੋਂ ਆਪਣੇ ਦੋਸਤਾਂ ਨਾਲ ਤੇ ਸਾਦੇ ਜਿਹੇ ਚੁੱਲ੍ਹੇ ਦੇ ਧੂੰਏਂ ਨਾਲ ਪ੍ਰੇਮ ਪਾਈ। ਖੇਤਾਂ ਨਾਲ, ਨਾ ਕਿ ਕੌਂਸਰਟ ਹਾਲਾਂ ਨਾਲ ਪ੍ਰੇਮ ਪਾਈ। ਧਰਤੀ ਦੀ ਆਵਾਜ਼ ਸੁਣੀ, ਜਲਸਿਆਂ ਦਾ ਸ਼ੋਰ ਨਹੀਂ। ਕੀ ਇਹ ਕਦੀ ਨਹੀਂ ਹੋਇਆ ਕਿ ਲੋਕ ਕਾਨਫਰੰਸਾਂ ਵਿੱਚ ਇੱਕ ਚੀਜ਼ ਕਹਿੰਦੇ ਹਨ ਤੇ ਮਗਰੋਂ ਬਿਲਕੁਲ ਦੂਜੀ ਚੀਜ਼? ਆਪਣੀ ਨੋਟਬੁੱਕ ਵਿੱਚੋਂ ਦਾਗਿਸਤਾਨ ਦਾ ਕਿਹੜਾ ਸਪੂਤ ਹੈ ਜਿਹੜਾ ਸੁਲੇਮਾਨ ਸਤਾਲਸਕੀ ਦੇ ਵੱਡੇ ਸਾਰੇ ਜੱਤ ਦੇ ਟੋਪ ਨੂੰ, ਵਾਸ਼ਨਾ ਵਾਲੇ ਭੇਡ ਦੀ ਖੱਲ ਦੇ ਉਸਦੇ ਭਾਰੇ ਜਿਹੇ ਕੋਟ ਨੂੰ, ਬੱਛੜੇ ਦੀ ਖੱਲ ਦੇ ਉਸਦੇ ਹਲਕੇ ਜਿਹੇ ਬੂਟਾਂ ਨੂੰ ਨਹੀਂ ਜਾਣਦਾ? ਜੇ ਤੁਸੀਂ ਦਾਗਿਸਤਾਨ ਦੇ ਨਹੀਂ ਵੀ ਹੋ ਤਾਂ ਵੀ ਮੈਨੂੰ ਯਕੀਨ ਹੈ ਕਿ ਤੁਸੀਂ ਉਸਦੇ ਬੂਟਾਂ ਤੇ ਉਸਦੇ ਵੱਡੇ ਸਾਰੇ ਜੱਤ ਵਾਲੇ ਟੋਪ ਤੋਂ ਬਿਨਾਂ ਸੁਲੇਮਾਨ ਦੀ ਕਲਪਨਾ ਨਹੀਂ ਕਰ ਸਕਦੇ। ਫਿਰ ਸੁਲੇਮਾਨ ਨੂੰ ਸਰਕਾਰ ਵੱਲੋਂ ਪੁਰਸਕਾਰ ਮਿਲਿਆ ਤੇ ਮੈਕਸਿਮ ਗੋਰਕੀ ਨੇ ਉਸ ਨੂੰ 20ਵੀਂ ਸਦੀ ਦਾ ਹੋਮਰ ਕਿਹਾ। ਸੁਲੇਮਾਨ ਨੂੰ ਮਾਸਕੋ ਆਉਣ ਦਾ ਸੱਦਾ ਦਿੱਤਾ ਗਿਆ, ਜਿੱਥੇ ਉਸ ਨੂੰ ਦਾਗਿਸਤਾਨ ਸਰਕਾਰ ਦਾ ਇੱਕ ਮੈਂਬਰ ਮਿਲਿਆ। ਮੇਰੇ ਪਿਆਰੇ ਸੁਲੇਮਾਨ, ਮੰਤਰੀ ਨੇ ਕਵੀ ਨੂੰ ਕਿਹਾ, ਤੂੰ ਮਾਸਕੋ ਵਿੱਚ ਇਸ ਤਰ੍ਹਾਂ ਨਹੀਂ ਰਹਿ ਸਕਦਾ ਜਿਸ ਤਰ੍ਹਾਂ ਔਲ ਵਿੱਚ ਰਹਿੰਦਾ ਹੈ। ਤੈਨੂੰ ਆਪਣਾ ਲਿਬਾਸ ਬਦਲਣਾ ਪਏਗਾ। ਦਾਗਿਸਤਾਨ ਸਰਕਾਰ ਵੱਲੋਂ ਸਾਈ ਦੇ ਕੇ ਸੁਲੇਮਾਨ ਲਈ ਗਰਮ ਸੂਟ ਬਣਵਾਇਆ ਤੇ ਨਾਲੇ ਉਸ ਨੂੰ ਨਵੇਂ ਬੂਟ, ਕੰਨ ਪੱਟੀਆਂ ਵਾਲਾ ਗਰਮ ਟੋਪ ਤੇ ਅਸਤਰਾਖਾਨੀ ਕਾਲਰ ਵਾਲਾ ਗਰਮ ਕੋਟ ਲੈ ਕੇ ਦਿੱਤਾ। ਸੁਲੇਮਾਨ ਨੇ ਹਰ ਚੀਜ਼ ਨੂੰ ਵੱਖਰਾ ਵੱਖਰਾ ਗੌਰ ਨਾਲ ਦੇਖਿਆ। ਕੋਟ ਨੂੰ ਇੱਕ ਬਾਂਹ ਉੱਤੇ ਪਾ ਕੇ ਦੇਖਿਆ, ਬੂਟਾਂ ਦੇ ਤਲੇ ਵਜਾ ਕੇ ਦੇਖੇ ਤੇ ਭੈੜੀ ਜਿਹੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਲਪੇਟਦਿਆਂ ਆਪਣੇ ਝੋਲੇ ਵਿੱਚ ਉਸਨੇ ਤੁੰਨ ਲਿਆ। ਸ਼ੁਕਰੀਆ, ਉਹ ਬੋਲਿਆ। ਇਹ ਬਹੁਤ ਵਧੀਆ ਨਵੀਆਂ ਚੀਜ਼ਾਂ ਨੇ, ਬਿਲਕੁਲ ਮੇਰੇ ਬੇਟੇ ਮੁਸਾਹਿਬ ਦੇ ਮੇਚੇ ਦੀਆਂ। ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ ਸੁਲੇਮਾਨ ਹੀ ਰਹਿਣਾ ਚਾਹੁੰਦਾ ਹਾਂ। ਕੱਪੜਿਆਂ ਦੇ ਸੂਟ ਜਾਂ ਜੁੱਤੀਆਂ ਦੇ ਜੋੜੇ ਦੀ ਖਾਤਰ ਮੈਨੂੰ ਆਪਣਾ ਨਾਮ ਬਦਲਣ ਦੀ ਕੋਈ ਇੱਛਾ ਨਹੀਂ। ਮੇਰੇ ਪੁਰਾਣੇ ਬੂਟ ਕਦੀ ਮੈਨੂੰ ਮਾਫ਼ ਨਹੀਂ ਕਰਨਗੇ। ਆਪਣੇ ਵਿਅਕਤੀਤਵ ਦੇ ਬਾਹਰਲੇ ਪ੍ਰਗਟਾਅ ਨਾਲ ਵੀ ਇੰਨਾ ਪਿਆਰ ਇੱਕ ਐਸੀ ਸਿਫਤ ਸੀ ਜਿਸ ਦੀ ਮੇਰੇ ਪਿਤਾ ਜੀ ਬੜੀ ਕਦਰ ਕਰਦੇ ਸਨ। ਆਪਣੀ ਨੋਟਬੁੱਕ ਵਿੱਚੋਂ ਸੁਲੇਮਾਨ ਦੇ ਬੇਟਿਆਂ ਨੇ ਆਪਣੇ ਪਿਤਾ ਨੂੰ ਲਿਖਣਾ ਸਿਖਾਉਣ ਦੀ ਮੁੜ ਕੋਸ਼ਿਸ਼ ਕੀਤੀ। ਹਰ ਵਾਰੀ ਸੁਲੇਮਾਨ ਪੂਰੀ ਗੰਭੀਰਤਾ ਨਾਲ ਸਿੱਖਣਾ ਸ਼ੁਰੂ ਕਰਦਾ, ਪਰ ਜਲਦੀ ਹੀ ਕਾਗਜ਼ ਕਲਮ ਲਾਂਭੇ ਰੱਖ ਦਿੰਦਾ ਤੇ ਕਹਿੰਦਾ, ਨਹੀਂ ਮੇਰੇ ਬੱਚਿਓ, ਜਿਉਂ ਹੀ ਮੈਂ ਕਲਮ ਫੜਦਾ ਹਾਂ ਮੇਰੀਆਂ ਕਵਿਤਾਵਾਂ ਮੇਰੇ ਕੋਲੋਂ ਨੱਠ ਜਾਂਦੀਆਂ ਹਨ, ਕਿਉਂਕਿ ਮੇਰਾ ਸਾਰਾ ਧਿਆਨ ਕਵਿਤਾ ਵਿੱਚ ਨਹੀਂ ਸਗੋਂ ਸਿਰਫ ਇਸ ਚੀਜ਼ ਵਿੱਚ ਲੱਗ ਜਾਂਦਾ ਹੈ ਕਿ ਇਸ ਲਾਹਣਤੀ ਕਲਮ ਨੂੰ ਕਿਵੇਂ ਫੜਿਆ ਜਾਏ।
ਆਪਣੀ ਨੋਟਬੁੱਕ ਵਿੱਚੋਂ। ਅਫੇਦੀ ਕਾਪੀਜੇਵ ਸੁਲੇਮਾਨ ਸਤਾਲਸਕੀ ਦਾ ਦੋਸਤ ਤੇ ਉਸਦੀਆਂ ਕਵਿਤਾਵਾਂ ਦਾ ਰੂਸੀ ਵਿੱਚ ਅਨੁਵਾਦਕ ਸੀ। ਉਹਨਾਂ ਦੀ ਦੋਸਤੀ ਨੇ ਕੁਝ ਨੀਚ ਲੋਕਾਂ ਵਿੱਚ ਸਾੜਾ ਪੈਦਾ ਕਰ ਦਿੱਤਾ, ਜਿਨ੍ਹਾਂ ਨੇ ਪ੍ਰਸਿੱਧ ਕਵੀ ਦੀਆਂ ਨਜ਼ਰਾਂ ਵਿੱਚ ਕਾਪੀਜੇਵ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ, ਸਗੋਂ ਉਸ ਉੱਤੇ ਚਿੱਕੜ ਵੀ ਉਛਾਲੇ। ਉਹ ਕਹਿੰਦੇ, ਕਿੰਨੀ ਮਾੜੀ ਗੱਲ ਏ ਕਿ ਤੂੰ ਰੂਸੀ ਨਹੀਂ ਪੜ੍ਹਦਾ ਸੁਲੇਮਾਨ। ਸਾਨੂੰ ਪੱਕਾ ਪਤਾ ਹੈ ਕਿ ਅਫੇਦੀ ਕਾਪੀਜੇਵ ਅਨੁਵਾਦ ਵਿੱਚ ਤੇਰੀਆਂ ਕਵਿਤਾਵਾਂ ਦੀ ਜੜ ਪੁੱਟ ਦਿੰਦਾ ਹੈ। ਇੱਕ ਥਾਂ ਉਹ ਕੁਝ ਵਧਾ ਦਿੰਦਾ, ਦੂਜੀ ਥਾਂ ਤੋਂ ਉਹ ਕੁਝ ਛੱਡ ਜਾਂਦਾ, ਜਾਂ ਕਈ ਤੁਕਾਂ ਦੇ ਅਰਥ ਹੀ ਆਪਣੇ ਹਿਸਾਬ ਨਾਲ ਬਦਲ ਦਿੰਦਾ। ਕਦੀ ਸਹਿਜ ਸੁਭਾਅ ਗੱਲ ਕਰਦਿਆਂ ਸੁਲੇਮਾਨ ਨੇ ਇਹ ਵਿਸ਼ਾ ਛੂਹ ਲਿਆ। ਮੈਂ ਸੁਣਿਆ ਮੇਰੇ ਦੋਸਤ, ਤੂੰ ਮੇਰੇ ਬੱਚਿਆਂ ਨੂੰ ਮਾਰਦਾ ਹੈ। ਅਫੇਦੀ ਉਸ ਦਾ ਇਸ਼ਾਰਾ ਸਮਝ ਗਿਆ। ਤੇਰੀਆਂ ਨਜ਼ਮਾਂ ਤੇਰੇ ਬੱਚੇ ਨਹੀਂ ਸੁਲੇਮਾਨ, ਉਹ ਤੂੰ ਆਪ ਹੈ, ਤੇਰਾ ਆਪਾ ਹੈ। ਉਸ ਸੂਰਤ ਵਿੱਚ ਬਜ਼ੁਰਗ ਹੋਣ ਦੇ ਨਾਤੇ ਮੈਂ ਆਪਣੇ ਬੱਚਿਆਂ ਨਾਲੋਂ ਵੀ ਵਧੇਰੇ ਸਤਿਕਾਰ ਦਾ ਹੱਕਦਾਰ ਹਾਂ। ਵਧੇਰੇ ਮਹੱਤਵਪੂਰਨ ਗੱਲ ਕਿਹੜੀ ਹੈ ਸੁਲੇਮਾਨ? ਕਵਿਤਾ ਵਿੱਚ ਤੁਕਾਂ ਦੀ ਗਿਣਤੀ ਜਾਂ ਇਸ ਦੀ ਸ਼ੈਲੀ ਤੇ ਭਾਵਨਾ? ਮੇਰੇ ਸਾਹਮਣੇ ਸ਼ਰਾਬ ਪਈ ਹੈ। ਜੇ ਤੂੰ ਇਸ ਦੀ ਵਾਸ਼ਨਾ ਉੱਡ ਜਾਣ ਦੇਵੇਂ, ਇਸ ਦੀ ਮਾਤਰਾ ਤਾਂ ਵੀ ਨਹੀਂ ਘਟੇਗੀ, ਪਰ ਇਸ ਦਾ ਸਵਾਦ ਉਹ ਨਹੀਂ ਰਹੇਗਾ ਜਿਹੜਾ ਸਾਨੂੰ ਇੰਨਾ ਪਸੰਦ ਹੈ। ਸ਼ਰਾਬ ਦੀ ਮਾਤਰਾ ਨਹੀਂ ਦੇਖੀ ਜਾਂਦੀ, ਸਗੋਂ ਉਸ ਦੀ ਖੁਸ਼ਬੂ, ਉਸ ਦਾ ਸਵਾਦ, ਉਸ ਦੀ ਤਾਕਤ ਦੇਖੀ ਜਾਂਦੀ ਹੈ। ਤੂੰ ਠੀਕ ਹੈ, ਇਹ ਜ਼ਿਆਦਾ ਮਹੱਤਵਪੂਰਨ ਹੈ। ਤੇ ਸੱਚਮੁੱਚ ਅਫੇਦੀ ਕਾਪੀਜੇਵ ਵੀ ਸੀ ਜਿਸ ਨੇ ਰੂਸੀ ਪਾਠਕਾਂ ਨੂੰ ਸੁਲੇਮਾਨ ਸਤਾਲਸਕੀ ਦਿੱਤਾ। ਆਪਣੀ ਨੋਟਬੁੱਕ ਵਿੱਚੋਂ, ਮੈਨੂੰ ਤੇਰੇ ਪਿਤਾ ਦੀ ਕਵਿਤਾ ਦੀ ਕੁੰਜੀ ਨਹੀਂ ਲੱਭਦੀ, ਅਫੇਦੀ ਨੇ ਮੇਰੇ ਕੋਲ ਸ਼ਿਕਾਇਤ ਕੀਤੀ। ਉਹ ਹਮਜ਼ਾਦ ਤਸਾਦਾਸਾ ਦਾ ਵੀ ਰੂਸੀ ਵਿੱਚ ਅਨੁਵਾਦ ਕਰ ਰਿਹਾ ਸੀ। ਤੇਰੇ ਪਿਤਾ ਦਾ ਆਪਣਾ ਹੀ ਜੰਦਰਾ ਹੈ। ਤੁਸੀਂ ਸਮਝਦੇ ਹੋ ਕਿ ਉਹ ਹੱਸ ਰਿਹਾ ਹੈ, ਜਦਕਿ ਅਸਲ ਵਿੱਚ ਉਹ ਉਦਾਸ ਹੁੰਦਾ ਹੈ। ਤੁਸੀਂ ਸਮਝਦੇ ਹੋ ਉਹ ਤਾਰੀਫਾਂ ਕਰ ਰਿਹਾ ਹੈ, ਜਦਕਿ ਅਸਲ ਵਿੱਚ ਉਹ ਵਿਅੰਗ ਕੱਸ ਰਿਹਾ ਹੁੰਦਾ ਹੈ, ਸਗੋਂ ਮਜ਼ਾਕ ਉਡਾ ਰਿਹਾ ਹੁੰਦਾ ਹੈ। ਤੁਸੀਂ ਸਮਝਦੇ ਹੋ ਝਾੜਾਂ ਪਾ ਰਿਹਾ ਹੈ, ਜਦਕਿ ਅਸਲ ਵਿੱਚ ਉਹ ਤਾਰੀਫ ਕਰ ਰਿਹਾ ਹੁੰਦਾ ਹੈ। ਮੈਂ ਇਹ ਸਭ ਕੁਝ ਮਹਿਸੂਸ ਕਰਦਾ ਹਾਂ, ਪਰ ਰੂਸੀ ਵਿੱਚ ਪ੍ਰਗਟ ਨਹੀਂ ਕਰ ਸਕਦਾ। ਮੈਂ ਉਸਦੀ ਕਾਵ ਤਕਨੀਕ ਨੂੰ ਤੇ ਉਸਦੀਆਂ ਤੁਕਾਂ ਦੇ ਅਰਥਾਂ ਨੂੰ ਪੈਦਾ ਕਰ ਸਕਦਾ ਹਾਂ, ਪਰ ਉਹ ਹਮਜ਼ਾਤ ਮੇਰੇ ਹੱਥਾਂ ਵਿੱਚੋਂ ਤਿਲਕ ਜਾਂਦਾ ਹੈ, ਜਿਸ ਨੂੰ ਤੁਸੀਂ ਰੋਜ਼ਾਨਾ ਜੀਵਨ ਵਿੱਚ ਜਾਣਦੇ ਹੋ। ਜਿਸ ਤਰ੍ਹਾਂ ਮੈਂ ਚਾਹੁੰਦਾ ਹਾਂ ਉਸ ਦਾ ਰੂਸੀ ਪਾਠਕ ਉਸ ਨੂੰ ਦੇਖੇ, ਇਸ ਤਰ੍ਹਾਂ ਦਾ ਜਿਹੜਾ ਸਾਡੇ ਸਾਰਿਆਂ ਨਾਲ ਰਲਦਾ ਮਿਲਦਾ ਹੈ, ਤਾਂ ਵੀ ਕਿਸੇ ਵਰਗਾ ਨਹੀਂ। ਕਵੀ ਦੀ ਕਵਿਤਾ ਇਸ ਤਰ੍ਹਾਂ ਦੀ ਵੀ ਹੋਣੀ ਚਾਹੀਦੀ ਹੈ। ਆਪਣੀਆਂ ਯਾਦਾਂ ਵਿੱਚੋਂ, ਹੁਣ ਮੇਰੇ ਪਿੰਡ ਮੈਨੂੰ ਸਾਰੇ ਕਵੀ ਰਸੂਲ ਹਮਜ਼ਾ ਤੋਬ ਕਰਕੇ ਜਾਣਦੇ ਹਨ। ਇੱਕ ਐਸਾ ਵੀ ਸਮਾਂ ਸੀ ਜਦੋਂ ਮੈਨੂੰ ਕੰਮ ਵਿਗਾੜੂ ਤੇ ਲਾਪਰਵਾਹ ਵਜੋਂ ਜਾਣਿਆ ਜਾਂਦਾ ਸੀ। ਮੈਂ ਕਰਦਾ ਕੁਝ ਹੁੰਦਾ ਸਾਂ ਤੇ ਸਾਰਾ ਸਮਾਂ ਸੋਚਦਾ ਕੁਝ ਹੋਰ ਚੀਜ਼ ਬਾਰੇ ਹੁੰਦਾ ਸਾਂ। ਨਤੀਜੇ ਵਜੋਂ ਮੈਂ ਪਿੱਛੇ ਨੂੰ ਗਲਮਾ ਕਰਕੇ ਕਮੀਜ਼ ਪਾ ਲੈਂਦਾ, ਬਟਨ ਹੋਰ ਦੇ ਹੋਰ ਕਾਚਾਂ ਵਿੱਚ ਤੁੰਨੀ ਜਾਂਦਾ ਤੇ ਉਸੇ ਤਰ੍ਹਾਂ ਬਾਹਰ ਚਲਾ ਜਾਂਦਾ। ਮੈਂ ਤਸਮੇ ਨਾ ਬੰਨ੍ਹਦਾ, ਜਾਂ ਜੇ ਬੰਨ੍ਹ ਵੀ ਲੈਂਦਾ ਤਾਂ ਉਹ ਉਸੇ ਵੇਲੇ ਖੁੱਲ੍ਹ ਜਾਂਦੇ। ਲੋਕ ਮੇਰੇ ਬਾਰੇ ਕਿਹਾ ਕਰਦੇ ਸਨ, ਇੰਨੇ ਸਾਫ਼ ਸੁਥਰੇ, ਬਕਾਇਦਗੀ ਵਾਲੇ ਤੇ ਚੰਗੇ ਆਦਮੀ ਦਾ ਮੁੰਡਾ ਇਸ ਤਰ੍ਹਾਂ ਦਾ ਢਿੱਲੜ ਤੇ ਬੇਢੰਗਾ ਕਿਵੇਂ ਹੋ ਸਕਦਾ ਹੈ? ਦੋਹਾਂ ਵਿੱਚੋਂ ਕਿਹੜਾ ਬਜ਼ੁਰਗ ਹੈ ਤੇ ਕਿਹੜਾ ਜਵਾਨ? ਜਿਹੜਾ ਆਪਣੇ ਤਸਮੇ ਬੰਨਣਾ ਭੁੱਲ ਜਾਂਦਾ ਹੈ, ਜਾਂ ਕਿ ਉਹ ਜਿਹੜਾ ਕੁਝ ਵੀ ਨਹੀਂ ਭੁੱਲਦਾ? ਹਾਂ, ਮੈਂ ਇਹੋ ਜਿਹੀਆਂ ਫਾਲਤੂ ਗੱਲਾਂ ਦੇ ਜਵਾਬ ਵਿੱਚ ਕਹਿੰਦਾ, ਮੈਂ ਆਪਣੇ ਪਿਤਾ ਦਾ ਬੁਢੇਪਾ ਲੈ ਲਿਆ ਹੈ ਤੇ ਆਪਣੀ ਜਵਾਨੀ ਉਸ ਨੂੰ ਦੇ ਦਿੱਤੀ ਹੈ। ਸੱਚਮੁੱਚ ਪਿਤਾ ਜੀ ਅਖੀਰ ਤੱਕ ਸਾਫ਼ ਸੁਥਰੇ ਤੇ ਬਣੇ ਫਬੇ ਰਹੇ, ਬਾਹਰੋਂ ਵੀ ਤੇ ਅੰਦਰੋਂ ਵੀ। ਉਹ ਹਮੇਸ਼ਾ ਹੀ ਬਕਾਇਦਾ ਜ਼ਬਤ ਵਾਲੇ ਤੇ ਠੀਕ ਠੀਕ ਗੱਲ ਕਹਿਣ ਵਾਲੇ ਸਨ। ਪਿੰਡ ਵਿੱਚ ਹਰ ਕੋਈ ਜਾਣਦਾ ਸੀ ਕਿ ਆਪਣਾ ਕੋਟ ਪਾਈ ਉਹ ਕਿਸ ਸਮੇਂ ਕਿਸ ਮਿੰਟ ਆਪਣੇ ਘਰ ਦੀ ਛੱਤ ਉੱਤੇ ਆਉਣਗੇ। ਉਹ ਇਸ ਨਾਲ ਆਪਣੀਆਂ ਘੜੀਆਂ ਮਿਲਾ ਸਕਦੇ ਸਨ। ਇੱਕ ਨੌਜਵਾਨ ਪੇਂਡੂ ਨੇ, ਜਿਹੜਾ ਫੌਜੀ ਸੇਵਾ ਉੱਤੇ ਸੀ, ਆਪਣੇ ਮਾਪਿਆਂ ਨੂੰ ਲਿਖਿਆ, ਅਸੀਂ ਸਵੇਰੇ ਸਵੇਰੇ ਉੱਠ ਪੈਂਦੇ ਹਾਂ। ਸਾਨੂੰ ਬਿਲਕੁਲ ਉਸ ਵੇਲੇ ਉਠਾ ਦਿੱਤਾ ਜਾਂਦਾ ਹੈ ਜਿਸ ਵੇਲੇ ਹਮਜ਼ਾਤ ਆਪਣੇ ਘਰ ਦੀ ਛੱਤ ਉੱਤੇ ਆਉਂਦਾ ਹੈ। ਜੇ ਕੋਈ ਹਮਜ਼ਾਤ ਨੂੰ ਸਵੇਰ ਵੇਲੇ ਦੇਖਣਾ ਚਾਹੁੰਦਾ ਸੀ ਤਾਂ ਉਸ ਨੂੰ ਠੀਕ ਠੀਕ ਪਤਾ ਹੁੰਦਾ ਸੀ
ਕਿ ਖੂਨ ਜ਼ਾਖ ਨੂੰ ਜਾਂਦੀ ਸੜਕ ਉੱਤੇ ਕਿਸ ਵੇਲੇ ਹੋਣਾ ਚਾਹੀਦਾ ਹੈ। ਹਮਜ਼ਾਤ ਕੰਮ ਲਈ ਇੱਕੋ ਵੇਲੇ ਤੇ ਹਮੇਸ਼ਾ ਉਸੇ ਵੇਲੇ ਜਾਂਦਾ ਸੀ। ਲੋਕਾਂ ਨੂੰ ਉਸ ਬਾਰੇ ਕਈ ਗੱਲਾਂ ਪਤਾ ਸੀ। ਉਹ ਕਿੰਨੀ ਦੂਰ ਤੱਕ ਆਪਣੇ ਘੋੜੇ ਦੀਆਂ ਲਗਾਮਾਂ ਫੜ ਕੇ ਚੱਲੇਗਾ ਤੇ ਕਿੱਥੇ ਉਹ ਕਾਠੀ ਉੱਤੇ ਬੈਠੇਗਾ। ਉਹਨਾਂ ਨੂੰ ਉਸਦੀ ਸਾਦਾ ਕਾਲੀ ਕਮੀਜ਼ ਦਾ ਤੇ ਸਵਾਰੀ ਕਰਨ ਵੇਲੇ ਦੀ ਵਿਰਜਸ਼ ਦਾ ਤੇ ਆਪੇ ਬਣਾਏ ਬੂਟਾਂ ਦਾ ਪਤਾ ਸੀ, ਜਿਨ੍ਹਾਂ ਨੂੰ ਉਹ ਹਰ ਰੋਜ਼ ਆਪੇ ਪਾਲਿਸ਼ ਕਰਿਆ ਕਰਦਾ ਸੀ। ਉਹ ਉਸਦੀ ਪੇਟੀ ਜਾਣਦੇ ਸਨ ਤੇ ਦਾੜੀ ਵੀ, ਜਿਹੜੀ ਉਹ ਹਰ ਰੋਜ਼ ਕੁਤਰਦਾ ਸੀ ਪਰ ਮੁਨਵਾਈ ਕਦੇ ਨਹੀਂ ਸੀ। ਉਹ ਉਸਦੇ ਜੱਤ ਵਾਲੇ ਟੋਪ ਨੂੰ ਜਾਣਦੇ ਸਨ, ਜਿਹੜਾ ਉਸਦੇ ਸਿਰ ਉੱਤੇ ਕੱਸ ਕੇ ਟਿਕਿਆ ਹੁੰਦਾ ਸੀ। ਉਸਦੇ ਟੋਪ ਦੀ ਜੱਤ ਨਾ ਤਾਂ ਬਹੁਤੀ ਜ਼ਿਆਦਾ ਸੰਘਣੀ ਘੁੰਗਰਾਲੀ ਹੁੰਦੀ ਸੀ ਤੇ ਨਾ ਹੀ ਦੂਜੇ ਪਾਸੇ ਬੜੀ ਬੁਰਦਾਰ। ਪਿਤਾ ਜੀ ਦਾ ਇੱਕ ਖਾਸ ਬਿੰਬ ਸੀ ਤੇ ਜੋ ਵੀ ਉਹ ਪਾਉਂਦੇ ਤੇ ਜੋ ਵੀ ਉਹ ਕਰਦੇ ਉਸ ਬਿੰਬ ਵਿੱਚ ਸਮਾ ਜਾਂਦਾ ਸੀ। ਹਮਜ਼ਾਤ ਦੇ ਲਿਬਾਸ ਜਾਂ ਬਿਹਾਰ ਵਿੱਚ ਕਿਸੇ ਵੀ ਤਬਦੀਲੀ ਦੀ ਕਲਪਨਾ ਕਰਨਾ ਮੁਸ਼ਕਲ ਸੀ। ਉਹ ਆਪ ਤਬਦੀਲੀ ਪਸੰਦ ਨਹੀਂ ਸਨ ਕਰਦੇ। ਜਦੋਂ ਉਹਨਾਂ ਦੇ ਕੱਪੜੇ ਘਸ ਜਾਂਦੇ ਤੇ ਉਹਨਾਂ ਨੇ ਨਵੇਂ ਕੱਪੜੇ ਲੈਣੇ ਹੁੰਦੇ ਤਾਂ ਉਹ ਹੂਬਹੂ ਪੁਰਾਣੇ ਕੱਪੜਿਆਂ ਵਰਗੇ ਕੱਪੜਿਆਂ ਦੀ ਤਲਾਸ਼ ਕਰਦੇ। ਭਾਵੇਂ ਉਹਨਾਂ ਦੇ ਨਵੇਂ ਕੱਪੜੇ ਬਿਲਕੁਲ ਪੁਰਾਣੇ ਕੱਪੜਿਆਂ ਦੇ ਸਾਈਜ਼ ਤੇ ਢੰਗ ਦੇ ਹੁੰਦੇ, ਪਰ ਉਹਨਾਂ ਨੂੰ ਪਾ ਕੇ ਉਹ ਕੁਝ ਦਿਨਾਂ ਲਈ ਬੜੇ ਔਖੇ ਤੇ ਨਾ ਖੁਸ਼ ਰਹਿੰਦੇ। ਇੱਕ ਵਾਰੀ ਉਹਨਾਂ ਦੀ ਪੇਟੀ ਘਸ ਕੇ ਪਤਲੀ ਹੋ ਗਈ। ਨਵੀਂ ਪੇਟੀ ਖਰੀਦਣ ਉੱਤੇ ਕੁਝ ਵੀ ਖਰਚ ਨਹੀਂ ਸੀ ਆਉਣਾ, ਪਰ ਜਿਸ ਪੇਟੀ ਦੇ ਉਹ ਆਦੀ ਸਨ ਉਹਨਾਂ ਨੇ ਉਸ ਨੂੰ ਬੜੇ ਧਿਆਨ ਨਾਲ ਗੰਢਿਆ ਤੇ ਕੁਝ ਦੇਰ ਹੋਰ ਚਲਾਇਆ। ਇਹ ਗੱਲ ਨਹੀਂ ਕਿ ਉਹ ਸੂਮ ਸਨ ਜਾਂ ਪੈਸੇ ਨਹੀਂ ਸਨ ਖਰਚ ਸਕਦੇ। ਉਹ ਤਾਂ ਬਸ ਉਹਨਾਂ ਚੀਜ਼ਾਂ ਤੋਂ ਵੱਖ ਨਹੀਂ ਸਨ ਹੋਣਾ ਚਾਹੁੰਦੇ ਜਿਨ੍ਹਾਂ ਦੇ ਉਹ ਆਦੀ ਸਨ। ਫਿਰ ਆਖਰ ਪੇਟੀ ਇੱਕ ਵਾਰੀ ਮੁੜ ਕੇ ਟੁੱਟ ਗਈ ਤੇ ਉਹਨਾਂ ਨੂੰ ਨਵੀਂ ਖਰੀਦਣੀ ਪਈ। ਉਹਨਾਂ ਨੇ ਆਪਣੀ ਪੁਰਾਣੀ ਪੇਟੀ ਦਾ ਬੱਕਲ ਨਵੀਂ ਪੇਟੀ ਨਾਲ ਲਾ ਕੇ ਆਪਣੇ ਆਪ ਨੂੰ ਤਸੱਲੀ ਦਿੱਤੀ। ਜਿੱਥੋਂ ਤੱਕ ਉਹਨਾਂ ਦੇ ਜੱਤ ਵਾਲੇ ਟੋਪ ਦਾ ਸਵਾਲ ਸੀ, ਉਹ ਇਸ ਨੂੰ ਇਸ ਤਰੀਕੇ ਨਾਲ ਥਾਪੜਿਆ ਕਰਦੇ ਸਨ ਜਿਸ ਤਰ੍ਹਾਂ ਇਹ ਜਿਉਂਦਾ ਲੇਲਾ ਹੋਵੇ। ਜੇ ਉਹਨਾਂ ਨੂੰ ਆਪਣੀ ਪੁਰਾਣੀ ਪੇਟੀ ਪਿਆਰੀ ਸੀ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਟੋਪ ਉਹਨਾਂ ਨੂੰ ਕਿੰਨਾ ਪਿਆਰਾ ਹੋਵੇਗਾ। 1941 ਦੀਆਂ ਗਰਮੀਆਂ ਵਿੱਚ ਜਦੋਂ ਜੰਗ ਸ਼ੁਰੂ ਹੋਈ ਤਾਂ ਦਾਗਿਸਤਾਨ ਸਰਕਾਰ ਨੇ ਜ਼ੋਰ ਦਿੱਤਾ ਕਿ ਮੇਰੇ ਪਿਤਾ ਜੀ ਪਹਾੜਾਂ ਤੋਂ ਮਖਾਜ ਕਲਾ ਆ ਜਾਣ। ਠੰਡੀਆਂ ਉਚਾਈਆਂ ਤੋਂ ਪਿੱਛੋਂ ਸ਼ਹਿਰ ਵਿੱਚ ਉਹਨਾਂ ਨੂੰ ਬੜਾ ਸਾਹ ਘੁੱਟਦਾ ਲੱਗਾ। ਪਹਾੜਾਂ ਵਿੱਚ ਜਿਹੜੇ ਕੱਪੜੇ ਉਹਨਾਂ ਨੂੰ ਠੀਕ ਲੱਗਦੇ ਸਨ ਉਹ ਸ਼ਹਿਰ ਦੇ ਗਰਮ ਮੌਸਮ ਲਈ ਬੜੇ ਭਾਰੇ ਸਨ, ਖਾਸ ਕਰਕੇ ਉਹਨਾਂ ਦਾ ਜੱਤ ਵਾਲਾ ਟੋਪ। ਹਮਜ਼ਾਤ ਨੇ ਕਈ ਟੋਪੀਆਂ ਤੇ ਟੋਪ ਪਾ ਕੇ ਦੇਖੇ, ਪਰ ਉਹਨਾਂ ਵਿੱਚ ਆਪਣੇ ਸਧਾਰਨ ਆਪੇ ਨਾਲੋਂ ਉਹ ਇੰਨੇ ਵੱਖਰੇ ਲੱਗਦੇ ਸਨ ਕਿ ਉਹਨਾਂ ਨੇ ਉਹ ਪਾਉਣ ਤੋਂ ਇਨਕਾਰ ਕਰ ਦਿੱਤਾ, ਭਾਵੇਂ ਅਸੀਂ ਬੱਚਿਆਂ ਨੇ ਉਹਨਾਂ ਨੂੰ ਕਿੰਨਾ ਮਨਾਉਣ ਦੀ ਕੋਸ਼ਿਸ਼ ਕੀਤੀ। ਆਖਰ ਹਮਜ਼ਾਤ ਮਖਾਜ ਕਲਾ ਦੇ ਬਾਜ਼ਾਰਾਂ ਵਿੱਚ ਟੋਪ ਹੱਥ ਵਿੱਚ ਫੜੀ ਤੁਰਿਆ ਫਿਰਿਆ ਕਰਦਾ ਸੀ। ਕੁਝ ਦੇਰ ਲਈ ਉਹ ਇਸ ਨੂੰ ਸਿਰ ਉੱਤੇ ਰੱਖ ਲੈਂਦਾ ਜਾਂ ਸਿਰ ਤੋਂ ਲਾਹ ਲੈਂਦਾ, ਪਰ ਇੱਕ ਮਿੰਟ ਲਈ ਵੀ ਉਹ ਇਸ ਤੋਂ ਵੱਖ ਨਾ ਹੁੰਦਾ। ਲੋਕ ਜੰਗ ਵਰਗੀਆਂ ਮੁਸੀਬਤਾਂ ਦੇ ਵੀ ਆਦੀ ਹੋ ਜਾਂਦੇ ਹਨ। ਜ਼ਿੰਦਗੀ ਆਦਤਨ ਜੰਗੀ ਤਾਲ ਨੂੰ ਅਪਣਾ ਲੈਂਦੀ ਹੈ। ਪਿਤਾ ਜੀ ਨੇ ਸਮੇਂ-ਸਮੇਂ ਪਹਾੜਾਂ ਦੇ ਗੇੜੇ ਲਾਉਣੇ ਸ਼ੁਰੂ ਕੀਤੇ। ਉੱਥੇ ਸਾਹ ਲੈਣਾ ਕਿੰਨਾ ਸੌਖਾ ਸੀ ਤੇ ਉਹ ਆਪਣਾ ਅਨਿੱਖੜ ਜੱਤ ਵਾਲਾ ਟੋਪ ਪਾ ਕੇ ਕਿੰਨੇ ਖੁਸ਼ ਹੁੰਦੇ ਸਨ। ਇਹਨਾਂ ਦੌਰਿਆਂ ਦੇ ਦੌਰਾਨ ਉਹ ਉਸ ਬੰਦੇ ਵਾਂਗ ਲੱਗਦੇ ਸਨ ਜਿਹੜਾ ਕਿੰਨਾ ਹੀ ਸਮਾਂ ਤੰਬਾਕੂ ਤੋਂ ਬਿਨਾਂ ਰਹਿਣ ਦਾ ਕਸ਼ਟ ਸਹਿੰਦਾ ਰਿਹਾ ਹੋਵੇ, ਜਾਂ ਉਸ ਵਰਗੇ ਜਿਸ ਉੱਤੇ ਸਿਗਰਟ ਪੀਣ ਦੀ ਕਰੜੀ ਪਾਬੰਦੀ ਲੱਗੀ ਹੋਵੇ ਤੇ ਇੱਕਦਮ ਉਸ ਦੇ ਹੱਥ ਕੋਈ ਸਖਤ ਤੇ ਖੁਸ਼ਬੂਦਾਰ ਘਰ ਉਗਾਈ ਚੀਜ਼ ਲੱਗ ਗਈ ਹੋਵੇ, ਜਿਸ ਨੂੰ ਉਹ ਹੌਲੀ-ਹੌਲੀ ਤੇ ਅਹਿਸਾਸ ਨਾਲ ਵੱਟ ਕੇ ਬੱਤੀ ਬਣਾ ਸਕਦਾ ਹੈ ਤੇ ਹੌਲੀ-ਹੌਲੀ ਤੇ ਅਹਿਸਾਸ ਨਾਲ ਬਾਲ ਸਕਦਾ ਹੈ ਤੇ ਹੌਲੀ-ਹੌਲੀ ਤੇ ਅਹਿਸਾਸ ਨਾਲ ਚੰਗਾ ਲੰਮਾ ਕਸ਼ ਭਰ ਸਕਦਾ ਹੈ। ਪਿਤਾ ਜੀ ਨੇ ਕਦੀ ਸਿਗਰਟ ਨਹੀਂ ਸੀ ਪੀਤੀ, ਪਰ ਉਹ ਜ਼ਿੰਦਗੀ ਦੀਆਂ ਦੂਜੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਤੋਂ ਇੰਨਾ ਹੀ ਸਵਾਦ ਲੈਂਦੇ ਸਨ। ਜੇ ਅਸੀਂ ਰਚਨਾਤਮਕਤਾ ਦੀ ਖੁਸ਼ੀ ਜਾਂ ਘਰ ਤੇ ਦੇਸ਼ ਨੂੰ ਪਿਆਰ ਕਰਨ ਵਾਲੀ ਖੁਸ਼ੀ ਵਰਗੀਆਂ ਵੱਡੀਆਂ ਚੀਜ਼ਾਂ ਬਾਰੇ ਕੁਝ ਵੀ ਨਾ ਕਹੀਏ ਤਾਂ
ਪਿਤਾ ਜੀ ਦੀ ਨੋਟਬੁੱਕ ਵਿੱਚੋਂ, ਭਾਵੇਂ ਰਾਜਵ ਮੇਰਾ ਦੋਸਤ ਹੈ, ਪਰ ਉਹ ਮੇਰੇ ਨਾਲ ਦੁਸ਼ਮਣਾਂ ਨਾਲੋਂ ਵੀ ਭੈੜੀ ਤਰ੍ਹਾਂ ਪੇਸ਼ ਆਇਆ ਹੈ। ਉਸ ਦਾ ਹਥਿਆਰ ਉਸ ਤਰ੍ਹਾਂ ਸੀ। ਪਿਤਾ ਜੀ ਦੀ ਨੋਟਬੁੱਕ ਵਿੱਚ ਇੱਕ ਥਾਂ ਲਿਖਿਆ ਹੋਇਆ ਹੈ, ਇਹ ਵੀ ਕਹਾਣੀ ਹੈ। 1934 ਵਿੱਚ ਮੇਰੇ ਪਿਤਾ ਜੀ ਪਹਿਲੀ ਲੇਖਕ ਕਾਂਗਰਸ ਵਿੱਚ ਹਿੱਸਾ ਲੈਣ ਲਈ ਮਾਸਕੋ ਗਏ। ਅਵਾਰ ਲੇਖਕ ਰਾਜਵ ਨੇ, ਜਿਹੜਾ ਉਦੋਂ ਅਜੇ ਜਿਉਂਦਾ ਸੀ, ਪਿਤਾ ਜੀ ਨੂੰ ਨਾਈ ਦੇ ਜਾ ਕੇ ਦਾੜੀ ਤੇ ਵਾਲ ਕਤਰਾਉਣ ਲਈ ਮਨਾ ਲਿਆ। ਇਹ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਰਾਘਵ ਦੀ ਇੱਛਾ ਸੀ ਜਾਂ ਕਿ ਨਾਈ ਨੇ ਗਲਤ ਸਮਝਿਆ ਕਿ ਉਸ ਤੋਂ ਕੀ ਆਸ ਕੀਤੀ ਜਾ ਰਹੀ ਹੈ। ਪਰ ਹਕੀਕਤ ਇਹ ਹੈ ਕਿ ਇਸ ਤੋਂ ਪਹਿਲਾਂ ਕਿ ਪਿਤਾ ਜੀ ਨੂੰ ਸਮਝ ਆਉਂਦੀ ਕਿ ਕੀ ਵਾਪਰ ਗਿਆ ਹੈ, ਉਹਨਾਂ ਦੀ ਧੌਲੀ ਤੇ ਹੁਣ ਤੱਕ ਕਦੀ ਨਾ ਮੁੰਨੀ ਗਈ ਦਾੜੀ ਸਫਾ ਚੱਟ ਹੋ ਚੁੱਕੀ ਸੀ। ਜਦੋਂ ਉਹਨਾਂ ਨੂੰ ਆਪਣੀ ਹਾਲਤ ਦਾ ਪਤਾ ਲੱਗਾ ਤਾਂ ਸਮਾਂ ਹੱਥੋਂ ਲੰਘ ਚੁੱਕਾ ਸੀ। ਸ਼ੀਸ਼ੇ ਵਿੱਚੋਂ ਬਿਲਕੁਲ ਓਪਰਾ ਤੇ ਅਣਜਾਤਾ ਚਿਹਰਾ ਆਪਣੇ ਵੱਲ ਦੇਖਦਾ ਤੱਕ ਕੇ ਉਹਨਾਂ ਦੀ ਚੀਕ ਨਿਕਲ ਗਈ। ਉਹਨਾਂ ਆਪਣਾ ਮੂੰਹ ਆਪਣੇ ਹੱਥਾਂ ਨਾਲ ਢੱਕ ਲਿਆ ਤੇ ਨਾਈ ਦੀ ਦੁਕਾਨ 'ਚੋਂ ਬਾਹਰ ਉੱਠ ਗਏ। ਉਹ ਮਗਰੋਂ ਕਾਂਗਰਸ ਦੀ ਕਿਸੇ ਬੈਠਕ ਵਿੱਚ ਸ਼ਾਮਲ ਨਾ ਹੋਏ ਤੇ ਆਪਣੇ ਦੋਸਤਾਂ ਤੋਂ ਵੀ ਉਹ ਕੰਨੀ ਕਤਰਾਉਂਦੇ ਰਹੇ। ਮੈਂ ਜ਼ਿੰਦਗੀ ਵਿੱਚ ਆਪਣੇ ਚਿਹਰੇ ਨਾਲ ਧੋਖਾ ਕਰਨਾ ਬਰਦਾਸ਼ਤ ਨਹੀਂ ਸਾਂ ਕਰ ਸਕਦਾ, ਉਹਨਾਂ ਨੇ ਮਗਰੋਂ ਕਿਹਾ। ਸੋ ਮੈਂ ਆਪਣੀਆਂ ਕਵਿਤਾਵਾਂ ਵਿੱਚ ਕਿਵੇਂ ਆਪਣੇ ਮੁਹਾਂਦਰੇ ਨੂੰ ਛੱਡ ਸਕਦਾ ਸਾਂ। ਪਿਤਾ ਜੀ ਨੇ ਨਾ ਜੀਵਨ ਵਿੱਚ ਤੇ ਨਾ ਹੀ ਕਵਿਤਾ ਵਿੱਚ ਬਨਾਵਟੀਪੁਣਾ ਬਰਦਾਸ਼ਤ ਕਰ ਸਕਦੇ ਸਨ। ਸਿਰਫ ਇੱਕ ਵਾਰੀ ਉਹਨਾਂ ਨੇ ਬਨਾਵਟੀ ਪੋਜ ਧਾਰਨ ਕੀਤਾ, ਜਿਹੜਾ ਉਹਨਾਂ ਨੂੰ ਨਹੀਂ ਸੀ ਢੁੱਕਦਾ, ਪਰ ਉਹ ਵੀ ਬਹੁਤੀ ਦੇਰ ਨਹੀਂ। ਇੱਕ ਯਾਦ, ਇੱਕ ਵਾਰੀ ਕੁਝ ਪੇਂਡੂ ਪਿਤਾ ਜੀ ਨੂੰ ਮਖਾਜ ਕਲਾ ਮਿਲਣ ਆਏ। ਉਹਨਾਂ ਦੇਖਿਆ ਕਿ ਉਹਨਾਂ ਨਾਲ ਗੱਲਾਂ ਕਰਦਿਆਂ ਉਹਨਾਂ ਨੇ ਗੈਰ ਕੁਦਰਤੀ ਤੇ ਓਪਰਾ ਜਿਹਾ ਪੋਜ ਬਣਾ ਲਿਆ ਤੇ ਆਪਣੀ ਠੋਡੀ ਨੂੰ ਪੂਰੀਆਂ 3 ਉਂਗਲਾਂ ਉੱਤੇ ਟਿਕਾ ਲਿਆ। ਪਹਿਲਾਂ ਅਸੀਂ ਕਦੇ ਨਹੀਂ ਦੇਖਿਆ ਕਿ ਤੈਨੂੰ 3 ਉਂਗਲਾਂ ਉੱਤੇ ਆਪਣੀ ਠੋਡੀ ਟਿਕਾਉਣ ਦੀ ਆਦਤ ਹੈ, ਇੱਕ ਪਰਬਤਵਾਸੀ ਨੇ ਕਿਹਾ। ਕਦੋਂ ਤੋਂ ਤੂੰ ਐਸਾ ਕਰਦਾ ਰਿਹਾ ਤੇ ਕਿਉਂ? ਇਹ ਆਦਤ ਤੈਨੂੰ ਬਿਲਕੁਲ ਨਹੀਂ ਟੁੱਕਦੀ। ਇਹ ਤੇਰੀ ਆਦਤ ਨਹੀਂ ਹਮਜ਼ਾਤ। ਹਾਂ, ਮੈਨੂੰ ਇਹ ਖਤਮ ਕਰਨੀ ਚਾਹੀਦੀ ਹੈ, ਹਮਜ਼ਾਤ ਬੋਲਿਆ। ਇਹ ਸਾਰਾ ਚਿੱਤਰਕਾਰ ਮਿਊਤਦੀਨ ਜਮਾਲ ਦਾ ਕਮਾਲ ਹੈ। ਉਹ ਪੂਰੇ 3 ਮਹੀਨੇ ਮੇਰੀ ਪੋਰਟਰੇਟ ਬਣਾਉਣ ਵਾਸਤੇ ਮੈਨੂੰ ਬਿਠਾਉਂਦਾ ਰਿਹਾ। 3 ਮਹੀਨੇ ਮੈਂ 3 ਉਂਗਲਾਂ ਉੱਤੇ ਆਪਣੀ ਠੋਡੀ ਟਿਕਾਈ ਬੇਹਰਕਤ ਉਹ ਸਾਹਮਣੇ ਬੈਠਦਾ ਰਿਹਾ। ਚਿੱਤਰਕਾਰ ਚਾਹੁੰਦਾ ਹੀ ਇੰਝ ਸੀ ਤੇ ਮੈਨੂੰ ਮੰਨਣਾ ਪਿਆ। ਇਹ ਮੁਸ਼ਕਲ ਨਹੀਂ ਸੀ, ਬੈਠਣਾ ਮੁਸ਼ਕਲ ਨਹੀਂ ਸੀ, ਪਰ ਇਹ ਪੋਜ਼ ਬਣਾਈ ਰੱਖਣਾ ਮੁਸ਼ਕਲ ਸੀ। ਕਦੀ ਕਦੀ ਮੈਨੂੰ ਲੱਗਦਾ ਕਿ ਮੇਰੀ ਠੋਡੀ ਹੇਠਲੀਆਂ 3 ਉਂਗਲਾਂ ਮੇਰੀਆਂ ਨਹੀਂ। ਕਿਸੇ ਹੋਰ ਸਮੇਂ ਮੈਨੂੰ ਲੱਗਦਾ ਕਿ ਮੇਰੀਆਂ 3 ਉਂਗਲਾਂ ਕਿਸੇ ਦੂਸਰੇ ਦੀ ਠੋਡੀ ਫੜੀ ਬੈਠੀਆਂ ਨੇ। ਮੈਂ 3 ਮਹੀਨੇ ਹਰ ਰੋਜ਼ ਉੱਥੇ ਬੈਠਦਾ ਰਿਹਾ ਤੇ ਹੌਲੀ ਹੌਲੀ ਇਸ ਦਾ ਆਦੀ ਹੋ ਗਿਆ। ਬੈਠਕਾਂ ਖਤਮ ਹੋ ਗਈਆਂ, ਤਸਵੀਰ ਬਣ ਚੁੱਕੀ ਹੈ ਤੇ ਕੰਧ ਨਾਲ ਲਟਕੀ ਪਈ ਹੈ, ਪਰ ਮੈਂ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਅਜੇ ਵੀ ਆਪਣੀਆਂ 3 ਉਂਗਲਾਂ ਉੱਤੇ ਆਪਣੀ ਠੋਡੀ ਟਿਕਾਈ ਬੈਠਾ ਹਾਂ। ਤੁਹਾਨੂੰ ਪਤਾ ਹੈ ਕਿ ਬਿਮਾਰ ਦਿਲ ਵਾਲਾ ਬੰਦਾ ਕਿਵੇਂ ਆਪਣਾ ਹੱਥ ਛਾਤੀ ਦੇ ਖੱਬੇ ਪਾਸੇ ਰੱਖ ਛੱਡਦਾ ਹੈ, ਉਦੋਂ ਵੀ ਜਦੋਂ ਕਿ ਉਸ ਦਾ ਦਿਲ ਦਰਦ ਨਹੀਂ ਕਰ ਰਿਹਾ ਹੁੰਦਾ। ਫਿਕਰ ਨਾ ਕਰੋ, ਮੈਂ ਇਸ ਆਦਤ ਤੋਂ ਛੁਟਕਾਰਾ ਪਾ ਲਵਾਂਗਾ। ਪਿਤਾ ਜੀ ਦੀ ਨੋਟਬੁੱਕ ਵਿੱਚੋਂ ਇੱਕ ਥਾਂ ਇਹ ਵੀ ਲਿਖਿਆ ਹੋਇਆ ਹੈ ਕਿ ਉਹਨਾਂ ਨੇ ਨਵੇਂ ਦੰਦ ਕਿਵੇਂ ਲਗਵਾਏ। ਜਦੋਂ ਸਮਾਂ ਆਇਆ ਤਾਂ ਦੰਦਾਨ ਸਾਜ਼ ਨੇ ਹਮਜ਼ਾਤ ਨੂੰ ਪੁੱਛਿਆ ਕਿ ਤੂੰ ਕਿਸ ਤਰ੍ਹਾਂ ਦੇ ਦੰਦ ਪਸੰਦ ਕਰੇਂਗਾ, ਸੋਨੇ ਚਾਂਦੀ ਜਾਂ ਸਟੀਲ ਦੇ? ਹਮਜ਼ਾਤ ਨੂੰ ਸਮਝ ਨਾ ਆਏ ਕਿ ਕੀ ਜਵਾਬ ਦੇਵੇ ਤੇ ਉਸਨੇ ਮਦਦ ਤੇ ਸਲਾਹ ਲਈ ਦੋਸਤਾਂ ਵੱਲ ਤੱਕਿਆ, ਜਿਹੜੇ ਉਸ ਵੇਲੇ ਉਸਦੇ ਕੋਲ ਸਨ। ਸੋਨੇ ਦੇ ਦੰਦ ਲਵਾ ਲੈ, ਇੱਕ ਬੋਲਿਆ। ਸੋਨਾ ਬੜੀ ਉੱਤਮ ਧਾਤ ਹੈ। ਸਟੀਲ ਦੇ ਲਵਾ ਲੈ, ਇੱਕ ਹੋਰ ਬੋਲਿਆ। ਸਟੀਲ ਮਜ਼ਬੂਤ ਹੁੰਦਾ ਹੈ ਤੇ ਕਦੀ ਵੀ ਖਰਾਬ ਨਹੀਂ ਹੁੰਦਾ। ਮੈਂ ਸੋਨੇ ਜਾਂ ਸਟੀਲ ਦੇ ਦੰਦ ਲਵਾ ਕੇ ਵਾਪਸ ਪਿੰਡ ਜਾਂਦਾ ਕੈਸਾ ਲੱਗਾਂਗਾ? ਪਿਤਾ ਜੀ ਨੇ ਇਤਰਾਜ਼ ਕੀਤਾ। ਲੋਕੀ ਮੇਰੇ ਵੱਲ ਬਿਟਰ ਬਿਟਰ ਦੇਖਣਗੇ, ਜਿਵੇਂ ਕਿ ਮੈਂ ਮੂੰਹ ਵਿੱਚ ਦੰਦ ਨਹੀਂ ਹੈੱਡਲਾਈਟਾਂ ਲਵਾ ਕੇ ਆਇਆ ਹੋਵਾਂ। ਉਹ ਮੈਨੂੰ ਦੇਖਣਗੇ ਹੀ ਨਹੀਂ, ਉਹ ਸਿਰਫ ਜਿਹੜੀ ਚੀਜ਼ ਦੇਖਣਗੇ ਉਹ ਨੇ ਮੇਰੇ ਦੰਦ। ਮੇਰੇ ਦੰਦ ਮੇਰੇ ਚਿਹਰੇ ਦੀ ਆਬਾ ਨੂੰ ਮਾਤ ਪਾਉਣਗੇ। ਕੀ ਤੂੰ ਹੱਡੀ ਦੇ ਬਣੇ ਦੰਦ ਨਹੀਂ ਲਾ ਸਕਦਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਨਵੇਂ ਨਾ ਦਖਲ ਦੇਣ ਵਾਲੇ ਦੰਦ ਲਵਾ ਕੇ ਆਇਆ ਹਾਂ? ਇਸ ਤਰ੍ਹਾਂ ਦੇ ਦੰਦ ਮੈਂ ਚਾਹੁੰਦਾ ਹਾਂ।
ਦੰਦਾਨ ਸਾਂਸ ਨੇ ਕਿਹਾ ਮੰਨ ਲਿਆ ਤੇ ਹਮਜ਼ਾਦ ਨੂੰ ਉਸੇ ਤਰ੍ਹਾਂ ਦੇ ਦੰਦ ਲਾ ਦਿੱਤੇ ਜਿਸ ਤਰ੍ਹਾਂ ਦੇ ਉਸ ਦੇ ਪਹਿਲਾਂ ਸਨ। ਮਗਰੋਂ ਜਦੋਂ ਕਦੀ ਉਹਨਾਂ ਨੂੰ ਕਿਸੇ ਕਵੀ ਦੀ ਰਚਨਾ ਵਿੱਚ ਐਸੀਆਂ ਤੁਕਾਂ ਦਿਸਦੀਆਂ ਜਿਹੜੀਆਂ ਅਜੀਬ ਸਗੋਂ ਹੁਧਾਰੀਆਂ ਲਈਆਂ ਗਈਆਂ ਲੱਗਦੀਆਂ ਹੋਣ ਤਾਂ ਉਹ ਕਹਿੰਦੇ, ਮੈਂ ਦੇਖ ਸਕਦਾ ਹਾਂ ਕਿ ਉਸ ਦੀ ਕਵਿਤਾ ਵਿੱਚ ਨਕਲੀ ਦੰਦ ਚਮਕ ਰਹੇ ਨੇ। ਬੇਸ਼ੱਕ ਤੁਸੀਂ ਸੁਨਹਿਰੀ ਦੰਦਾਂ ਨਾਲ ਵੀ ਸੇਬ ਨੂੰ ਚੱਕ ਮਾਰ ਸਕਦੇ ਹੋ, ਪਰ ਮੇਰਾ ਅੰਦਾਜ਼ਾ ਇਹ ਹੈ ਕਿ ਇਹ ਚੱਕ ਇੰਨਾ ਰਸਦਾਰ ਜਾਂ ਸਵਾਦੀ ਨਹੀਂ ਹੋਵੇਗਾ ਜਿੰਨਾ ਉਦੋਂ ਜਦੋਂ ਤੁਸੀਂ ਆਪਣੇ ਦੰਦ ਸੇਬ ਵਿੱਚ ਖਬੋ ਦਿੰਦੇ ਹੋ। ਇੱਕ ਯਾਦ 1947 ਵਿੱਚ ਹਮਜ਼ਾਦ ਤਸਾਦਾਸਾ ਦੇ 70ਵੇਂ ਜਨਮ ਦਿਨ ਦੇ ਸਨਮਾਨ ਵਿੱਚ ਮਖਾਜ ਕਲਾ ਥੀਏਟਰ ਵਿੱਚ ਇੱਕ ਸ਼ਾਨਦਾਰ ਸਮਾਰੋਹ ਹੋਇਆ। ਕਈ ਤਕਰੀਰਾਂ ਹੋਈਆਂ, ਕਈ ਵਧਾਈ ਸੰਦੇਸ਼ ਆਏ, ਕਈ ਕਵਿਤਾਵਾਂ ਪੜ੍ਹੀਆਂ ਗਈਆਂ ਤੇ ਕਈ ਸੁਗਾਤਾਂ ਭੇਟ ਕੀਤੀਆਂ ਗਈਆਂ। ਆਖਰ ਸਨਮਾਨਿਤ ਪ੍ਰਾਹੁਣੇ ਦੇ ਬੋਲਣ ਦੀ ਵਾਰੀ ਆਈ। ਪਿਤਾ ਜੀ ਬੋਲਣ ਲਈ ਉੱਠੇ। ਆਪਣੀ ਛਾਤੀ ਉੱਪਰਲੀ ਜੇਬ ਵਿੱਚੋਂ ਉਹਨਾਂ ਨੇ ਸ਼ਾਂਤੀ ਨਾਲ ਇੱਕ ਕਾਗਜ਼ ਕੱਢਿਆ ਜਿਸ ਉੱਤੇ ਕਵਿਤਾ ਸੀ ਜਿਹੜੀ ਉਹਨਾਂ ਨੇ ਇਸ ਮੌਕੇ ਲਈ ਲਿਖੀ ਸੀ। ਫਿਰ ਉਹਨਾਂ ਨੇ ਆਪਣੀਆਂ ਐਨਕਾਂ ਵਾਸਤੇ ਉਸੇ ਤਰ੍ਹਾਂ ਸ਼ਾਂਤੀ ਨਾਲ ਦੂਜੀ ਜੇਬ ਵਿੱਚ ਹੱਥ ਪਾਇਆ, ਪਰ ਇੱਥੇ ਆ ਕੇ ਉਹਨਾਂ ਦਾ ਆਮ ਸ਼ਾਂਤ ਸੁਭਾਅ ਜਵਾਬ ਦੇ ਗਿਆ। ਉਹਨਾਂ ਨੇ ਇੱਕ ਜੇਬ ਫੋਲੀ, ਦੂਜੀ ਫੋਲੀ, ਪਰ ਅਸਫਲ। ਇਹ ਸਾਰਿਆਂ ਨੂੰ ਸਪਸ਼ਟ ਸੀ ਕਿ ਪਿਤਾ ਜੀ ਆਪਣੀਆਂ ਐਨਕਾਂ ਘਰ ਛੱਡ ਆਏ ਸਨ। ਇੱਕਦਮ ਉਹ ਲੈਣ ਲਈ ਕਿਸੇ ਨੂੰ ਭੇਜਿਆ ਗਿਆ, ਪਰ ਪਿਤਾ ਜੀ ਸਟੇਜ ਉੱਤੇ ਐਵੇਂ ਖੜ੍ਹੇ ਸਨ ਬਿਨਾਂ ਕੁਝ ਕਰਨ ਦੇ। ਇਹ ਦੇਖਦਿਆਂ ਉਹਨਾਂ ਦੇ ਮਿੱਤਰ ਅਬੂ ਤਾਲਬ ਨੇ ਉਹਨਾਂ ਨੂੰ ਆਪਣੀਆਂ ਐਨਕਾਂ ਫੜਾ ਦਿੱਤੀਆਂ। ਉਸ ਨੂੰ ਯਕੀਨ ਸੀ ਇਹ ਉਹਨਾਂ ਨੂੰ ਠੀਕ ਬੈਠਣਗੀਆਂ। ਪਿਤਾ ਜੀ ਨੇ ਉਹ ਐਨਕਾਂ ਲਾ ਲਈਆਂ ਤੇ ਸੱਚਮੁੱਚ ਕਵਿਤਾ ਪੜ੍ਹਨੀ ਸ਼ੁਰੂ ਕਰ ਦਿੱਤੀ। ਠੀਕ ਹੈ ਕਿ ਕਵਿਤਾ ਉਹਨਾਂ ਦੀ ਸੀ, ਪਰ ਉਹਨਾਂ ਦੀ ਆਵਾਜ਼ ਵਿੱਚ ਤੇ ਸਾਰੇ ਅੰਦਾਜ਼ ਵਿੱਚ ਕੁਝ ਐਸਾ ਅਜੀਬ ਜਿਹਾ, ਕੁਝ ਐਸੀ ਝਿਜਕ ਜਿਹੀ ਸੀ ਕਿ ਤੁਸੀਂ ਖਿਆਲ ਕਰਦੇ ਹੋ ਕਿ ਉਹ ਐਸੀਆਂ ਕਵਿਤਾਵਾਂ ਪੜ੍ਹ ਰਹੇ ਸਨ ਜਿਹੜੀਆਂ ਉਹਨਾਂ ਪਹਿਲਾਂ ਕਦੀ ਨਹੀਂ ਦੇਖੀਆਂ। ਜਦੋਂ ਉਹਨਾਂ ਨੇ ਅਜੇ ਦੂਜੀ ਕਵਿਤਾ ਸ਼ੁਰੂ ਹੀ ਕੀਤੀ ਸੀ ਤਾਂ ਜਿਸ ਮੁੰਡੇ ਨੂੰ ਉਹਨਾਂ ਦੀ ਐਨਕ ਲੈਣ ਭੇਜਿਆ ਗਿਆ ਸੀ ਉਹ ਨੱਠਾ ਹਾਲ ਵਿੱਚ ਆ ਗਿਆ। ਪਿਤਾ ਜੀ ਨੇ ਮਾਂਗਵੀਆਂ ਐਨਕਾਂ ਲਾ ਦਿੱਤੀਆਂ ਤੇ ਆਪਣੀਆਂ ਐਨਕਾਂ ਲਾ ਲਈਆਂ ਤੇ ਇੱਕਦਮ ਉਹਨਾਂ ਦਾ ਅੰਦਾਜ਼ ਬਦਲ ਗਿਆ ਤੇ ਉਹਨਾਂ ਦੀ ਆਵਾਜ਼ ਵਿੱਚ ਨਵਾਂ ਵਿਸ਼ਵਾਸ ਭਰ ਗਿਆ। ਸਰੋਤਿਆਂ ਨੇ ਇੱਕਦਮ ਭਰਪੂਰ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤਰ੍ਹਾਂ ਕਿ ਅਸਲੀ ਹਮਜ਼ਾਦ ਤਸਾਦਾਸਾ ਅਜੇ ਉਸੇ ਵੇਲੇ ਸਟੇਜ ਉੱਤੇ ਆਇਆ ਸੀ ਜਿਸ ਸਟੇਜ ਉੱਤੇ ਕਿ ਪਹਿਲਾਂ ਉਹਨਾਂ ਦਾ ਪ੍ਰਤੀਰੂਪ ਖੜਾ ਰਿਹਾ ਹੈ ਸੀ। ਉਹਨਾਂ ਐਨਕਾਂ ਨੇ ਤਾਂ ਮੇਰੀ ਵਰ੍ਹੇਗੰਢ ਦਾ ਨਾਸ਼ ਹੀ ਮਾਰ ਦਿੱਤਾ ਸੀ, ਹਮਜ਼ਾਦ ਨੇ ਮੁਸਕਰਾਉਂਦਿਆਂ ਹੋਇਆ ਕਿਹਾ। ਮੇਰੀਆਂ ਐਨਕਾਂ ਚੰਗੀਆਂ ਨਹੀਂ ਸਨ? ਅਬੂ ਤਾਲਬ ਨੇ ਉੱਚੀ ਜਿਹਾ ਪੁੱਛਿਆ। ਉਹ ਬੜੀਆਂ ਚੰਗੀਆਂ ਐਨਕਾਂ ਨੇ, ਪਰ ਉਹ ਤੇਰੀਆਂ ਨੇ। ਹਰ ਬੰਦੇ ਦੀਆਂ ਆਪਣੀਆਂ ਅੱਖਾਂ ਹੁੰਦੀਆਂ ਨੇ ਤੇ ਉਸਨੂੰ ਆਪਣੀਆਂ ਹੀ ਐਨਕਾਂ ਦੀ ਲੋੜ ਹੁੰਦੀ ਹੈ। ਪਿਤਾ ਜੀ ਨੂੰ ਨਾ ਅੱਖ ਚੰਦਿਆਉਂਦੀ ਰੌਸ਼ਨੀ ਵਿੱਚ ਤੇ ਨਾ ਹੀ ਗੂੜੇ ਹਨੇਰੇ ਵਿੱਚ ਚੀਜ਼ਾਂ ਦੇਖਣਾ ਪਸੰਦ ਸੀ। ਉਹਨਾਂ ਨੂੰ ਨਾ ਬਹੁਤ ਮੋਟੀਆਂ ਚੀਜ਼ਾਂ ਪਸੰਦ ਸਨ, ਨਾ ਬਹੁਤ ਪਤਲੀਆਂ, ਨਾ ਬਹੁਤ ਠੰਡੀਆਂ, ਨਾ ਬਹੁਤ ਗਰਮ, ਨਾ ਬਹੁਤ ਮਹਿੰਗੀਆਂ ਤੇ ਨਾ ਬਹੁਤ ਸਸਤੀਆਂ, ਨਾ ਬਹੁਤ ਪੁਰਾਣੇ ਫੈਸ਼ਨ ਵਾਲੀਆਂ ਤੇ ਨਾ ਬਹੁਤੀਆਂ ਫੈਸ਼ਨੇਬਲ। ਉਹਨਾਂ ਨੂੰ ਭੇੜੀਏ ਵਾਲੀ ਖੁੰਖਾਰੀ ਤੇ ਲੇਲੇ ਵਾਲਾ ਡਰੂਪੁਣਾ ਨਾ ਪਸੰਦ ਸੀ। ਉਹ ਕਿਹਾ ਕਰਦੇ ਸਨ, ਇੰਨੇ ਵੀ ਸੁੱਕੇ ਨਾ ਹੋਵੋ ਕਿ ਤਿੜ ਕਰਕੇ ਟੁੱਟ ਜਾਵੋ, ਪਰ ਇੰਨੇ ਵੀ ਸਿੱਲੇ ਨਾ ਹੋਵੋ ਕਿ ਤੁਹਾਨੂੰ ਕੰਬਲ ਵਾਂਗ ਨਿਚੋੜਿਆ ਜਾਏ। ਪਿਤਾ ਜੀ ਐਸੇ ਬੰਦੇ ਵਾਂਗ ਨਹੀਂ ਸਨ ਜਿਹੜਾ ਬਾਰਿਸ਼ ਦੇ ਇੱਕ ਤੁਪਕੇ ਵਿੱਚ ਤਰੋ-ਤਰ ਹੋ ਜਾਂਦਾ ਹੈ ਜਾਂ ਹਲਕੀ ਜਿਹੀ ਹਵਾ ਨਾਲ ਝੋ ਜਾਂਦਾ ਹੈ। ਉਹ ਸਾਦਾ ਜਿਹੇ ਕਾਮੇ ਸਨ ਜਿਨ੍ਹਾਂ ਵਿੱਚ ਜ਼ਿੰਦਗੀ ਦੀਆਂ ਸਾਰੀਆਂ ਆਦਤਾਂ ਤੇ ਸਿਫਤਾਂ ਨੇ ਆਪਣਾ ਆਲੀਸ਼ਾਨ ਘਰ ਬਣਾਇਆ ਹੋਇਆ ਸੀ। ਇੱਕ ਯਾਦ ਇੱਕ ਦਿਨ ਮੈਨੂੰ ਤੇ ਪਿਤਾ ਜੀ ਨੂੰ ਇੱਕ ਬਿਮਾਰ ਰਿਸ਼ਤੇਦਾਰ ਦੀ ਖਬਰ ਲੈਣ ਲਈ ਮਖਾਜ ਕਲਾ ਤੋਂ ਆਪਣੇ ਪਿੰਡ ਜਾਣਾ ਪੈ ਗਿਆ। ਸਾਡੇ ਪਹਾੜਾਂ ਦੇ ਆਉਂਦੇ ਦੌਰੇ ਦੀ ਖਬਰ ਅਬੂਦਰ ਰਹਿਮਾਨ ਦਾਨੀਆਲੋਬ ਦੇ ਕੰਨੀ ਵੀ ਜਾ ਪਈ, ਜਿਹੜਾ ਉਦੋਂ ਦਾਗਿਸਤਾਨ ਸਰਕਾਰ ਦਾ ਮੁਖੀ ਸੀ। ਉਸਨੇ ਸਾਨੂੰ ਆਪਣੀ ਕਾਲੀ ਸਰਕਾਰੀ ਕਾਰ ਦੇ ਦਿੱਤੀ। ਮੇਰਾ ਖਿਆਲ ਹੈ ਕਿ ਇਹ ਜਿਮ ਮਾਡਲ ਸੀ। ਜਦੋਂ ਅਸੀਂ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਲੰਘ ਰਹੇ ਸਾਂ ਤਾਂ ਪਿਤਾ ਜੀ ਬੜਾ ਚੰਗਾ ਮਹਿਸੂਸ ਕਰ ਰਹੇ ਸਨ, ਪਰ ਜਿਉਂ ਹੀ ਅਸੀਂ ਖੋਤਿਆਂ, ਖੱਚਰਾਂ, ਘੋੜਿਆਂ ਉੱਤੇ
ਜਾਂ ਆਪਣੀਆਂ ਹੀ ਦੋ ਲੱਤਾਂ ਉੱਤੇ ਪੇਂਡੂ ਸੜਕ ਉੱਤੇ ਜਾ ਰਹੇ ਪਹਾੜੀਆਂ ਨੂੰ ਪਿੱਛੇ ਛੱਡਣਾ ਸ਼ੁਰੂ ਕੀਤਾ ਤਾਂ ਪਿਤਾ ਜੀ ਆਪਣੀ ਆਰਾਮ ਦੇ ਸਜੀ ਹੋਈ ਸੀਟ ਨੂੰ ਬੇਮਜ਼ਾ ਜਿਹਾ ਹੋ ਕੇ ਦੇਖਣ ਲੱਗੇ। ਆਪਣੀ ਥਾਂ ਮੈਂ ਨੌਜਵਾਨਾਂ ਵਾਲੀ ਅਹਿਸਾਸ ਦੀ ਅਣਹੋਂਦ ਨਾਲ ਆਪਣਾ ਸਿਰ ਬਾਰੀ ਵਿੱਚੋਂ ਬਾਹਰ ਕੱਢਦਾ ਤਾਂ ਕਿ ਸਾਰੇ ਦੇਖ ਲੈਣ ਕਿ ਮੈਂ ਕਿਸ ਤਰ੍ਹਾਂ ਦੀ ਕਾਰ ਵਿੱਚ ਜਾ ਰਿਹਾ ਹਾਂ। ਪਰ ਪਿਤਾ ਜੀ ਜਿੰਨਾ ਪਿੱਛੇ ਨੂੰ ਹੋ ਸਕਦੇ ਸਨ ਹੋ ਗਏ ਤਾਂ ਕਿ ਕੋਈ ਉਹਨਾਂ ਨੂੰ ਦੇਖ ਨਾ ਸਕੇ। ਬਾਰਿਸ਼ ਸ਼ੁਰੂ ਹੋ ਗਈ। ਜਦੋਂ ਅਸੀਂ ਗੋਤ ਸਤਲ ਦਰਿਆ ਤੱਕ ਪੁੱਜੇ ਤਾਂ ਅਸੀਂ ਦੇਖਿਆ ਇੱਕ ਬੁੱਢਾ ਆਪਣੇ ਗੱਡੇ ਸਮੇਤ ਦਰਿਆ ਦੇ ਅੱਧ ਵਿਚਕਾਰ ਫਸਿਆ ਹੋਇਆ ਹੈ। ਪਿਤਾ ਜੀ ਨੇ ਡਰਾਈਵਰ ਨੂੰ ਇੱਕਦਮ ਰੋਕਣ ਲਈ ਕਿਹਾ। ਦਰਿਆ ਵਿੱਚ ਗਏ ਤੇ ਬੁੱਢੇ ਦੀ ਸਹਾਇਤਾ ਕਰਨ ਲੱਗੇ। ਦੋਵੇਂ ਮਿਲ ਕੇ ਉਹ ਬਲਦਾਂ ਨੂੰ ਹੁੱਜਾ ਮਾਰਨ ਲੱਗੇ ਤੇ ਆਪਣੇ ਮੋਢੇ ਪਹੀਆਂ ਹੇਠ ਦੇਂਦਿਆਂ ਜਲਦੀ ਹੀ ਉਹ ਗੱਡੇ ਨੂੰ ਮੁੜ ਕੇ ਸੜਕ ਉੱਤੇ ਲੈ ਆਏ। ਅਸੀਂ ਆਪਣਾ ਸਫ਼ਰ ਜਾਰੀ ਰੱਖਿਆ, ਪਰ ਅਜੇ ਕੁਝ ਹੀ ਕਿਲੋਮੀਟਰ ਦੂਰ ਗਏ ਹੋਵਾਂਗੇ ਕਿ ਅਸੀਂ ਇੱਕ ਹੋਰ ਨਦੀ ਵਿੱਚੋਂ ਲੰਘਣ ਲੱਗੇ। ਪਿਤਾ ਜੀ ਨੇ ਕਾਰ ਰੋਕ ਲਈ ਤਾਂ ਕਿ ਗੱਡੇ ਵਾਲਾ ਬੁੱਢਾ ਨਾਲ ਆ ਰਲੇ। ਉਹ ਜ਼ਰੂਰ ਇੱਥੇ ਵੀ ਫਸ ਜਾਏਗਾ। ਮੈਨੂੰ ਪਤਾ ਹੈ ਬਲਦਾਂ ਨੂੰ ਕਿਵੇਂ ਇਸ ਨਦੀ ਤੋਂ ਪਾਰ ਖੜੀਦਾ ਹੈ। ਮੈਂ ਉਸ ਦੀ ਉਡੀਕ ਕਰਾਂਗਾ ਤੇ ਪਾਰ ਜਾਣ ਵਿੱਚ ਸਹਾਇਤਾ ਕਰਾਂਗਾ। ਸੋ ਅਸੀਂ ਉਡੀਕਣ ਲੱਗੇ ਜਦੋਂ ਤੱਕ ਕਿ ਗੱਡਾ ਆਪਣੀ ਢੀਚਕ ਚਾਲ ਇਸ ਦੂਜੀ ਅੜਚਣ ਤੱਕ ਨਾ ਪੁੱਜ ਗਿਆ, ਜਦ ਕਿ ਪਿਤਾ ਜੀ ਬਲਦਾਂ ਨੂੰ ਨਦੀ ਤੋਂ ਪਾਰ ਲੈ ਗਏ। ਕਈ ਵਾਰੀ ਮੈਂ ਇਹੋ ਜਿਹੀ ਹਾਲਤ ਵਿੱਚ ਫਸ ਜਾਂਦਾ ਹਾਂ ਜਦੋਂ ਮੈਂ ਬੁਇਨਾਕਸਕ ਤੋਂ ਹਰ ਤਰ੍ਹਾਂ ਦਾ ਮਾਲ ਗੱਡੇ ਉੱਤੇ ਲੱਦ ਕੇ ਪਹਾੜੀ ਖੜਿਆ ਕਰਦਾ ਸਾਂ। ਪਿਤਾ ਜੀ ਕਾਰ ਵਿੱਚ ਵਾਪਸ ਆ ਕੇ ਤੇ ਆਪਣੇ ਹੱਥ ਆਪਣੇ ਕੱਪੜਿਆਂ ਦੇ ਪੱਲਿਆਂ ਨਾਲ ਪੂੰਝਦੇ ਹੋਏ ਦੱਸਣ ਲੱਗੇ। ਉਹਨਾਂ ਨੇ ਉਦਾਸ ਜਿਹੀ ਮੁਸਕਰਾਹਟ ਨਾਲ ਗੱਡੇ ਵੱਲ ਦੇਖਿਆ, ਜਿਸ ਤਰ੍ਹਾਂ ਉਹਨਾਂ ਦਾ ਬੀਤਿਆ ਸਾਰਾ ਜੀਵਨ ਉਸ ਵਿੱਚ ਚੜ੍ਹ ਕੇ ਉਹਨਾਂ ਤੋਂ ਦੂਰ ਜਾ ਰਿਹਾ ਹੋਵੇ। ਖੂਨਜ਼ਾਕ ਪਠਾਰ ਦੀ ਚੜ੍ਹਾਈ ਜਦੋਂ ਆਈ ਤਾਂ ਇੱਕ ਲਾਰੀ ਸਾਡੀ ਕਾਰ ਵਿੱਚ ਆ ਵੱਜੀ ਤੇ ਇੱਕ ਪਹੀਆ ਖਰਾਬ ਕਰ ਦਿੱਤਾ। ਪਿਤਾ ਜੀ ਨੂੰ ਇਸ ਦੁਰਘਟਨਾ ਉੱਤੇ ਖੁਸ਼ੀ ਹੋਈ ਲੱਗਦੀ ਸੀ। ਇਸ ਨਾਲ ਉਹਨਾਂ ਨੂੰ ਬਹਾਨਾ ਮਿਲ ਗਿਆ ਕਿ ਉਹ ਪੈਦਲ ਪਿੰਡ ਜਾ ਸਕਣ। ਅਸੀਂ ਉਹਨਾਂ ਨੂੰ ਬਥੇਰਾ ਕਿਹਾ ਕਿ ਸਾਡੇ ਵਾਧੂ ਪਹੀਆ ਚੜਾਉਣ ਵੇਲੇ ਤੱਕ ਉਡੀਕ ਲਵੋ, ਪਰ ਉਹਨਾਂ ਨੇ ਇੱਕ ਨਾ ਸੁਣੀ। ਇਸ ਤਰ੍ਹਾਂ ਦੀ ਕਾਰ ਉੱਤੇ ਚੜ੍ਹ ਕੇ ਤਾਂ ਕਿਸੇ ਸ਼ਾਦੀ ਉੱਤੇ ਜਾਂਦਿਆਂ ਵੀ ਮੈਨੂੰ ਸ਼ਰਮ ਆਏਗੀ, ਪਰ ਕਿਸੇ ਬਿਮਾਰ ਦੋਸਤ ਨੂੰ ਦੇਖਣ ਜਾਣ ਵੇਲੇ ਤਾਂ ਇਹ ਸਾਰੀ ਸੱਜ-ਧਜ ਬਿਲਕੁਲ ਗੈਰ ਜ਼ਰੂਰੀ ਹੈ। ਅਸਲ ਵਿੱਚ ਮੈਨੂੰ ਸਗੋਂ ਖੁਸ਼ੀ ਹੈ ਕਿ ਕਾਰ ਖਰਾਬ ਹੋ ਗਈ ਤੇ ਮੈਂ ਤੁਰ ਕੇ ਜਾ ਸਕਦਾ ਹਾਂ। ਉਹ ਉਸੇ ਰਾਹ ਪੈ ਗਏ ਜਿਸ ਰਾਹ ਉੱਤੇ ਉਹ ਬਚਪਨ ਤੋਂ ਚੱਲਦੇ ਰਹੇ ਸਨ। ਪਰਬਤ ਵਾਸੀਆਂ ਦੀਆਂ ਅਨੇਕ ਪੁਸ਼ਤਾਂ ਨੇ ਉਹੀ ਰਾਹ ਸਾਡੇ ਪਿੰਡ ਤੱਕ ਪੁੱਜਣ ਲਈ ਵਰਤਿਆ ਸੀ। ਅਸੀਂ ਪਹੀਆ ਚੜ੍ਹਾਇਆ ਤੇ ਸੜਕੋਂ ਸੜਕ ਚੱਲ ਪਏ ਤੇ ਪਿੰਡ ਬਿਲਕੁਲ ਉਸੇ ਵੇਲੇ ਪੁੱਜੇ ਜਦੋਂ ਉਹ ਉੱਥੇ ਪੁੱਜੇ। ਮਖਾਜ ਕਲਾਂ ਪੁੱਜੇ ਤਾਂ ਅਬੂਦਰ ਰਹਿਮਾਨ ਦਾਨੀਆਲੋਬ ਨੇ ਘਬਰਾਹਟ ਨਾਲ ਰਾਹ ਵਿੱਚ ਹੋਈ ਦੁਰਘਟਨਾ ਬਾਰੇ ਪੁੱਛਿਆ। ਕਾਰ ਤਾਂ ਬੜੀ ਚੰਗੀ ਸੀ, ਪਿਤਾ ਜੀ ਨੇ ਮਜ਼ਾਕ ਨਾਲ ਜਵਾਬ ਦਿੱਤਾ। ਜੇ ਜਰਾ ਕੁ ਮਾੜੀ ਹੁੰਦੀ ਤਾਂ ਇਸ ਨਾਲ ਕੁਝ ਨਾ ਵਾਪਰਦਾ। ਇੱਕ ਯਾਦ। ਆਪਣੇ ਮਗਰਲੇ ਸਾਲਾਂ ਵਿੱਚ ਪਿਤਾ ਜੀ ਬੜੇ ਬਿਮਾਰ ਰਿਹਾ ਕਰਦੇ ਸਨ। ਬਿਮਾਰੀ ਉਹਨਾਂ ਨੂੰ ਪਹਾੜਾਂ ਨੂੰ ਜਾਂਦਿਆਂ ਇੱਕਦਮ ਹੀ ਲੱਗ ਗਈ, ਜਿੱਥੇ ਉਹਨਾਂ ਨੇ ਆਪਣੇ ਚੋਣ ਹਲਕੇ ਵਿੱਚ ਤਕਰੀਰ ਕਰਨੀ ਸੀ। ਸੋਵੀਅਤ ਯੂਨੀਅਨ ਦੀ ਸੁਪਰੀਮ ਸੋਵੀਅਤ ਦੀਆਂ ਚੋਣਾਂ ਨੇੜੇ ਆ ਰਹੀਆਂ ਸਨ ਤੇ ਹਮਜ਼ਾਦ ਤਸਾਦਾਸਾ ਨੂੰ ਉਮੀਦਵਾਰ ਨਾਮਜ਼ਦ ਕੀਤਾ ਗਿਆ ਸੀ। ਉਹਨਾਂ ਨੂੰ ਕਾਰ ਵਿੱਚ ਜ਼ਿਲ੍ਹਾ ਕੇਂਦਰ ਲਿਜਾਇਆ ਗਿਆ, ਪਰ ਪਹਾੜਾਂ ਤੱਕ ਪੁੱਜਣ ਦਾ ਸਫ਼ਰ ਘੋੜੇ ਉੱਤੇ ਪੂਰਾ ਕਰਨਾ ਪੈਣਾ ਸੀ। ਪਿਤਾ ਜੀ ਨੂੰ ਆਗਿਆਕਾਰ ਘੋੜੇ ਪਸੰਦ ਸਨ। ਉਹ ਆਮ ਤੌਰ ਉੱਤੇ ਹੌਲੀ ਰਫ਼ਤਾਰ ਨਾਲ ਜਾਇਆ ਕਰਦੇ ਸਨ ਤੇ ਅਕਸਰ ਉਤਰ ਕੇ ਘੋੜੇ ਨੂੰ ਲਗਾਮੋਂ ਫੜ ਕੇ ਮਗਰ ਤੋਰਨ ਲੱਗ ਪੈਂਦੇ। ਪੈਦਲ ਚੱਲਣਾ ਅਜੇ ਵੀ ਉਹਨਾਂ ਦਾ ਸਭ ਤੋਂ ਵੱਡਾ ਸ਼ੁਗਲ ਸੀ। ਸਥਾਨਕ ਅਧਿਕਾਰੀ ਉਹਨਾਂ ਦੀ ਮਦਦ ਕਰ ਰਹੇ ਸਨ। ਉਹਨਾਂ ਨੇ ਆਪਣੇ ਭਵਿੱਖ ਦੇ ਡਿਪਟੀ ਦੀ ਵਰਤੋਂ ਲਈ ਇੱਕ ਜਵਾਨ ਤੇ ਸ਼ੋਲਾ ਘੋੜਾ ਦੇ ਦਿੱਤਾ। ਕਸੂਰ ਉਹਨਾਂ ਦਾ ਨਹੀਂ ਸੀ, ਕਿਉਂਕਿ ਉਹਨਾਂ ਦਾ ਮਨਸ਼ਾ ਮਾੜਾ ਨਹੀਂ ਸੀ। ਉਹ ਇਸ ਤਰ੍ਹਾਂ ਦੇ ਸਤਿਕਾਰਯੋਗ ਪ੍ਰਾਹੁਣੇ ਨੂੰ ਜ਼ਿਲ੍ਹੇ ਭਰ ਵਿੱਚੋਂ ਸਭ ਤੋਂ ਚੰਗਾ ਘੋੜਾ ਦੇਣਾ ਆਪਣਾ ਫਰਜ਼ ਸਮਝਦੇ ਸਨ। ਨਾ ਹੀ 72 ਸਾਲ ਦਾ ਬਜ਼ੁਰਗ ਆਪਣੇ ਮੇਜ਼ਬਾਨਾਂ ਨੂੰ ਕੋਈ ਠੇਸ ਪਹੁੰਚਾਉਣੀ ਚਾਹੁੰਦਾ ਸੀ। ਆਪਣੀ ਜਵਾਨੀ ਨੂੰ ਯਾਦ ਕਰਦਿਆਂ ਉਹ ਪਲਾਕੀ ਮਾਰ ਕੇ ਕਾਠੀ ਉੱਤੇ ਜਾ ਬੈਠੇ।
ਉਹਨਾਂ ਦੇ ਆਸੇ-ਪਾਸੇ 4 ਚੁਫੇਰੇ ਘੋੜ ਚੜ੍ਹੇ ਨੌਜਵਾਨ ਸਨ, ਜਿਨ੍ਹਾਂ ਵਿੱਚ ਬਜ਼ੁਰਗ ਕਵੀ ਨਾਇਬਾਂ ਵਿੱਚ ਘਿਰਿਆ ਇਮਾਮ ਲੱਗ ਰਿਹਾ ਸੀ। ਨੌਜਵਾਨ ਸਵਾਰਾਂ ਨੇ ਆਪੋ ਆਪਣੇ ਘੋੜਿਆਂ ਨੂੰ ਅੱਡੀਆਂ ਲਾਈਆਂ ਤੇ ਇਹ ਦੱਸਣ ਲਈ ਕਿ ਵੱਖੋ ਵੱਖਰੇ ਪਿੰਡਾਂ ਨੂੰ ਵੱਖੋ ਵੱਖਰੇ ਰਾਹ ਪੈ ਗਏ ਕਿ ਹਮਜ਼ਾਤ ਜਲਦੀ ਹੀ ਉੱਥੇ ਪੁੱਜ ਰਿਹਾ ਹੈ। ਆਮ ਉਤਸ਼ਾਹ ਛੂਤ ਵਾਂਗ ਸੀ ਤੇ ਪਿਤਾ ਜੀ ਦੇ ਘੋੜੇ ਨੇ ਵੀ ਛੂਟ ਵੱਟ ਲਈ। ਬਜ਼ੁਰਗ ਉਸ ਨੂੰ ਕਾਬੂ ਵਿੱਚ ਨਾ ਰੱਖ ਸਕੇ, ਜਿਸ ਦਾ ਨਤੀਜਾ ਪਾਗਲਾਂ ਵਾਲੀ ਦੌੜ ਸ਼ੁਰੂ ਹੋ ਗਈ। ਪਿਤਾ ਜੀ ਕਾਠੀ ਉੱਤੇ ਝੰਜੋੜੇ ਗਏ, ਭੈੜਾ ਭੈੜਾ ਮਹਿਸੂਸ ਕਰਨ ਲੱਗੇ ਤੇ ਅਖੀਰ ਘੋੜੇ ਤੋਂ ਹੇਠਾਂ ਜਾ ਡਿੱਗੇ। ਭੈੜੀ ਹਾਲਤ ਵਿੱਚ ਉਹ ਮਖਾਜ ਕਲਾ ਪੁੱਜੇ ਤੇ ਮਗਰੋਂ ਉਹ ਕਦੀ ਰਾਜੀ ਨਾ ਹੋਏ। ਕਵਿਤਾ ਨਾਲ ਵੀ ਇਹੀ ਗੱਲ ਹੈ। ਖੰਘਦਿਆਂ ਹੋਇਆਂ ਉਹਨਾਂ ਕਿਹਾ, ਕਵੀ ਨੂੰ ਆਪਣੇ ਹੀ ਘੋੜੇ ਦੀ ਸਵਾਰੀ ਕਰਨੀ ਚਾਹੀਦੀ ਹੈ, ਜਿਸ ਘੋੜੇ ਦਾ ਉਹ ਆਦੀ ਹੋਵੇ, ਤੇ ਉਹ ਆਪਣੇ ਘੋੜੇ ਉੱਤੇ ਨਹੀਂ ਚੜ੍ਹਨਾ ਚਾਹੀਦਾ ਜਿਸ ਨੂੰ ਉਹ ਕਾਬੂ ਵਿੱਚ ਨਹੀਂ ਰੱਖ ਸਕਦਾ। ਓਪਰਾ ਘੋੜਾ ਯਕੀਨਨ ਉਸ ਨੂੰ ਮੂੰਹ ਪਾਰ ਜਾ ਪਟਕਾਏਗਾ। ਪਿਤਾ ਜੀ ਬਾਰੇ ਮੈਂ ਬਿਨਾਂ ਅੰਤ ਦੇ ਗੱਲਾਂ ਕਰ ਸਕਦਾ ਹਾਂ, ਪਰ ਇਸ ਵੇਲੇ ਮੈਂ ਤੁਹਾਨੂੰ ਉਹਨਾਂ ਦੇ ਦੋਸਤ ਅਬੂ ਤਾਲਬ ਬਾਰੇ ਕੁਝ ਦੱਸਣਾ ਚਾਹੁੰਦਾ ਹਾਂ, ਜਿਸ ਨਾਲ ਮੈਂ ਕੱਲ੍ਹ ਸਾਰਾ ਦਿਨ ਕੱਟਿਆ ਸੀ। ਅਬੂ ਤਾਲਬ ਨਾਲ ਇੱਕ ਦਿਨ। ਮੈਨੂੰ ਸਭ ਤੋਂ ਮੁਸ਼ਕਲ ਗੱਲ ਇਹ ਲੱਗਦੀ ਹੈ ਕਿ ਉਸ ਕਵਿਤਾ ਨੂੰ ਲਿਖਣਾ ਮੁੜ ਸ਼ੁਰੂ ਕਰਾਂ ਜਿਸ ਨੂੰ ਮੈਂ ਇੱਕ ਜਾਂ ਦੂਜੇ ਕਾਰਨ ਕਰਕੇ ਅਧੂਰੀ ਛੱਡ ਦਿੱਤਾ ਸੀ ਤੇ ਜਿਸ ਨੂੰ ਹੁਣ ਖ਼ਤਮ ਕਰਨਾ ਜ਼ਰੂਰੀ ਹੁੰਦਾ ਹੈ। ਪਰਬਤਵਾਸੀ ਕਿਹਾ ਕਰਦੇ ਨੇ ਕਿ ਜੇ ਡੱਡੂ ਦੇ ਪੂਛਲ ਨਹੀਂ ਤਾਂ ਇਸ ਦਾ ਕਾਰਨ ਇਹ ਹੈ ਕਿ ਇਸ ਨੂੰ ਲਾਉਣ ਦਾ ਕੰਮ ਅਗਲੇ ਦਿਨ ਉੱਤੇ ਪਾ ਦਿੱਤਾ ਗਿਆ ਸੀ। ਸਵੇਰੇ ਮੈਂ ਇੱਕ ਲੰਮੀ ਕਵਿਤਾ ਪੂਰੀ ਕਰਨ ਦਾ ਫੈਸਲਾ ਕੀਤਾ, ਜਿਹੜੀ ਮੈਂ 15 ਦਿਨ ਪਹਿਲਾਂ ਸ਼ੁਰੂ ਕੀਤੀ ਸੀ। ਕੰਮ ਮੁਸ਼ਕਲ ਲੱਗਦਾ ਸੀ, ਸੋ ਮੈਂ ਆਪਣੀ ਨੌਕਰਾਣੀ ਫਰੋਸੀਆ ਨੂੰ ਕਹਿ ਦਿੱਤਾ, ਜੇ ਕੋਈ ਵੀ ਮੇਰੇ ਬਾਰੇ ਪੁੱਛੇ ਤਾਂ ਕਹਿ ਦੇਈ ਮੈਂ ਬਾਹਰ ਗਿਆ ਹੋਇਆ ਹਾਂ ਤੇ ਦੁਪਹਿਰ ਦੇ ਖਾਣੇ ਤੋਂ ਮਗਰੋਂ ਆਵਾਂਗਾ, ਜੇ ਕੋਈ ਜ਼ਰੂਰੀ ਗੱਲ ਹੈ ਤਾਂ। ਹੁਕਮ ਦੇ ਕੇ ਮੈਂ ਪੌੜੀਆਂ ਚੜ੍ਹ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਕੰਮ ਵਿੱਚ ਜੁਟ ਗਿਆ। ਤਾਂ ਵੀ ਗਲੀ ਵਿਚਲੀਆਂ ਆਵਾਜ਼ਾਂ ਮੇਰੇ ਤੱਕ ਆਉਂਦੀਆਂ ਰਹੀਆਂ ਤੇ ਜਲਦੀ ਹੀ ਅਗਲੇ ਗੇਟ ਦੀ ਚੀਂ-ਚੀਂ ਮੇਰੇ ਕੰਨੀ ਪਈ। ਛੇਤੀ ਮਗਰੋਂ ਦਰਵਾਜ਼ੇ ਉੱਤੇ ਲੱਗੀ ਘੰਟੀ ਖੜਕੀ। ਮੈਂ ਇਹ ਤਾਂ ਨਾ ਸੁਣ ਸਕਿਆ ਕਿ ਫਰੋਸੀਆ ਕੀ ਕਹਿ ਰਹੇ ਸੀ, ਪਰ ਅਬੂ ਤਾਲਬ ਦੀ ਆਵਾਜ਼ ਬਾਰੇ ਕੋਈ ਭੁਲੇਖਾ ਨਹੀਂ ਸੀ ਲੱਗ ਸਕਦਾ। ਜਿਸ ਕੁਰਸੀ ਉੱਤੇ ਮੈਂ ਬੈਠਾ ਹੋਇਆ ਸਾਂ, ਇੱਕਦਮ ਉਹ ਤਪਦੀ ਕੜਾਹੀ ਵਾਂਗ ਜਾਂ ਕੰਡੇਦਾਰ ਝਾੜੀ ਵਾਂਗ ਲੱਗਣ ਲੱਗ ਪਈ। ਅਬੂ ਤਾਲਬ ਨੂੰ ਕਦੀ ਵੀ ਹਮਜ਼ਾਤ ਤਸਾਦਾਸਾ ਦੇ ਤੇ ਹੁਣ ਰਸੂਲ ਹਮਜ਼ਾ ਤੋਪ ਦੇ ਦਰ ਤੋਂ ਨਹੀਂ ਸੀ ਮੋੜਿਆ ਗਿਆ। ਸਾਡੇ ਘਰ ਆਉਣ ਤੋਂ ਬਿਨਾਂ ਉਹ ਸਾਡੇ ਦਰਵਾਜ਼ੇ ਅੱਗੋਂ ਕਦੀ ਨਹੀਂ ਸੀ ਲੰਘਿਆ। ਇਹੋ ਜਿਹੀ ਗੱਲ ਸੋਚੀ ਵੀ ਨਹੀਂ ਸੀ ਜਾ ਸਕਦੀ, ਪਰ ਨਾਲ ਹੀ ਅਵਸਥਾ ਕੁਝ ਅਜੀਬ ਸੀ। ਇੱਕ ਪਾਸੇ ਮੈਂ ਅਬੂ ਤਾਲਬ ਨੂੰ ਨਹੀਂ ਸਾਂ ਜਾਣ ਦੇਣਾ ਚਾਹੁੰਦਾ, ਦੂਜੇ ਪਾਸੇ ਇਹ ਫਰੋਸੀਆਂ ਨਾਲ ਨਿਆਂ ਨਹੀਂ ਸੀ, ਜਿਹੜੀ ਸਿਰਫ ਆਪਣਾ ਫਰਜ਼ ਹੀ ਅਦਾ ਕਰ ਰਹੀ ਸੀ ਤੇ ਪਹਿਲਾਂ ਹੀ ਅਬੂ ਤਾਲਬ ਨੂੰ ਦੱਸ ਚੁੱਕੀ ਸੀ ਕਿ ਮੈਂ ਅੰਦਰ ਨਹੀਂ ਤੇ ਸ਼ਾਮ ਤੋਂ ਪਹਿਲਾਂ ਘਰ ਨਹੀਂ ਆਵਾਂਗਾ। ਮੈਂ ਦਿਮਾਗ ਦੀ ਥਾਂ ਦਿਲ ਦਾ ਹੁਕਮ ਮੰਨਿਆ। ਬਾਰੀ ਵਿੱਚੋਂ ਸਿਰ ਬਾਹਰ ਕੱਢਿਆ ਤੇ ਪਿਤਾ ਜੀ ਦੇ ਬਜ਼ੁਰਗ ਦੋਸਤ ਨੂੰ ਉੱਚੀ ਸਾਰੀ ਕਿਹਾ, ਆ ਜਾ ਅਬੂ ਤਾਲਬ, ਮੈਂ ਘਰ ਹੀ ਹਾਂ। ਆਹ ਬਲਾ, ਕੀ ਤਸਾਦਾ ਦੇ ਹਮਜ਼ਾਦ ਦੇ ਬੇਟੇ ਨੂੰ ਆਪਣੇ ਲਹਿਣੇਦਾਰਾਂ ਤੋਂ ਲੁਕ ਕੇ ਰਹਿਣਾ ਪੈ ਰਿਹਾ? ਅਬੂ ਤਾਲਬ ਨੇ ਕਾਹਲੀ ਨਾਲ ਆਪਣਾ ਜੱਤਦਾਰ ਟੋਪ ਲਾਇਆ ਤੇ ਕਹਿਰੀਆਂ ਨਜ਼ਰਾਂ ਨਾਲ ਫਰੋਸੀਆ ਨੂੰ ਦੇਖਦਾ ਹੋਇਆ ਉਸ ਦੇ ਕੋਲੋਂ ਲੰਘਿਆ। ਰਸੂਲ ਇਸ ਔਰਤ ਨੂੰ ਦੱਸ ਦੇ ਕਿ ਜਦੋਂ ਅਬੂ ਤਾਲਬ ਆਏ ਤਾਂ ਇਸ ਘਰ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹ ਜਾਂਦੇ ਨੇ ਤੇ ਤੂੰ ਰਸੂਲ ਉਸ ਲਈ ਹਮੇਸ਼ਾ ਘਰ ਹੈ। ਇਸ ਨੂੰ ਦੱਸ ਦੇ ਕਿ ਜਦੋਂ ਤੂੰ ਘਰ ਨਾ ਵੀ ਹੋਵੇਂ ਤਾਂ ਇਸ ਘਰ ਵਿੱਚ ਅਬੂ ਤਾਲਬ ਦੇ ਖਾਣ ਪੀਣ ਲਈ ਹਮੇਸ਼ਾ ਹੀ ਕੁਝ ਹੁੰਦਾ ਹੈ ਤੇ ਜੇ ਉਸ ਨੂੰ ਲੋੜ ਪਵੇ ਤਾਂ ਰਾਤ ਕੱਟਣ ਲਈ ਥਾਂ ਵੀ ਹੁੰਦੀ ਹੈ। ਕਸੂਰ ਫਰੋਸੀਆ ਦਾ ਨਹੀਂ। ਪਾਤੀਮਾਤ ਸਵੇਰੇ ਕੰਮ ਤੇ ਜਾਣ ਲੱਗਿਆਂ ਇਸ ਨੂੰ ਹਦਾਇਤ ਕਰ ਗਈ ਸੀ ਕਿ ਮਿਲਣ ਆਉਣ ਵਾਲਿਆਂ ਨੂੰ ਕਹਿ ਦੇਵੇ ਕਿ ਮੈਂ ਘਰ ਨਹੀਂ। ਮੇਰੀ ਘਰਵਾਲੀ ਮੇਰਾ ਬੜਾ ਖਿਆਲ ਰੱਖਦੀ ਹੈ। ਕਿੰਨੀ ਚੰਗੀ ਗੱਲ ਹੈ ਜੇ ਐਸੀ ਪਤਨੀ ਹੋਵੇ ਜਿਸ ਦੇ ਸਿਰ ਸਾਰੇ ਦੋਸ਼ ਮੜੇ ਜਾ ਸਕਦੇ ਹੋਣ। ਪਾਤੀਮਾਤ ਇਹ ਨਹੀਂ ਸੀ ਭੁੱਲ ਸਕਦੀ ਕਿ ਅੱਜ ਵੀਰਵਾਰ ਹੈ। ਅਬੂ ਤਾਲਬ ਨੇ ਆਪਣਾ ਬੁਰਦਾਰ ਗਿੱਲਾ ਟੋਪ
ਛੰਡਦਿਆਂ ਕਿਹਾ। ਵੀਰਵਾਰ ਬਾਰੇ ਖਾਸ ਗੱਲ ਕੀ ਹੈ? ਇਹ ਮੇਰਾ ਨਹਾਉਣ ਦਾ ਦਿਨ ਹੈ। ਤੂੰ ਦੇਖਿਆ ਨਹੀਂ ਕਿ ਹਰ ਵੀਰਵਾਰ ਮੈਂ ਪੌਣਿਆਂ ਨੂੰ ਜਾਇਆ ਕਰਦਾ ਹਾਂ, ਅਤੇ ਕਿਉਂਕਿ ਇਹ ਇੰਨਾ ਨੇੜੇ ਹੈ ਇਸ ਲਈ ਹਮੇਸ਼ਾ ਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਮੈਂ ਵੀਰਵਾਰ ਨੂੰ ਤੇਰੇ ਕੋਲ ਆਵਾਂਗਾ, ਬੈਠਾਂਗਾ, ਗੱਪ-ਸ਼ੱਪ ਲਾਵਾਂਗਾ ਅਤੇ ਸਿਗਰਟ ਪੀਵਾਂਗਾ। ਪੌਣਿਆਂ ਦੇ ਜਾਣ ਦੀ ਤੈਨੂੰ ਕੀ ਲੋੜ ਅਬੂ ਤਾਲਬ? ਤੇਰੇ ਆਪਣੇ ਘਰ ਗੁਸਲਖਾਨਾ ਹੈ ਅਤੇ ਗਰਮ ਪਾਣੀ ਸਦਾ ਚੱਲਦਾ ਰਹਿੰਦਾ ਹੈ। ਫੁਆਰਾ ਅਤੇ ਨਹਾਉਣ ਵਾਲਾ ਟੱਬ ਕਾਲੀ ਰੋਟੀ ਦਾ ਸਵਾਦ ਦਿੰਦੇ ਨੇ, ਪਰ ਪੌਣਿਆਂ ਵਿੱਚ ਨਹਾਉਣਾ ਸ਼ਾਦੀ ਦੀ ਫੀਸਟ ਵਾਂਗ ਹੈ। ਮੇਰੇ ਇੱਕ ਬਗੀਚਾ ਹੈ ਅਤੇ ਇਸ ਦੇ ਵਿੱਚੋਂ ਦੀ ਇੱਕ ਝਰਨਾ ਵਗਦਾ ਹੈ ਜਿਹੜਾ ਹਜ਼ਾਰਾਂ ਸਾਲਾਂ ਤੋਂ ਪਹਾੜਾਂ ਤੋਂ ਹੇਠਾਂ ਵਹਿੰਦਾ ਆ ਰਿਹਾ ਹੈ। ਮੈਂ ਇਸ ਨੂੰ ਹਰ ਦਰਖਤ ਦੇ ਹੇਠੋਂ ਦੀ ਲੰਘਾਉਂਦਾ ਹਾਂ ਅਤੇ ਇਹ ਉਹਨਾਂ ਨੂੰ ਪਾਣੀ ਦਿੰਦਾ ਹੈ। ਕੀ ਮੈਂ ਕੜਛੀ ਅਤੇ ਪਤੀਲੇ ਫੜ ਕੇ ਉਹਨਾਂ ਸਾਰਿਆਂ ਨੂੰ ਪਾਣੀ ਦੇ ਸਕਦਾ ਹਾਂ? ਪੌਣਿਆਂ ਦੀ ਤੁਲਨਾ ਮੈਂ ਭਰਪੂਰ ਪਹਾੜੀ ਝਰਨੇ ਨਾਲ ਕਰਾਂਗਾ ਅਤੇ ਤੇਰੇ ਫੁਆਰੇ ਅਤੇ ਟੱਬ ਦੀ ਤੁਲਨਾ ਕੜਛੀ ਅਤੇ ਪਤੀਲੇ ਨਾਲ ਨਹੀਂ। ਰਸੂਲ, ਕਿਰਪਾ ਕਰਕੇ ਖਿਡੌਣੇ ਬੱਚਿਆਂ ਦੇ ਕਵੀ ਨੂਰਦੀਨ ਲਈ ਰਹਿਣ ਦੇ। ਕਹਿੰਦੇ ਨੇ ਕਿ ਉਹ ਕਠਪੁਤਲੀਆਂ ਦੇ ਨਾਟਕ ਲਈ ਕੋਈ ਸਕ੍ਰਿਪਟ ਲਿਖ ਰਿਹਾ ਹੈ। ਉਸ ਦੀਆਂ ਗੁੱਡੀਆਂ ਲਈ ਇਹ ਠੀਕ ਰਹੇਗਾ। ਹੁਣ ਜਦ ਤੂੰ ਪੌਣਿਆਂ ਤੋਂ ਹੋ ਕੇ ਆ ਰਿਹਾ ਹੈ ਤਾਂ ਚਾਹ ਦਾ ਕੱਪ ਸ਼ਾਇਦ ਮਾੜਾ ਨਹੀਂ ਹੋਵੇਗਾ, ਮੈਂ ਤਜਵੀਜ਼ ਦਿੱਤੀ ਜਦੋਂ ਅਸੀਂ ਮੇਰੇ ਕਮਰੇ ਨੂੰ ਜਾਂਦੇ ਬਰਾਮਦੇ ਤੱਕ ਪੁੱਜੇ। ਵੱਲ ਹੈ, ਚਾਹ ਮਾੜੀ ਨਹੀਂ ਰਹੇਗੀ। ਵਾਇਲਾ, ਤਰੀ ਚੰਗੀ ਰਹੇਗੀ। ਤਾਲਾ, ਹਲਕੀ ਸ਼ਰਾਬ ਜ਼ਿਆਦਾ ਚੰਗੀ ਰਹੇਗੀ। ਪਰ ਨਹਾਉਣ ਪਿੱਛੋਂ ਸਭ ਤੋਂ ਚੰਗੀ ਚੀਜ਼ ਨਰੋਲ ਵੋਦਕਾ ਹੈ। ਕੁਝ ਤਰੀ ਹੈ ਪਰ ਇਹ ਸਿਰਫ ਕੱਲ੍ਹ ਦੀ ਹੈ, ਅਜੇ ਸਵੇਰ ਹੀ ਹੈ ਅਤੇ ਸੱਜਰੀ ਤਰੀ ਅਜੇ ਤਿਆਰ ਨਹੀਂ। ਅਸੀਂ ਕੱਲ੍ਹ ਦੀ ਤਰੀ ਨਾਲ ਸ਼ੁਰੂ ਕਰ ਸਕਦੇ ਹਾਂ ਅਤੇ ਜਦੋਂ ਤੱਕ ਮੈਂ ਇਹ ਖ਼ਤਮ ਕਰਾਂਗਾ ਅੱਜ ਦੀ ਤਰੀ ਤਿਆਰ ਹੋ ਜਾਏਗੀ। ਇੱਧਰ ਫਰੋਸੀਆ ਮੇਜ਼ ਦੁਆਲੇ ਕੜਮੱਸ ਪਾ ਰਹੀ ਸੀ, ਉੱਧਰ ਮੈਂ ਆਪਣਾ ਵਿਦੇਸ਼ੀ ਸ਼ਰਾਬਾਂ ਦਾ ਭੰਡਾਰ ਦਿਖਾ ਰਿਹਾ ਸਾਂ। ਇੱਕ ਜਾਂ ਦੂਜੇ ਦੇਸ਼ ਤੋਂ ਮੈਂ ਰੰਮ, ਬਰਾਂਡੀ ਅਤੇ ਜਿੰਨ, ਵਿਸਕੀ ਅਤੇ ਕਲਵਦੋਸ ਅਤੇ ਹੰਗਰੀ ਦੀ ਉਨੀਕੁੰਮ ਦੀਆਂ ਖੂਬਸੂਰਤ ਰੰਗ ਬਰੰਗੀਆਂ ਬੋਤਲਾਂ ਲਿਆਂਦੀਆਂ ਹੋਈਆਂ ਸਨ। ਬਰਾਂਡੀ ਵੀ ਕਈ ਤਰ੍ਹਾਂ ਦੀ ਸੀ, ਮਾਰਟੀਨੀ, ਕਾਪੂ ਅਤੇ ਪਲੀਸਕਾ। ਚੁਣ ਲੈ ਅਬੂ ਤਾਲਬ ਜੋ ਤੂੰ ਪੀਣਾ ਚਾਹੇ। ਲੈ ਜਾ ਰਸੂਲ, ਤੂੰ ਇਹ ਸਾਰਾ ਕੂੜਾ ਕਰਕਟ ਇੱਥੋਂ। ਜੇ ਤੂੰ ਸੱਚਮੁੱਚ ਮੇਰੀ ਖਾਤਰ ਕਰਨਾ ਚਾਹੁੰਦਾ ਹੈ ਤਾਂ ਮੈਨੂੰ ਆਮ ਵੋਦਕਾ ਦਾ ਇੱਕ ਗਲਾਸ ਦੇ। ਵੋਦਕਾ ਚੰਗੀ ਹੈ, ਸਿਰਫ ਇਸ ਲਈ ਨਹੀਂ ਕਿ ਅਸੀਂ ਇਸ ਨੂੰ ਜਾਣਦੇ ਹਾਂ, ਸਗੋਂ ਇਸ ਲਈ ਕਿ ਇਹ ਸਾਨੂੰ ਜਾਣਦੀ ਹੈ। ਜੋ ਕੁਝ ਤੂੰ ਮੈਨੂੰ ਹੁਣੇ ਦਿਖਾਇਆ ਹੈ ਹੋ ਸਕਦਾ ਬੜਾ ਚੰਗਾ ਹੋਵੇ, ਪਰ ਸਾਰੀਆਂ ਬੋਤਲਾਂ ਦੂਰੋਂ ਦੂਰੋਂ ਆਈਆਂ ਨੇ ਅਤੇ ਐਸੀਆਂ ਬੋਲੀਆਂ ਬੋਲਦੀਆਂ ਨੇ ਜਿਨ੍ਹਾਂ ਨੂੰ ਮੈਂ ਨਹੀਂ ਸਮਝਦਾ, ਜਦ ਕਿ ਮੈਂ ਐਸੀ ਬੋਲੀ ਬੋਲਦਾ ਹਾਂ ਜਿਹੜੀ ਉਹ ਨਹੀਂ ਸਮਝਦੀਆਂ। ਅਤੇ ਆਪਣੇ ਵੱਖ-ਵੱਖ ਰਿਵਾਜ਼ਾਂ ਅਤੇ ਆਚਰਣਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਅਸੀਂ ਇੱਕ ਦੂਜੇ ਨੂੰ ਬਿਲਕੁਲ ਸਮਝਦੇ ਤੱਕ ਨਹੀਂ। ਤੇਰੀਆਂ ਬੋਤਲਾਂ ਅਜੀਬ ਪ੍ਰਾਹੁਣਿਆਂ ਵਰਗੀਆਂ ਹਨ। ਪਹਿਲਾਂ ਬੰਦੇ ਨੂੰ ਸਾਂਝੀ ਬੋਲੀ ਲੱਭਣੀ ਚਾਹੀਦੀ ਹੈ, ਫਿਰ ਇੱਕ ਦੂਜੇ ਦੇ ਨੇੜਿਓਂ ਜਾਣੂ ਹੋਣਾ ਚਾਹੀਦਾ ਹੈ, ਇੱਕ ਦੂਜੇ ਨੂੰ ਸੱਚਮੁੱਚ ਚੰਗੀ ਤਰ੍ਹਾਂ ਜਾਣਨਾ ਚਾਹੀਦਾ ਹੈ। ਮੈਨੂੰ ਡਰ ਹੈ ਕਿ ਸਾਡੀ ਨਿਭਣ ਨਹੀਂ ਲੱਗੀ। ਇਹਨਾਂ ਨੂੰ ਆਪਣੇ ਦੋਸਤਾਂ ਲਈ, ਮਾਸਕੋ ਦੇ ਲੇਖਕਾਂ ਲਈ ਰਹਿਣ ਦੇ। ਇਹਨਾਂ ਨੂੰ ਉਹਨਾਂ ਲਈ ਰਹਿਣ ਦੇ ਜਿਹੜੇ ਆਪਣੇ ਚੁੱਲ੍ਹੇ ਉੱਤੇ ਆਪਣੀ ਮਾਂ ਦੀ ਤਿਆਰ ਕੀਤੀ ਖੁਰਾਕ ਦਾ ਸਵਾਦ ਭੁੱਲ ਗਏ ਹਨ। ਮੇਰੇ ਸਾਰੇ ਭੰਡਾਰ ਵਿੱਚ ਵੋਦਕਾ ਦੀ ਇੱਕ ਵੀ ਬੋਤਲ ਨਹੀਂ ਸੀ। ਮੈਂ ਇਸ ਤਰ੍ਹਾਂ ਜ਼ਾਹਰ ਕੀਤਾ ਜਿਵੇਂ ਮੈਂ ਇੱਕ ਬੋਤਲ ਖਰੀਦਣ ਲਈ ਹੁਣੇ ਦੁਕਾਨ ਉੱਤੇ ਜਾ ਰਿਹਾ ਹਾਂ, ਇਹ ਆਸ ਕਰਦਿਆਂ ਕਿ ਅਬੂ ਤਾਲਬ ਮੈਨੂੰ ਰੋਕਣ ਦੀ ਕੋਸ਼ਿਸ਼ ਕਰੇਗਾ, ਕਿਉਂਕਿ ਬਾਹਰ ਬਾਰਿਸ਼ ਹੋ ਰਹੀ ਸੀ ਅਤੇ ਠੰਡੀ ਹਵਾ ਚੱਲ ਰਹੀ ਸੀ। ਇਸ ਤੋਂ ਇਲਾਵਾ ਘਰ ਵਿੱਚ ਮੇਰੇ ਕੋਲ ਪੀਣ ਲਈ ਕਿੰਨਾ ਕੁਝ ਸੀ। ਕੀ ਵੋਦਕਾ ਦੀ ਮੰਗ ਕਰਨੀ ਵਾਧੂ ਦਾ ਨਖਰਾ ਨਹੀਂ, ਜਦਕਿ ਚੰਗੀ ਤੋਂ ਚੰਗੀ ਫਰਾਂਸੀਸੀ ਬਰਾਂਡੀ ਮੇਜ਼ ਉੱਤੇ ਉਡੀਕ ਕਰ ਰਹੀ ਹੋਵੇ? ਅਬੂ ਤਾਲਬ ਨੇ ਸੱਚਮੁੱਚ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਰਸੂਲ, ਕੋਈ ਵੀ ਦੇਖ ਸਕਦਾ ਕਿ ਤੂੰ ਆਪਣੇ ਧੌਲੇ ਵਾਲਾਂ ਦੇ ਬਾਵਜੂਦ ਅਜੇ ਜਵਾਨ ਹੈ। ਕੀ ਤੇਰੇ ਲਈ ਆਪ ਜਾਣਾ ਜ਼ਰੂਰੀ ਹੈ? ਕੀ ਕਿਸੇ ਹੋਰ ਛੋਟੀ ਉਮਰ ਦੇ ਨੂੰ ਵੋਦਕਾ ਲੈਣ ਨਹੀਂ ਭੇਜਿਆ ਜਾ ਸਕਦਾ? ਵਿਹੜੇ ਵਿੱਚ ਜਾ ਕੇ ਗੁਆਂਢੀਆਂ ਦੇ ਮੁੰਡੇ ਨੂੰ ਕਹੋ
ਨੱਠ ਕੇ ਦੁਕਾਨ ਤੋਂ ਵੋਦਕਾ ਲੈ ਆਵੇ। ਮੈਨੂੰ ਕੋਈ ਕਾਹਲੀ ਨਹੀਂ, ਉਹਦੇ ਮੁੜਨ ਤੱਕ ਮੈਂ ਖੁਸ਼ੀ ਨਾਲ ਉਡੀਕ ਸਕਦਾ ਹਾਂ। ਅਬੂ ਤਾਲਬ ਨੇ ਜਿਸ ਤਰ੍ਹਾਂ ਕਿਹਾ ਸੀ ਮੈਂ ਉਸੇ ਤਰ੍ਹਾਂ ਕੀਤਾ। ਗੁਆਂਢੀ ਦੇ ਮੁੰਡੇ ਨੂੰ ਮੈਂ ਕੁਝ ਪੈਸੇ ਦਿੱਤੇ ਤੇ ਉਹ ਦੁਕਾਨ ਵੱਲ ਨੱਠ ਗਿਆ। ਇੱਧਰ ਅਬੂ ਤਾਲਬ ਆਪਣੀ ਧੌਣ ਇੱਧਰ ਉੱਧਰ ਮੋੜਦਾ ਹੋਇਆ 4 ਚੁਫੇਰੇ ਦੇਖਣ ਲੱਗਾ। ਮੈਨੂੰ ਤੇਰੇ ਘਰ ਵਿੱਚ ਪਹਾੜਾਂ ਤੋਂ ਆਏ ਕੋਈ ਮਹਿਮਾਨ ਦਿਖਾਈ ਨਹੀਂ ਦੇ ਰਹੇ। ਤੇਰਾ ਮਤਲਬ ਹੈ ਕਿ ਇੱਥੇ ਹੋਰ ਕੋਈ ਵੀ ਨਹੀਂ? ਅੱਜ ਨਹੀਂ। ਜਦੋਂ ਮੇਰਾ ਦੋਸਤ ਤੇ ਤੇਰਾ ਪਿਤਾ ਹਮਜ਼ਾਦ ਜਿਉਂਦਾ ਸੀ ਤਾਂ ਇੱਥੇ ਹਮੇਸ਼ਾ ਹੀ ਲੋਕੀ ਠਹਿਰੇ ਹੁੰਦੇ ਸਨ। ਪ੍ਰਾਹੁਣੇ ਚੰਗੀ ਚੀਜ਼ ਹੁੰਦੇ ਨੇ, ਉਹਨਾਂ ਕੋਲ ਹਮੇਸ਼ਾ ਤਮਾਕੂ ਹੁੰਦਾ ਹੈ। ਸਿਗਰਟਾਂ ਮੇਰੇ ਕੋਲ ਵੀ ਕਿੰਨੀਆਂ ਨੇ। ਹਰ ਤਰ੍ਹਾਂ ਦੀਆਂ ਸਿਗਰਟਾਂ ਤੇ ਸਿਗਾਰਾਂ ਨਾਲ ਭਰੀ ਡੱਬੀ ਆਪਣੇ ਦਰਾਜ ਵਿੱਚੋਂ ਕੱਢਦਿਆਂ ਮੈਂ ਕਿਹਾ, ਇਹ ਭੈੜੀਆਂ ਜੀਆਂ ਚਿੱਟੀਆਂ ਨਾਲੀਆਂ ਮੇਰੇ ਲਈ ਨਹੀਂ। ਮਾਸਕੋ ਵਿੱਚ ਭਾਵੇਂ ਲੋਕ ਇਹਨਾਂ ਨੂੰ ਪੀਣ, ਪਰ ਮੈਂ ਨਹੀਂ ਪੀਵਾਂਗਾ। ਮੈਨੂੰ ਤਾਂ ਸਾਡਾ ਘਰ ਉਗਾਇਆ ਸਖਤ ਤਮਾਕੂ ਦੇ, ਨਹੀਂ ਤਾਂ ਮੈਨੂੰ ਆਪਣਾ ਤਮਾਕੂ ਕੱਢਣਾ ਪਏਗਾ। ਅਬੂ ਤਾਲਬ ਨੇ ਆਪਣੀ ਅੰਦਰਲੀ ਜੇਬ ਵਿੱਚੋਂ ਤਮਾਕੂ ਦੀ ਇੱਕ ਵੱਡੀ ਸਾਰੀ ਥੈਲੀ ਕੱਢੀ ਤੇ ਇਸ ਨੂੰ ਉਲਟਾਉਂਦਿਆਂ ਹੋਇਆਂ ਇਸ ਦੇ ਥੱਲੇ ਨਾਲ ਲੱਗਾ ਤੇ ਸੀਨਾ ਵਿੱਚੋਂ ਇੰਨਾ ਕੁ ਤਮਾਕੂ ਖੁਰਚ ਕੇ ਲਾ ਲਿਆ ਕਿ ਇੱਕ ਸਿਗਰਟ ਲਪੇਟੀ ਜਾ ਸਕੀ। ਨਿਪੁੰਨਤਾ ਨਾਲ ਉਸਨੇ ਆਪਣੀ ਜ਼ੁਬਾਨ ਨਾਲ ਥੁੱਕ ਲਾ ਕੇ ਇਹ ਕੰਮ ਪੂਰਾ ਕੀਤਾ। ਇਸ ਆਪੇ ਬਣਾਈ ਸਿਗਰਟ ਦੀ ਤੂੰ ਆਪਣੀਆਂ ਸਾਫ਼ ਸੁਥਰੀਆਂ ਚਿੱਟੀਆਂ ਨਾਲੀਆਂ ਨਾਲ ਕਿਵੇਂ ਤੁਲਨਾ ਕਰ ਸਕਦਾ ਹੈ? ਮੇਰੀਆਂ ਸਿਗਰਟਾਂ ਦੀ ਆਪਣੀ ਸ਼ਖਸੀਅਤ ਹੈ, ਉਹ ਦੁਨੀਆ ਦੀ ਹੋਰ ਕਿਸੇ ਚੀਜ਼ ਨਾਲ ਨਹੀਂ ਮਿਲਦੀਆਂ, ਜਦਕਿ ਤੇਰੀਆਂ ਸਾਰੀਆਂ ਸਿਗਰਟਾਂ ਬਿਲਕੁਲ ਇੱਕੋ ਜਿਹੀਆਂ ਨੇ। ਹੁਣ ਤੂੰ ਹੀ ਦੱਸ, ਜ਼ਿਆਦਾ ਖੁਸ਼ੀ ਕਿਸ ਚੀਜ਼ ਵਿੱਚ ਹੈ? ਡੱਬੀ ਵਿੱਚੋਂ ਬਣੀ ਬਣਾਈ ਸਿਗਰਟ ਕੱਢਣ ਵਿੱਚ ਜਾਂ ਆਪ ਇਸ ਤਰ੍ਹਾਂ ਦੀ ਸ਼ਾਨਦਾਰ ਸਿਗਰਟ ਬਣਾਉਣ ਵਿੱਚ? ਮੈਂ ਬਣਾਉਂਦਾ ਹੋਇਆ ਹੀ ਆਪਣੀ ਸਿਗਰਟ ਦਾ ਸਵਾਦ ਮਾਣਨ ਲੱਗ ਪੈਂਦਾ ਹਾਂ। ਸਿਗਰਟ ਪੀਣ ਦੇ ਸਵਾਦ ਦੇ ਇਸ ਹਿੱਸੇ ਤੋਂ ਮੈਂ ਆਪਣੇ ਆਪ ਨੂੰ ਕਿਉਂ ਵਾਂਝਿਆ ਰੱਖਾਂ? ਮੈਂ ਸਵਿਸ ਜਾਂ ਸ਼ਾਇਦ ਬੈਲਜੀਅਨ ਲਾਈਟਰ ਬਾਲਿਆ, ਪਰ ਅਬੂ ਤਾਲਬ ਨੇ ਮੇਰਾ ਹੱਥ ਪਰਾਂ ਤੱਕ ਦਿੱਤਾ। ਉਸਨੇ ਜੇਬ ਵਿੱਚੋਂ ਸਟੀਲ ਦਾ ਟੁਕੜਾ, ਪੱਥਰ ਤੇ ਨਿੱਕੀ ਜਿਹੀ ਤੀਲੀ ਕੱਢੀ। ਤੀਲੀ ਦੇ ਸਿਰੇ ਨੂੰ ਪੱਥਰ ਉੱਪਰ ਰੱਖਿਆ ਤੇ ਇਸ ਉੱਤੇ ਸਟੀਲ ਦਾ ਟੋਟਾ ਮਾਰਿਆ, ਜਿਸ ਨਾਲ ਚੰਗਿਆੜਾ ਨਿਕਲ ਆਇਆ। ਫਿਰ ਉਸਨੇ ਤੀਲੀ ਨੂੰ ਹਵਾ ਵਿੱਚ ਹਿਲਾਇਆ ਕਿ ਇਹ ਤੇਜ਼ ਬਲਣ ਲੱਗ ਪਵੇ ਤੇ ਇਸ ਨਾਲ ਸਿਗਰਟ ਬਾਲੀ। ਫਿਰ ਉਸਨੇ ਬਲਦੀ ਤੀਲੀ ਮੇਰੇ ਨੱਕ ਹੇਠਾਂ ਢਾ ਦਿੱਤੀ। ਜਰਾ ਸੁੰਘ ਕੈਸੀ ਲੱਗਦੀ ਹੈ? ਚੰਗੀ ਹੈ ਨਾ? ਯਕੀਨਨ ਚੰਗੀ ਹੈ। ਤੇਰੇ ਲਾਈਟਰ ਵਿੱਚੋਂ ਕਾਹਦੀ ਵਾਸ਼ਨਾ ਆਉਂਦੀ ਹੈ? ਘੜੀ ਪਲ ਲਈ ਅਬੂ ਤਾਲਬ ਤਮਾਕੂ ਦੇ ਧੂਏਂ ਦੇ ਬੱਦਲਾਂ ਵਿੱਚ ਗੁੰਮ ਹੋ ਗਿਆ। ਫਿਰ ਉਹ ਮੁੜ ਸਾਹਮਣੇ ਆਇਆ ਤੇ ਪੁੱਛਣ ਲੱਗਾ, ਮੈਨੂੰ ਦੱਸ ਰਸੂਲ, ਜ਼ਿੰਦਗੀ ਵਿੱਚ ਤੇਰੇ ਵਾਲ ਏਡੀ ਜਲਦੀ ਕਿਉਂ ਚਿੱਟੇ ਹੋ ਗਏ ਨੇ? ਮੈਨੂੰ ਨਹੀਂ ਪਤਾ ਅਬੂ ਤਾਲਬ, ਪਰ ਮੈਨੂੰ ਪਤਾ ਮੈਨੂੰ ਕਿਉਂ ਧੌਲੇ ਆ ਗਏ ਨੇ। ਤਾਂ ਦੱਸ। ਮੈਨੂੰ ਧੌਲੇ ਆ ਗਏ ਨੇ ਕਿਉਂਕਿ ਮੈਨੂੰ ਹਮੇਸ਼ਾ ਹੀ ਉਡੀਕਣਾ ਪਿਆ ਹੈ ਕਿ ਕਦੋਂ ਇਹ ਲਾਹਣਤੀ ਛੋਟੇ ਮੁੰਡੇ ਵੋਦਕਾ ਲੈ ਕੇ ਦੁਕਾਨ ਤੋਂ ਮੁੜਦੇ ਨੇ। ਹਾਂ ਰਸੂਲ, ਬੱਚੇ ਕਦੀ ਨਹੀਂ ਸਮਝਦੇ ਕਿ ਉਹਨਾਂ ਦੇ ਮਾਪੇ ਕੀ ਮਹਿਸੂਸ ਕਰਦੇ ਨੇ, ਜਿੰਨਾ ਚਿਰ ਤੱਕ ਉਹ ਖੁਦ ਮਾਪੇ ਨਾ ਬਣ ਜਾਣ। ਨਾ ਹੀ ਮੇਰੇ ਵਰਗੇ ਲੋਕ ਇਹ ਆਸ ਰੱਖ ਸਕਦੇ ਨੇ ਕਿ ਸਾਨੂੰ ਉਹ ਲੋਕ ਸਮਝ ਦੇਣਗੇ ਜਿਹੜੇ ਪੀਂਦੇ ਨਹੀਂ। ਵੋਦਕਾ ਲਈ ਤੁਹਾਨੂੰ ਹਮੇਸ਼ਾ ਕੋਈ ਐਸਾ ਬੰਦਾ ਭੇਜਣਾ ਚਾਹੀਦਾ ਹੈ ਜਿਹੜਾ ਆਪ ਵੋਦਕਾ ਪਸੰਦ ਕਰਦਾ ਹੋਵੇ, ਫਿਰ ਕੋਈ ਢਿੱਲ ਨਹੀਂ ਹੋਵੇਗੀ। ਉਦੋਂ ਤੱਕ ਫਰੋਸੀਆ ਮੇਜ਼ ਉੱਤੇ ਖਾਣਾ ਪਰੋਸ ਚੁੱਕੀ ਸੀ ਤੇ ਕੁਝ ਸਮੇਂ ਪਿੱਛੋਂ ਮੇਜ਼ ਦੇ ਵਿਚਕਾਰ ਬੋਤਲ ਵੋਦਕਾ ਦੀ ਵੀ ਆ ਗਈ। ਉਫ, ਅਬੂ ਤਾਲਬ ਬੋਲਿਆ, ਬਿਲਕੁਲ ਸੁਰਖ ਪ੍ਰਧਾਨ ਵਾਂਗ ਹੈ, ਜਿਹੜਾ ਸਹਿਕਾਰੀ ਕਿਸਾਨਾਂ ਵਿਚਕਾਰ ਇੱਕਦਮ ਆਮੂ ਦਿਖਾਉਂਦਾ ਹੈ। ਉਸਨੇ ਵੋਦਕਾ ਦੀ ਬੋਤਲ ਚੁੱਕੀ ਤੇ ਇਸ ਨੂੰ ਇਸ ਤਰ੍ਹਾਂ ਲੜਿਆਇਆ ਜਿਵੇਂ ਬੱਚੇ ਨੂੰ ਲੜਿਆਈਦਾ ਹੈ। ਆਈ, ਕਿੰਨੀ ਚੰਗੀ ਬੋਤਲ ਹੈ। ਮੈਨੂੰ ਯਕੀਨ ਹੈ ਕਿ ਜਿਸ ਮੁੰਡੇ ਨੇ ਇਹ ਲਿਆਂਦੀ ਏ ਉਹ ਵੀ ਵੱਡਾ ਹੋ ਕੇ ਚੰਗਾ ਆਦਮੀ ਬਣੇਗਾ। ਅਬੂ ਤਾਲਬ ਨੇ ਮੇਜ਼ ਉੱਤੇ ਸਜਾਏ ਨਿੱਕੇ ਨਿੱਕੇ ਵਾਈਨ ਗਲਾਸਾਂ ਵੱਲ ਦੇਖਿਆ।
ਉਸਨੇ ਇੰਜ ਮੂੰਹ ਵੱਟਿਆ ਜਿਸ ਤਰ੍ਹਾਂ ਮੂੰਹ ਵਿੱਚ ਕੁਝ ਕਸੈਲਾ ਆ ਗਿਆ ਹੋਵੇ ਜਾਂ ਦਾੜ ਦਰਦ ਕਰਦੀ ਹੋਵੇ। ਉਸਨੇ ਆਪਣਾ ਗਲਾਸ ਇੱਧਰੋਂ ਉੱਧਰੋਂ ਦੇਖਿਆ ਤੇ ਇਸ ਦੇ ਅੰਦਰ ਝਾਤੀ ਮਾਰੀ। ਮੇਰਾ ਖਿਆਲ ਹੈ ਕਿ ਉਹ ਇਸ ਵਿੱਚ ਆਪਣੀ ਸਿਗਰਟ ਰੱਖਣ ਲਈ ਤੇ ਇਸ ਤਰ੍ਹਾਂ ਆਪਣੀ ਬਿਲਕੁਲ ਹਕਾਰਤ ਪ੍ਰਗਟ ਕਰਨ ਲਈ ਕਾਲਾ ਪੈ ਰਿਹਾ ਸੀ, ਜਿਹੜੀ ਉਹ ਐਸੀ ਚੀਜ਼ ਲਈ ਮਹਿਸੂਸ ਕਰ ਰਿਹਾ ਸੀ ਜਿਹੜੀ ਇਸ ਤੋਂ ਚੰਗੇਰੀ ਚੀਜ਼ ਦੀ ਹੱਕਦਾਰ ਨਹੀਂ ਸੀ। ਮੈਂ ਅਬੂ ਤਾਲਬ ਨੂੰ ਵੱਡਾ ਸਾਰਾ ਸ਼ਰਾਬ ਪੀਣ ਵਾਲਾ ਸਿੰਗ ਦਿੱਤਾ ਜੋ ਜਾਰਜੀਆ ਦੀ ਸੁਗਾਤ ਸੀ। ਬਜ਼ੁਰਗ ਕਵੀ ਕਿੰਨਾ ਚਿਰ ਇਸ ਵੱਲ ਦੇਖਦਾ ਰਿਹਾ ਤੇ ਅਖੀਰ ਇਸ ਬਾਰੇ ਆਪਣਾ ਫਤਵਾ ਦਿੱਤਾ। ਇਹ ਚੰਗਾ ਸਿੰਗ ਹੈ, ਪਰ ਚਾਂਦੀ ਦੇ ਸਿਰਿਆਂ ਤੋਂ ਬਿਨਾਂ ਇਹ ਹੋਰ ਵੀ ਚੰਗਾ ਲੱਗੇਗਾ। ਸਿੰਗ ਉੱਤੇ ਉਕਰਾਈ ਵਾਲੀ ਇਹ ਚਾਂਦੀ ਤਾਂ ਇੰਜ ਜਿਵੇਂ ਲਾੜੇ ਦੀ ਪੇਟੀ ਹੋਵੇ। ਇਹ ਕਾਹਦੇ ਲਈ ਏ? ਕੀ ਚਾਂਦੀ ਨਾਲ ਬੋਧਕਾ ਜ਼ਿਆਦਾ ਚੰਗੀ ਜਾਂ ਵਧੇਰੇ ਸਖਤ ਲੱਗਣ ਲੱਗ ਪਵੇਗੀ? ਨਹੀਂ, ਰਸੂਲ ਮੈਨੂੰ ਸਾਦਾ ਜਿਹਾ ਆਮ ਗਲਾਸ ਦੇ, ਜਿਸ ਤਰ੍ਹਾਂ ਦੇ ਮੈਂ ਸਾਰੀ ਉਮਰ ਆਪਣੇ ਹੱਥਾਂ ਵਿੱਚ ਫੜਦਾ ਰਿਹਾ ਹਾਂ। ਮੈਨੂੰ ਪੂਰਾ ਪਤਾ ਹੈ ਕਿ ਇੱਕ ਗਲਾਸ ਵਿੱਚ ਕਿੰਨੀਆਂ ਘੁੱਟਾਂ ਹੁੰਦੀਆਂ ਨੇ। ਮੈਨੂੰ ਪਤਾ ਹੈ ਕਦੋਂ ਰੁਕਣਾ ਤੇ ਕਦੋਂ ਚੱਲਣਾ ਹੈ। ਮੈਂ ਅਬੂ ਤਾਲਬ ਦੀ ਇਹ ਇੱਛਾ ਵੀ ਪੂਰੀ ਕਰ ਦਿੱਤੀ। ਉਸਨੇ ਗਲਾਸ ਭਰਿਆ, ਡਬਲ ਰੋਟੀ ਦਾ ਨਿੱਕਾ ਜਿਹਾ ਟੋਟਾ ਇਸ ਵਿੱਚ ਪਾਇਆ ਤੇ ਦਾਰਗੀਨੀਅਨ ਵਿੱਚ ਬੋਲਿਆ, ਦਿਰਖਾਬ। ਫਿਰ ਉਸਨੇ ਬੋਧਕਾ ਅੰਦਰ ਸੁੱਟੀ, ਸਾਹ ਲਿਆ ਤੇ ਅੱਗੋਂ ਕਹਿਣ ਲੱਗਾ, ਪੀਣ ਤੋਂ ਪਹਿਲਾਂ ਦਿਰਖਾਬ ਜ਼ਰੂਰ ਕਹਿਣਾ ਚਾਹੀਦਾ ਹੈ। ਬੇਸ਼ੱਕ ਇਸ ਲਫ਼ਜ਼ ਦੇ ਅਰਥ ਸਮਝਾਉਣੇ ਮੁਸ਼ਕਲ ਨੇ, ਹੋ ਸਕਦਾ ਇਸ ਦਾ ਕੋਈ ਅਰਥ ਹੀ ਨਾ ਹੋਵੇ, ਪਰ ਹਰ ਕੋਈ ਜਾਣਦਾ ਹੈ ਕਿ ਇਸ ਦਾ ਮਤਲਬ ਕੀ ਹੈ ਜਦੋਂ ਤੁਸੀਂ ਕਹਿੰਦੇ ਹੋ ਦਿਰਖਾਬ। ਗਲਾਸ ਖਾਲੀ ਕਰਕੇ ਅਬੂ ਤਾਲਬ ਨੇ ਤਰੀ ਦੀ ਪਲੇਟ ਨੇੜੇ ਖਿੱਚੀ, ਮਾਸ ਦੇ ਟੁਕੜੇ ਬਾਹਰ ਕੱਢ ਕੇ ਵੱਖਰੀ ਪਲੇਟ ਵਿੱਚ ਰੱਖ ਦਿੱਤੇ ਤੇ ਰੋਟੀ ਭੋਰ ਕੇ ਤਰੀ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ। ਉਹ ਬਿਨਾਂ ਕਾਹਲ ਕੀਤਿਆਂ ਖੁਸ਼ੀ ਤੇ ਇਸ ਗਰਮ ਤੇ ਸੁਆਦੀ ਖੁਰਾਕ ਦੇ ਹਰ ਚਮਚੇ ਦਾ ਸਵਾਦ ਮਾਣਦਾ ਹੋਇਆ ਖਾ ਰਿਹਾ ਸੀ। ਵਿੱਚ ਉਹ ਮਾਸ ਦਾ ਨਿੱਕਾ ਜਿਹਾ ਟੋਟਾ ਵੀ ਕੱਟਦਾ ਤੇ ਉਸੇ ਤਰ੍ਹਾਂ ਹੌਲੀ ਆਪਣੇ ਮੂੰਹ ਵਿੱਚ ਸੁੱਟ ਲੈਂਦਾ। ਮੇਰਾ ਨਹੀਂ ਖਿਆਲ ਕਿ ਮਾਸ ਉਸਨੂੰ ਇਸ ਨਾਲੋਂ ਅੱਧਾ ਵੀ ਸੁਆਦੀ ਲੱਗਦਾ ਹੈ ਜੇ ਉਹ ਇਸ ਨੂੰ ਕਿਸੇ ਹੋਰ ਤਰ੍ਹਾਂ ਖਾਂਦਾ ਜਾਂ ਇਸ ਨੂੰ ਆਪਣੇ ਜੇਬੀ ਚਾਕੂ ਦੀ ਥਾਂ ਕਿਸੇ ਹੋਰ ਚਾਕੂ ਨਾਲ ਕੱਟਦਾ। ਮਾਸ ਤੇ ਤਰੀ ਮੁੱਕੀ ਤਾਂ ਅਬੂ ਤਾਲਬ ਨੇ ਮੇਜ਼ ਤੋਂ ਰੋਟੀ ਦੇ ਸਾਰੇ ਭੋਰੇ ਇਕੱਠੇ ਕੀਤੇ ਤੇ ਮੂੰਹ ਵਿੱਚ ਪਾ ਲਏ। ਫਿਰ ਉਸਨੇ ਕੁਝ ਹੋਰ ਪੀਤੀ ਤੇ ਆਪਣੀਆਂ ਮੁੱਛਾਂ ਨੂੰ ਵੱਟ ਦਿੱਤਾ। ਹੁਣ ਕੁਝ ਚਾਹ ਆਵੇ? ਇਸ ਵੇਲੇ ਮੇਰੀ ਚਾਹ ਹੈ ਕੁਝ ਹੋਰ ਤਮਾਕੂ। ਮੈਨੂੰ ਦੱਸ ਰਸੂਲ, ਦੂਜੀਆਂ ਚੀਜ਼ਾਂ ਨਾਲੋਂ ਸਿਗਰਟ ਦਾ ਕੀ ਫਰਕ ਹੈ? ਮੈਨੂੰ ਨਹੀਂ ਪਤਾ। ਹੋਰ ਕਿਸੇ ਵੀ ਚੀਜ਼ ਨੂੰ ਤੁਸੀਂ ਜਿੰਨਾ ਲਮਕਾਓਗੇ ਇਹ ਲਮਕਦੀ ਜਾਏਗੀ, ਪਰ ਸਿਗਰਟ ਛੋਟੀ ਹੁੰਦੀ ਜਾਏਗੀ। ਉਹ ਆਪਣੀ ਹੀ ਸਾਦੀ ਜੀ ਉਡਾਉਣੀ ਉੱਤੇ ਖੁਸ਼ ਹੁੰਦਾ ਹੋਇਆ ਹੱਸਿਆ। ਤੂੰ ਬਹੁਤ ਜ਼ਿਆਦਾ ਸਿਗਰਟ ਪੀਂਦਾ ਹੈ ਅਬੂ ਤਾਲਬ। ਇਹ ਤੇਰੀ ਸਿਹਤ ਲਈ ਖਰਾਬ ਨਹੀਂ? ਕਹਿੰਦੇ ਨੇ ਕਿ ਰੱਜ ਕੇ ਖਾਣ ਤੋਂ ਪਿੱਛੋਂ ਖੁਦ ਅੱਲਾ ਵੀ ਸਿਗਰਟ ਪੀਂਦਾ ਹੈ। ਉਸਨੇ ਆਪਣੀ ਸਿਗਰਟ ਖਤਮ ਕੀਤੀ ਤੇ ਇੱਕਦਮ ਪੁੱਛਣ ਲੱਗਾ, ਲੇਖਕ ਯੂਨੀਅਨ ਦੇ ਬੋਰਡ ਦੀ ਅਗਲੀ ਮੀਟਿੰਗ ਕਦੋਂ ਹੈ? ਕੱਲ੍ਹ। ਤੈਨੂੰ ਕੁਝ ਪਤਾ ਹੈ ਕਿ ਲੇਖਕਾਂ ਦੀ ਸਹਾਇਤਾ ਲਈ ਫੰਡ ਬਾਰੇ ਜਨੀਨੂਦੀਨ ਦੀ ਬੇਨਤੀ ਉੱਤੇ ਵਿਚਾਰ ਕੀਤੀ ਜਾਏਗੀ ਜਾਂ ਨਹੀਂ? ਨਹੀਂ, ਮੈਨੂੰ ਨਹੀਂ ਪਤਾ। ਪਰ ਇਸ ਨਾਲ ਤੇਰਾ ਕੀ ਸੰਬੰਧ ਹੈ? ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ। ਜਦੋਂ ਮੈਂ ਅਜੇ ਮੁੰਡਾ ਜਿਹਾ ਹੀ ਸਾਂ ਤਾਂ ਮੈਂ ਬੱਛੜਿਆਂ ਦਾ ਖਿਆਲ ਰੱਖਦਾ ਹੁੰਦਾ ਸਾਂ। ਮੇਰੇ ਬੱਛੜੇ ਮੈਨੂੰ ਕੋਈ ਤਕਲੀਫ ਨਹੀਂ ਸਨ ਦਿੰਦੇ ਹੁੰਦੇ। ਮੈਂ ਹਰੇ ਘਾਹ ਉੱਤੇ ਪਿਆ ਰਹਿੰਦਾ ਸਾਂ ਤੇ ਧੁੱਪ ਸੇਕਦਾ ਰਹਿੰਦਾ ਸਾਂ ਤੇ ਬੱਛੜੇ ਕੋਲ ਹੀ ਚਰਦੇ ਰਹਿੰਦੇ ਸਨ। ਹਰ ਕੋਈ ਖੁਸ਼ ਸੀ, ਮੈਂ ਤੇ ਮੇਰੇ ਬੱਛੜੇ ਤੇ ਬੱਛੜਿਆਂ ਦਾ ਮਾਲਕ। ਫਿਰ ਇੱਕ ਭਿਆਨਕ ਚੀਜ਼ ਵਾਪਰੀ। ਇੱਕ ਮਾਰਕੇਬਾਜ਼ ਬੱਛੜਾ ਬੱਗ ਵਿੱਚੋਂ ਨਿਕਲ ਕੇ ਉਸ ਰਾਹ ਪੈ ਗਿਆ ਜਿਹੜਾ ਜਵੀ ਦੇ ਖੇਤ ਵੱਲ ਜਾਂਦਾ ਸੀ। ਬਾਕੀ ਦੇ ਵੀ ਉਸ ਦੇ ਮਗਰ ਹੋ ਤੁਰੇ। ਇਹ ਮੇਰੇ ਲਈ ਸ਼ਾਂਤ ਜ਼ਿੰਦਗੀ ਦਾ ਅੰਤ ਸੀ। ਮੈਂ ਬੱਛੜਿਆਂ ਨੂੰ ਜਵੀ ਤੋਂ ਪਰੇ ਨਹੀਂ ਸਾਂ ਰੱਖ ਸਕਦਾ। ਮੈਂ ਉਹਨਾਂ ਤੋਂ ਇੱਕ ਵੀ ਕਦਮ ਲਾਂਭੇ ਨਹੀਂ ਸਾਂ ਜਾ ਸਕਦਾ। ਸਾਹਿਤਕ ਫੰਡ ਨਾਲ ਤੇ ਸਾਡੇ ਕਵੀਆਂ ਨਾਲ ਵੀ ਇਹੀ ਵਾਪਰਦਾ ਹੈ।
ਉਹ ਸ਼ਾਂਤੀ ਨਾਲ ਰਹਿੰਦੇ ਤੇ ਕਿਤਾਬਾਂ ਲਿਖਦੇ ਸਨ ਜਿੰਨਾ ਚਿਰ ਤੱਕ ਉਹਨਾਂ ਨੇ ਸਾਹਿਤਕ ਫੰਡ ਬਾਰੇ ਨਹੀਂ ਸੀ ਸੁਣਿਆ। ਮੈਨੂੰ ਨਹੀਂ ਪਤਾ ਕਿ ਪਹਿਲ ਕਿਸ ਨੇ ਕੀਤੀ, ਪਰ ਹੁਣ ਉਹ ਸਾਰੇ ਹੀ ਸਾਹਿਤਕ ਫੰਡ ਨੂੰ ਮੂੰਹ ਮਾਰ ਰਹੇ ਨੇ, ਜਿਸ ਤਰ੍ਹਾਂ ਮੇਰੇ ਬਛੜੇ ਜਵੀ ਨੂੰ ਮੂੰਹ ਮਾਰਦੇ ਸਨ। ਉਹ ਆਪਣੀਆਂ ਕਵਿਤਾਵਾਂ ਬਾਰੇ ਘੱਟ ਤੇ ਸਾਹਿਤਕ ਫੰਡ ਬਾਰੇ ਜ਼ਿਆਦਾ ਸੋਚਦੇ ਨੇ। ਸਵੇਰ ਵੇਲੇ ਕਵਿਤਾਵਾਂ ਦੀ ਥਾਂ ਉਹ ਸਾਹਿਤਕ ਫੰਡ 'ਚੋਂ ਗ੍ਰਾਂਟਾਂ ਲਈ ਅਰਜ਼ੀਆਂ ਲਿਖਣ ਬੈਠ ਜਾਂਦੇ ਨੇ। ਖੈਰ, ਮੈਂ ਵੀ ਅਰਜ਼ੀ ਦੇਣਾ ਚਾਹੁੰਦਾ ਹਾਂ, ਜਿਹੜੀ ਉੱਥੇ ਵਿਚਾਰੀ ਜਾਏ। ਕਾਹਦੇ ਬਾਰੇ ਅਬੂ ਤਾਲਬ? ਤੈਨੂੰ ਕਾਹਦੀ ਲੋੜ ਹੈ? ਤੂੰ ਤਾਂ ਜਾਣਦਾ ਹੀ ਹੈ ਕਿ ਮੇਰਾ ਸਰੀਰ ਕਦੀ ਕਿਸੇ ਡਾਕਟਰ ਨੇ ਨਹੀਂ ਦੇਖਿਆ। ਹੁਣ ਮੈਂ ਕਿਸੇ ਸਿਹਤ ਸਥਾਨ ਉੱਤੇ ਜਾਣਾ ਚਾਹੁੰਦਾ ਹਾਂ। ਤੂੰ ਸਮਝ ਲੈ ਕਿ ਸੈਨੀਟੋਰੀਅਮ ਦੀ ਟਿਕਟ ਤੇਰੀ ਜੇਬ ਵਿੱਚ ਹੈ। ਤਾਂ ਵੀ ਇਹ ਜ਼ਿਆਦਾ ਚੰਗਾ ਨਹੀਂ ਹੋਵੇਗਾ ਜੇ ਤੂੰ ਆਪਣੀ ਅਰਜ਼ੀ ਲੇਖਕ ਯੂਨੀਅਨ ਨੂੰ ਨਹੀਂ, ਸਗੋਂ ਦਾਗਿਸਤਾਨ ਦੀ ਸੁਪਰੀਮ ਸੋਵੀਅਤ ਨੂੰ ਦੇਵੇਂ। ਤੂੰ ਆਖਰ ਸੁਪਰੀਮ ਸੋਵੀਅਤ ਦੇ ਪ੍ਰਧਾਨਗੀ ਮੰਡਲ ਦਾ ਮੈਂਬਰ ਹੈ। ਸਰਕਾਰੀ ਸੈਨੀਟੋਰੀਅਮ ਲੇਖਕਾਂ ਦੇ ਸੈਨੀਟੋਰੀਅਮ ਨਾਲੋਂ ਜ਼ਿਆਦਾ ਚੰਗਾ ਹੁੰਦਾ ਹੈ। ਅਬੂ ਤਾਲਬ ਨੇ ਸਿਰ ਹਿਲਾਇਆ ਤੇ ਜ਼ੁਬਾਨ ਨਾਲ ਤਤ ਕਰਨ ਲੱਗਾ। ਉਸ ਦੇ ਮੂੰਹ ਵਿੱਚ ਇਹ ਆਵਾਜ਼ ਇਹਨਾਂ ਕਈ ਭਾਵਾਂ ਵਿੱਚੋਂ ਕੋਈ ਵੀ ਇੱਕ ਪ੍ਰਗਟ ਕਰ ਸਕਦੀ ਸੀ, ਖੁਸ਼ੀ, ਨਮੋਸ਼ੀ, ਹੈਰਾਨੀ, ਜਾਂ ਜਿਵੇਂ ਕਿ ਇਸ ਵਾਰੀ ਸੀ ਨਾ। ਨਹੀਂ ਰਸੂਲ, ਪਹਿਲੀ ਥਾਂ ਮੈਂ ਸਿਰਫ 4 ਸਾਲ ਲਈ ਸੁਪਰੀਮ ਸੋਵੀਅਤ ਦਾ ਮੈਂਬਰ ਚੁਣਿਆ ਗਿਆ ਸਾਂ, ਜਦ ਕਿ ਲੇਖਕ ਮੈਂ ਸਾਰੀ ਉਮਰ ਰਿਹਾ ਹਾਂ। ਦੂਜੀ ਗੱਲ, ਦੋਹਾਂ ਸੈਨੀਟੋਰੀਅਮਾਂ ਵਿੱਚ ਕੁਝ ਕਮੀਆਂ ਜ਼ਰੂਰ ਹੋਣਗੀਆਂ। ਮੈਨੂੰ ਦੱਸ, ਕਿਸ ਦੀ ਆਲੋਚਨਾ ਕਰਨਾ ਸੌਖਾ ਹੈ, ਤੇਰੀ ਤੇ ਖਪਾਲਾਯੋਬ ਦੀ ਜਾਂ ਕਿ ਸੁਪਰੀਮ ਸੋਵੀਅਤ ਦੀ? ਠੀਕ ਹੈ, ਆਪਣੀ ਅਰਜ਼ੀ ਦੇ ਦੇ। ਕੱਲ੍ਹ ਅਸੀਂ ਇਸ ਉੱਤੇ ਵਿਚਾਰ ਕਰ ਲਵਾਂਗੇ। ਮਿਰਜ਼ਾ ਮੇਰੇ ਲਈ ਅਰਜ਼ੀ ਲਿਖੇਗਾ। ਮੈਂ ਆਪ ਤਾਂ ਕਦੀ ਲਿਖੀ ਨਹੀਂ, ਤੇ ਤੂੰ ਮੇਰੇ ਲਈ ਬੁਕਿੰਗ ਤਿਆਰ ਰੱਖੀ। ਇੰਨੇ ਲਫ਼ਜ਼ ਕਹਿ ਕੇ ਅਬੂ ਤਾਲਬ ਉੱਠਿਆ ਤੇ ਜਾਣ ਦੀ ਇੱਛਾ ਪ੍ਰਗਟ ਕੀਤੀ। ਹੁਣ ਕਿੱਥੇ ਚੱਲੇ ਆ ਅਬੂ ਤਾਲਬ? ਮੈਂ ਸੋਚਦਾ ਸਾਂ ਪ੍ਰਕਾਸ਼ਕਾਂ ਦੇ ਹੁੰਦਾ ਜਾਵਾਂ। ਕਹਿੰਦੇ ਨੇ ਕਿ ਮੇਰੀ ਨਵੀਂ ਕਿਤਾਬ ਛਪ ਗਈ ਹੈ। ਮੈਂ ਦੇਖਣਾ ਚਾਹੁੰਦਾ ਹਾਂ ਕਿ ਇਹ ਹੈ ਕੀ, ਮੁੰਡਾ ਜਾਂ ਕੁੜੀ। ਅੱਜ ਸ਼ਾਮ ਅਧਿਆਪਕਾਂ ਦੇ ਕਾਲਜ ਤੂੰ ਸਾਡੇ ਨਾਲ ਸ਼ਾਮਲ ਹੋ। ਅਸੀਂ ਵਿਦਿਆਰਥੀਆਂ ਤੇ ਲੇਖਕਾਂ ਦੀ ਇੱਕ ਮਿਲਣੀ ਕਰ ਰਹੇ ਹਾਂ। ਚੰਗਾ, ਆ ਜਾਵਾਂਗਾ। ਆਪਣਾ ਸੁਰਨਾ ਲੈਂਦਾ ਆਵਾਂ? ਉਹ ਅਬੂ ਤਾਲਬ, ਤੂੰ ਸੁਰਨਾ ਵਜਾਉਣ ਵਾਲਾ ਨਹੀਂ, ਕਵੀ ਹੈ। ਆਪਣੀਆਂ ਕਵਿਤਾਵਾਂ ਦਾ ਸਭ ਤੋਂ ਚੰਗਾ ਸੰਗ੍ਰਹਿ ਆਪਣੇ ਨਾਲ ਲਿਆਈ। ਚੰਗਾ, ਮਿਲਾਂਗੇ, ਅਬੂ ਤਾਲਬ ਨੇ ਕਿਹਾ ਤੇ ਚਲਾ ਗਿਆ। ਮਹਿਲਾ ਅਧਿਆਪਕ ਕਾਲਜ ਵਿੱਚ ਸਾਹਿਤਕ ਸਭਾ 7 ਵਜੇ ਸ਼ੁਰੂ ਹੋਣੀ ਸੀ। ਉਦੋਂ ਤੱਕ ਦਾਗਿਸਤਾਨ ਦੀਆਂ ਕਈ ਕੌਮੀਅਤਾਂ ਦੀ ਪ੍ਰਤੀਨਿਧਤਾ ਕਰਦੇ ਕਵੀ ਸਟੇਜ ਉੱਤੇ ਸਜੇ ਹੋਏ ਸਨ। ਮੈਂ 4 ਚੁਫੇਰੇ ਦੇਖਿਆ, ਪਰ ਅਬੂ ਤਾਲਬ ਕਿਤੇ ਨਾ ਦਿਸਿਆ। ਸੋ ਅਸੀਂ ਉਸ ਤੋਂ ਬਿਨਾਂ ਹੀ ਸ਼ੁਰੂ ਕਰ ਦਿੱਤਾ। ਇੱਕ ਇੱਕ ਕਰਕੇ ਕਵੀ ਆਉਂਦੇ ਗਏ ਤੇ ਹਰ ਕੋਈ ਆਪਣੀ ਬੋਲੀ ਵਿੱਚ ਕਵਿਤਾ ਪੇਸ਼ ਕਰਦਾ ਰਿਹਾ। ਲਾਖ ਜਾਂ ਕੋਮੀਕ ਜਾਂ ਲੈਸਗੇਨੀਅਨ ਜਾਂ ਅਵਾਰ। ਫਿਰ ਇੱਕ ਨੌਜਵਾਨ ਕਵੀ ਜਦੋਂ ਕਵਿਤਾ ਪੜ੍ਹ ਰਿਹਾ ਸੀ ਤਾਂ ਅੱਧ ਵਿਚਕਾਰ ਹੀ ਸਰੋਤੇ ਬੇਮੌਕਾ ਤਾੜੀਆਂ ਮਾਰਨ ਲੱਗ ਪਏ। ਅਬੂ ਤਾਲਬ ਸਟੇਜ ਦੇ ਪਿਛਲੇ ਪਾਸਿਓਂ ਆ ਗਿਆ। ਕੁੜੀਆਂ ਉਸ ਲਈ ਤਾੜੀਆਂ ਮਾਰ ਰਹੀਆਂ ਸਨ। 2 ਹੋਰ ਕਵੀਆਂ ਪਿੱਛੋਂ ਮੈਂ ਅਬੂ ਤਾਲਬ ਨੂੰ ਇਸ਼ਾਰਾ ਕੀਤਾ ਕਿ ਤਿਆਰ ਹੋ ਜਾ। ਉਹ ਗੰਭੀਰ ਜਿਹਾ ਹੋ ਕੇ ਬੈਠ ਗਿਆ, ਜਿਸ ਤਰ੍ਹਾਂ ਫੋਟੋ ਲਹਾਉਣ ਲਈ ਪੋਜ਼ ਬਣਾਈ ਬੈਠਾ ਹੋਵੇ, ਤੇ ਆਪਣੀਆਂ ਮੁੱਛਾਂ ਨੂੰ ਵੱਟ ਚਾੜਨ ਲੱਗਾ। ਦੇਖ, ਮੈਂ ਤਿਆਰ ਹੋ ਰਿਹਾ ਹਾਂ, ਉਸ ਦਾ ਅੰਦਾਜ਼ ਕਹਿੰਦਾ ਲੱਗਦਾ ਸੀ। ਅਬੂ ਤਾਲਬ ਨੇ ਕੁੜੀਆਂ ਨੂੰ ਜ਼ਰਾ ਕੁ ਰੂਸੀ ਵਿੱਚ, ਜ਼ਰਾ ਕੁ ਅਵਾਰ ਵਿੱਚ, ਜ਼ਰਾ ਕੁ ਲਾਕ ਵਿੱਚ ਸੰਬੋਧਨ ਕੀਤਾ, ਕਿਉਂਕਿ ਉਹ ਦਾਗਿਸਤਾਨ ਵਿੱਚ ਬੋਲੀਆਂ ਜਾਂਦੀਆਂ ਸਭ ਜ਼ੁਬਾਨਾਂ ਥੋੜ੍ਹੀਆਂ ਜਾਣਦਾ ਸੀ। ਉਸਨੇ ਲਾਕ ਵਿੱਚ 2 ਕਵਿਤਾਵਾਂ ਪੜ੍ਹੀਆਂ। ਉਹ ਆਪਣੇ ਪ੍ਰੋਗਰਾਮ ਦੇ ਸਾਹਿਤਕ ਹਿੱਸੇ ਵਿੱਚੋਂ ਇਸ ਤਰ੍ਹਾਂ ਦੌੜਦਾ ਲੰਘ ਰਿਹਾ ਸੀ ਜਿਵੇਂ ਕਿ ਇਹ ਸਿਰਫ ਭੂਮਿਕਾ ਹੋਵੇ। ਮੁੱਖਬੰਦ ਤੇ ਵੱਡਾ ਹਿੱਸਾ ਅਜੇ ਅੱਗੇ ਆਉਣਾ ਹੈ। ਹੱਥ ਦੇ ਇਸ਼ਾਰੇ ਨਾਲ ਤਾੜੀਆਂ ਨੂੰ ਰੋਕਦਿਆਂ ਉਸਨੇ ਆਪਣੇ ਸਰੋਤਿਆਂ ਨੂੰ ਪੁੱਛਿਆ, ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਸੁਰਨਾ ਵਜਾ ਕੇ ਸੁਣਾਵਾਂ? ਜ਼ਰੂਰ ਵਜਾਓ, ਕੁੜੀਆਂ ਉੱਚੀ ਕਹਿਣ ਲੱਗ ਪਈਆਂ। ਅਬੂ ਤਾਲਬ ਸਟੇਜ ਦੇ ਪਿੱਛੋਂ ਜਾ ਕੇ ਸੁਰਨਾ ਤੇ ਵੰਜਲੀ ਲੈ ਆਇਆ ਤੇ ਹੌਲੀ ਕਦੀ ਇੱਕ ਨੂੰ ਕਦੀ ਦੂਜੇ ਸਾਜ਼ ਨੂੰ ਵਜਾਉਣ ਲੱਗ ਪਿਆ।
ਹਰ ਕੋਈ ਸਮਝਦਾ ਸੀ ਕਿ ਉਹ ਸਿਰਫ ਸੁਰ ਹੀ ਕਰ ਰਿਹਾ ਹੈ, ਜਾਂ ਕਹਿ ਲਓ ਕਿ ਆਪਣੀ ਆਵਾਜ਼ ਨੂੰ ਠੀਕ ਕਰ ਰਿਹਾ ਹੈ। ਹੁਣ ਇਸ ਵਿਸ਼ਵਾਸ ਨਾਲ ਕਿ ਸਾਜ਼ ਚੰਗੇ ਸੁਰ ਵਿੱਚ ਹਨ, ਅਬੂ ਤਾਲਬ ਨੇ ਅਚਨਚੇਤ ਮੇਜ਼ ਤੋਂ ਪਾਣੀ ਦਾ ਗਲਾਸ ਚੁੱਕਿਆ ਤੇ ਸੁਰਨੇ ਵਿੱਚ ਪਾ ਦਿੱਤਾ। ਆਪ ਪਾਣੀ ਪੀਣ ਤੋਂ ਪਹਿਲਾਂ ਆਪਣੇ ਘੋੜੇ ਨੂੰ ਪਾਣੀ ਪਿਲਾਓ, ਪਰਬਤਵਾਸੀ ਕਹਿੰਦੇ ਨੇ। ਆਪ ਪਾਣੀ ਪੀਣ ਤੋਂ ਪਹਿਲਾਂ ਕੁਝ ਪਾਣੀ ਸੁਰਨੇ ਵਿੱਚ ਪਾਓ, ਪਹਾੜਾਂ ਦੇ ਸੁਰਨਾ ਵਜਾਉਣ ਵਾਲੇ ਕਹਿੰਦੇ ਨੇ। ਅਬੂ ਤਾਲਬ ਨੇ ਵਜਾਉਣਾ ਸ਼ੁਰੂ ਕਰ ਦਿੱਤਾ। ਕਦੀ ਸਾਜ਼ ਨੂੰ ਉਹ ਇੱਕ ਪਾਸੇ ਕਰਦਾ, ਕਦੀ ਦੂਜੇ ਪਾਸੇ। ਜਵਾਨ ਕੁੜੀਆਂ ਨਾਲ ਨੱਕੋ ਨੱਕ ਭਰੇ ਹਾਲ ਦੇ ਸਾਹਮਣੇ ਅਬੂ ਤਾਲਬ ਪੂਰੇ ਰੰਗ ਵਿੱਚ ਆਇਆ ਹੋਇਆ ਸੀ। ਸ਼ਾਇਦ ਉਸ ਰਾਤ ਅਬੂ ਤਾਲਬ ਦਾ ਸੁਰਨਾ ਸਾਰੇ ਮਖਾਜ ਕਲਾ ਵਿੱਚ ਸੁਣਿਆ ਜਾ ਸਕਦਾ ਸੀ। ਪ੍ਰਧਾਨਗੀ ਮੰਡਲ ਵਿੱਚ ਵਾਪਸ ਆਪਣੀ ਥਾਂ ਮੱਲਦਿਆਂ ਅਬੂ ਤਾਲਬ ਨੇ ਸਿੱਧੇ ਜਿਹੇ ਤਰੀਕੇ ਨਾਲ ਹੀ ਮੈਨੂੰ ਪੁੱਛਿਆ, ਕਿਉਂ, ਕੈਸਾ ਰਿਹਾ ਸੁਰਨਾ? ਚੰਗਾ? ਹਾਂ, ਚੰਗਾ ਸੀ। ਤਾਂ ਫਿਰ ਤਾੜੀ ਕਿਉਂ ਮੁਰਦਿਆਂ ਵਾਂਗ ਮਾਰੀ ਸੀ? ਮੁੜ ਕੇ ਤਾੜੀ ਵਜਾ ਜਿਸ ਤਰ੍ਹਾਂ ਵਜਾਈ ਦੀ ਹੈ। ਉਸ ਦੇ ਇਹਨਾਂ ਲਫ਼ਜ਼ਾਂ ਉੱਤੇ ਹਾਲ ਵਿੱਚ ਖੂਬ ਹਾਸਾ ਮਚ ਗਿਆ। ਉਸ ਸ਼ਾਮ ਮੇਰੇ ਮੁਸ਼ਾਇਰਾ ਦੇ ਤੌਰ ਉੱਤੇ ਮੈਂ ਸੱਚਮੁੱਚ ਬਹੁਤਾ ਖੁਸ਼ ਨਹੀਂ ਸਾਂ ਕਿ ਅਬੂ ਤਾਲਬ ਵਰਗਾ ਚੰਗਾ ਕਵੀ ਸੁਰਨਾ ਵਜਾਉਣ ਵਾਲੇ ਦੇ ਰੋਲ ਵਿੱਚ ਸਾਹਮਣੇ ਆਵੇ। ਇਹ ਇਸੇ ਤਰ੍ਹਾਂ ਸੀ ਜਿਸ ਤਰ੍ਹਾਂ ਫਰਜ਼ ਕਰੋ ਰੂਸੀ ਕਵੀ ਜੈਸਨਨ ਆਪਣੀਆਂ ਕਵਿਤਾਵਾਂ ਸੁਣਾਉਣ ਦੀ ਥਾਂ ਨਾਚ ਕਰਨ ਲਈ ਸਟੇਜ ਉੱਤੇ ਆਇਆ ਹੋਵੇ। ਮੈਨੂੰ ਕੋਈ ਸ਼ੌਕ ਨਹੀਂ ਕਿ ਜੈਸਨਨ ਨੱਚ ਵੀ ਸਕਦਾ ਹੈ, ਪਰ ਹਰ ਚੀਜ਼ ਦੀ ਆਪਣੀ ਥਾਂ ਹੁੰਦੀ ਹੈ। ਮੇਰਾ ਖਿਆਲ ਹੈ ਕਿ ਮੈਂ ਪ੍ਰਧਾਨਗੀ ਮੰਡਲ ਵਿੱਚ ਬੈਠਾ ਨੱਕ ਮੂੰਹ ਵੱਟ ਰਿਹਾ ਸਾਂ ਤੇ ਤਾੜੀਆਂ ਉਤਸ਼ਾਹ ਨਾਲ ਨਹੀਂ ਸਾਂ ਵਜਾ ਰਿਹਾ, ਜਿਸ ਉੱਤੇ ਅਬੂ ਤਾਲਬ ਨੇ ਮੈਨੂੰ ਝਾੜ ਪਾਈ, ਜਿਸ ਨਾਲ ਸਰੋਤਿਆਂ ਦਾ ਹਾਸਾ ਨਿਕਲ ਗਿਆ। ਅਸੀਂ ਖੂਬਸੂਰਤ ਕੁੜੀਆਂ ਦੇ ਝੁੰਡ ਵਿੱਚ ਘਿਰੇ ਹੋਏ ਚੌੜੀਆਂ ਪੌੜੀਆਂ ਰਾਹੀਂ ਕੋਟ ਰੱਖਣ ਵਾਲੀ ਥਾਂ ਪੁੱਜੇ। ਮੈਂ ਆਪਣਾ ਕੋਟ ਪਾਇਆ ਤੇ ਸ਼ੀਸ਼ੇ ਵਿੱਚ ਆਪਣੇ ਉੱਪਰ ਇੱਕ ਝਾਤ ਮਾਰੀ। ਉਸ ਵੇਲੇ ਉੱਚੇ ਚੌਰਸ ਤੇ ਗੱਦੀਦਾਰ ਮੋਢਿਆਂ ਦਾ ਰਿਵਾਜ ਸੀ ਤੇ ਮੇਰਾ ਕੋਟ ਬਿਲਕੁਲ ਫੈਸ਼ਨ ਅਨੁਸਾਰ ਸੀ। ਅਬੂ ਤਾਲਬ ਨੇ ਮੇਰੇ ਵੱਲ ਦੇਖਿਆ ਤੇ ਸਿਰ ਮਾਰਨ ਲੱਗ ਪਿਆ। ਅਸੀਂ ਭੇਡਾਂ ਦੀ ਚਰਬੀ ਵਾਲੀ ਪੂਛਲ ਤੋਂ ਬਣੀ ਸਿਹਤਮੰਦ ਘਿਓ ਵਾਲੀ ਖੁਰਾਕ ਖਾ ਕੇ ਆਪਣੇ ਮੋਢੇ ਚੌੜੇ ਕਰਦੇ ਹੁੰਦੇ ਸਾਂ, ਪਰ ਹੁਣ ਅਸੀਂ ਰੂੰ ਦੀਆਂ ਗੱਦੀਆਂ ਰੱਖਦੇ ਹਾਂ। ਅਸੀਂ ਆਪਣੇ ਗੀਤ ਗਾਉਂਦੇ ਹੁੰਦੇ ਸਾਂ ਤੇ ਨਾਲ ਕਮੂਜ਼ ਵਜਾਉਂਦੇ ਹੁੰਦੇ ਸਾਂ, ਪਰ ਹੁਣ ਅਸੀਂ ਕਾਗਜ਼ ਦੇ ਟੋਟੇ ਤੋਂ ਪੜ੍ਹਦੇ ਹਾਂ। ਦੁਨੀਆ ਕਿੰਨੀ ਬਦਲ ਗਈ ਹੈ। ਮੈਨੂੰ ਤਾਂ ਇਹ ਤਬਦੀਲੀਆਂ ਚੰਗੀਆਂ ਨਹੀਂ ਲੱਗਦੀਆਂ। ਤੂੰ ਇੰਨੀ ਦੇਰ ਨਾਲ ਕਿਉਂ ਆਇਆ ਅਬੂ ਤਾਲਬ? ਮੈਂ ਸਭ ਕੱਪੜੇ ਪਾ ਕੇ ਘਰੋਂ ਨਿਕਲਣ ਹੀ ਵਾਲਾ ਸਾਂ ਜਦੋਂ ਅਵਾਰ ਥੀਏਟਰ ਦਾ ਇੱਕ ਐਕਟਰ ਨੱਠਾ ਨੱਠਾ ਮੇਰੇ ਕੋਲ ਆਇਆ। ਅਵਾਰ ਥੀਏਟਰ ਨਾਲ ਤੇਰਾ ਕੀ ਵਾਸਤਾ ਹੈ? ਉਹਨਾਂ ਦੇ ਨਾਟਕ ਵਿੱਚ ਇੱਕ ਵਿਆਹ ਹੁੰਦਾ ਹੈ। ਵਿਆਹ ਤੋਂ ਬਿਨਾਂ ਅੱਜ ਕੱਲ੍ਹ ਕੋਈ ਨਾਟਕ ਨਹੀਂ ਹੋ ਸਕਦਾ ਤੇ ਸੁਰਨਾ ਵਜਾਉਣ ਵਾਲਾ ਬਿਮਾਰ ਪੈ ਗਿਆ ਸੀ। ਸੁਰਨਾ ਵਜਾਉਣ ਵਾਲੇ ਤੋਂ ਬਿਨਾਂ ਵਿਆਹ ਹੀ ਕੀ ਹੋਇਆ? ਸੋ ਮੇਰੇ ਕੋਲ ਆਏ ਕਿ ਮੈਂ ਸਿਰਫ 10 ਮਿੰਟ ਲਈ ਸੁਰਨਾ ਵਜਾ ਦਿਆਂ। ਫਿਰ ਵੀ ਥੀਏਟਰ ਤੱਕ ਪਹੁੰਚਦਿਆਂ ਪਹੁੰਚਦਿਆਂ ਕੁਝ ਸਮਾਂ ਲੱਗ ਗਿਆ। ਫਿਰ ਸਾਨੂੰ ਵਿਆਹ ਵਾਲੇ ਦ੍ਰਿਸ਼ ਦੀ ਉਡੀਕ ਕਰਨੀ ਪਈ। ਮੈਂ 2 ਗੀਤਾਂ ਨਾਲ ਉਹਨਾਂ ਨੂੰ ਨਿਹਾਲ ਕੀਤਾ, ਜਿਸ ਨਾਲ ਸਰੋਤਿਆਂ ਨੂੰ ਨਾਟਕ ਭੁੱਲ ਹੀ ਗਿਆ। ਉਹਨਾਂ ਦੇ ਕੰਨ ਸਨ ਤਾਂ ਸਿਰਫ ਮੇਰੇ ਲਈ। ਮੈਂ ਸਾਰੀ ਸ਼ਾਮ ਭਾਵੇਂ ਵਜਾਉਂਦਾ ਰਹਿੰਦਾ ਤੇ ਉਹਨਾਂ ਨੇ ਉੱਥੇ ਬੈਠੇ ਰਹਿਣਾ ਤੇ ਮੈਨੂੰ ਸੁਣਦੇ ਰਹਿਣਾ ਸੀ। ਜੇ ਮੈਂ ਮਸ਼ਹੂਰ ਕਵੀ ਤੇ ਆਪਣੀ ਰਿਪਬਲਿਕ ਦੀ ਸੁਪਰੀਮ ਸੋਵੀਅਤ ਦੇ ਪ੍ਰਧਾਨਗੀ ਮੰਡਲ ਦਾ ਮੈਂਬਰ ਅਬੂ ਤਾਲਬ ਹੁੰਦਾ ਤਾਂ ਮੈਂ ਕਦੀ ਸੁਰਨਾ ਵਜਾਉਣ ਵਾਲੇ ਦੇ ਰੋਲ ਵਿੱਚ ਸਾਹਮਣੇ ਨਾ ਆਉਂਦਾ। ਅਬੂ ਤਾਲਬ ਨੂੰ ਜ਼ਿਆਦਾ ਚੰਗੀ ਤਰ੍ਹਾਂ ਪਤਾ ਹੈ ਕਿ ਉਸਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਤੂੰ ਪ੍ਰਕਾਸ਼ਨ ਘਰ ਗਿਆ ਸੈਂ? ਤੇਰੀ ਕਿਤਾਬ ਦਾ ਕੀ ਬਣਿਆ? ਅੱਲਾ ਦਾ ਸ਼ੁਕਰ ਹੈ ਕਿਤਾਬ ਛਪ ਗਈ ਹੈ। ਅੱਲਾ ਦਾ ਸ਼ੁਕਰ ਹੈ ਮੈਨੂੰ ਕੁਝ ਰਕਮ ਮਿਲ ਗਈ ਹੈ। ਅੱਲਾ ਦਾ ਸ਼ੁਕਰ ਹੈ ਮੈਂ ਆਪਣਾ ਕਰਜ਼ਾ ਲਾ ਲਿਆ। ਅੱਲਾ ਦਾ ਸ਼ੁਕਰ ਹੈ ਮੈਂ ਇੱਕ ਬੱਤਖ ਖਰੀਦ ਲਈ ਹੈ। ਕੀ ਤੂੰ ਛੋਟੀ ਮੋਟੀ ਮਾਗਰੀਚ ਫੀਸਟ ਦਾ ਪ੍ਰਬੰਧ ਕਰ ਰਿਹਾ? ਕਿਹਦੇ ਲਈ? ਸੰਪਾਦਕ ਲਈ, ਆਰਟਿਸਟ ਲਈ, ਖਜ਼ਾਨਚੀ ਲਈ, ਤੇਰੀ ਕਿਤਾਬ ਦੇ ਪ੍ਰਕਾਸ਼ਨ ਨਾਲ ਸੰਬੰਧਿਤ ਹਰ ਬੰਦੇ ਲਈ। ਸੰਪਾਦਕ ਲਈ ਫੀਸਟ? ਅਬੂ ਤਾਲਬ ਤੈਸ਼ ਵਿੱਚ ਆਉਂਦਾ ਰਾਹ ਵਿੱਚ ਹੀ ਰੁਕ ਗਿਆ। ਉਹ ਮੋਗਰੋਚ ਦਾ ਹੱਕਦਾਰ ਹੈ
ਮਗਾ ਰੀਝਦਾ ਨਹੀਂ। ਮੋਗੋਰੋਚ ਅਵਾਰ ਲਫ਼ਜ਼ ਹੈ ਜਿਸ ਦਾ ਮਤਲਬ ਹੈ ਚੰਗਾ ਕੁਟਾਪਾ ਫੇਰਨਾ। ਅਬੂ ਤਾਲਬ ਆਪਣੀ ਇਸ ਵਿਕਰੋਕਤੀ ਉੱਤੇ ਕਿੰਨਾ ਚਿਰ ਹੱਸਦਾ ਰਿਹਾ ਤੇ ਫਿਰ ਗੱਲ ਜਾਰੀ ਰੱਖੀ। ਦੇਖ ਰਸੂਲ, ਮੈਂ ਸੁਣਿਆ ਕਿ ਕੋਈ ਵੀ ਦਾਗਿਸਤਾਨੀ ਜਿਹੜਾ ਆਪਣੇ ਪੁੱਤਰ ਦੀ ਸੁੰਨਤ ਕਰੇਗਾ ਉਸ ਨੂੰ ਨੌਕਰੀ ਤੋਂ ਹੱਥ ਧੋਣਾ ਪਵੇਗਾ ਤੇ ਹੋ ਸਕਦਾ ਹੈ ਪਾਰਟੀ ਵਿੱਚੋਂ ਵੀ ਕੱਢ ਦਿੱਤਾ ਜਾਏ। ਉਹ ਉਹਨਾਂ ਸੰਪਾਦਕਾਂ ਦੀ ਕਿਉਂ ਨਹੀਂ ਛੁੱਟੀ ਕਰਦੇ ਜਿਹੜੇ ਮੇਰੀਆਂ ਕਵਿਤਾਵਾਂ ਕੱਟਦੇ ਤੇ ਉਹਨਾਂ ਦਾ ਹੁਲੀਆ ਵਿਗਾੜਦੇ ਨੇ। ਕਿਤਾਬ ਜਿਸ ਤਰ੍ਹਾਂ ਸੰਪਾਦਿਤ ਕੀਤੀ ਗਈ ਹੁੰਦੀ ਹੈ, ਮੈਂ ਉਸ ਨੂੰ ਦੇਖ ਕੇ ਹੀ ਇੱਕਦਮ ਦੱਸ ਸਕਦਾ ਹਾਂ ਕਿ ਸੰਪਾਦਕ ਕਿਸ ਪਿੰਡ ਦਾ ਹੈ। ਸਾਡੇ ਇਲਾਕਿਆਂ ਵਿੱਚ ਹਰ ਪਿੰਡ ਆਪਣੀ ਹੀ ਉਪਭਾਸ਼ਾ ਬੋਲਦਾ ਹੈ ਤੇ ਹਰ ਸੰਪਾਦਕ ਮੈਨੂੰ ਆਪਣੇ ਪਿੰਡ ਦੀ ਬੋਲੀ ਵਿੱਚ ਅਨੁਵਾਦਨ ਦੀ ਕੋਸ਼ਿਸ਼ ਕਰਦਾ ਹੈ। ਅਬੂ ਤਾਲਬ ਇੱਕਦਮ ਚੁੱਪ ਹੋ ਗਿਆ ਤੇ ਫਿਰ ਮੁਸਕਰਾਉਂਦਿਆਂ ਉਸਨੇ ਗੱਲ ਤੋਰੀ। ਉਹ ਔਰਤ ਜਿਹੜੀ ਸਮਝੌਤਿਆਂ ਉੱਤੇ ਦਸਖਤ ਕਰਾਉਂਦੀ ਹੈ ਉਹ ਚੰਗੀ ਹੈ। ਕਿੰਨੀ ਚੰਗੀ ਜਨਾਨੀ ਹੈ। ਉਹ ਇੱਕੋ ਇੱਕ ਜੀ ਸੀ ਜਿਸ ਨੂੰ ਮੈਂ ਕਿਹਾ ਸ਼ੁਕਰੀਆ, ਤੇ ਤੂੰ ਉਸ ਪ੍ਰਤੀ ਆਪਣਾ ਸਤਿਕਾਰ ਦਿਖਾਉਣ ਲਈ ਹੋਰ ਕੀ ਕਿਹਾ? ਕੀ ਤੂੰ ਆਪਣੇ ਸਤਿਕਾਰ ਦੀ ਕੋਈ ਨਿਸ਼ਾਨੀ ਵੀ ਉਸ ਨੂੰ ਪੇਸ਼ ਕੀਤੀ? ਮੈਂ ਉਸ ਨੂੰ ਕਿਹਾ ਕਿ ਜੇ ਤੇਰੇ ਕੋਈ ਵੀ ਭਾਂਡੇ ਹੋਣ ਜਿਹੜੇ ਘਸ-ਘਸ ਕੇ ਪਤਲੇ ਹੋ ਚੁੱਕੇ ਹੋਣ ਜਾਂ ਉਹਨਾਂ ਵਿੱਚ ਛੇਕ ਪੈ ਚੁੱਕੇ ਹੋਣ ਜਾਂ ਚਿੱਬ ਪੈ ਚੁੱਕੇ ਹੋਣ ਤਾਂ ਉਹ ਮੇਰੇ ਕੋਲ ਲੈ ਆਵੀਂ ਤੇ ਮੈਨੂੰ ਉਹ ਠੀਕ ਕਰਕੇ ਬੜੀ ਖੁਸ਼ੀ ਹੋਵੇਗੀ। ਮੈਂ ਉਹਨਾਂ ਨੂੰ ਬਿਲਕੁਲ ਨਵੇਂ ਨਕੋਰ ਬਣਾ ਕੇ ਵਾਪਸ ਕਰਾਂਗਾ। ਉਸ ਦੀ ਇਹ ਖਰਮਸਤੀ ਮੈਨੂੰ ਉਸ ਦੇ ਅਵਾਰ ਥੀਏਟਰ ਦੇ ਸਟੇਜ ਉੱਤੇ ਸੁਰਨਾ ਵਜਾਉਣ ਵਾਲੇ ਨਾਲੋਂ ਵੀ ਭੈੜੀ ਲੱਗੀ। ਵਾੜ ਦੇ ਨੇੜੇ ਤਾਂਬੇ ਦਾ ਕੁਝ ਕਚਰਾ ਪਿਆ ਹੋਇਆ ਮੇਰੀ ਨਜ਼ਰੀ ਪਿਆ। ਮੈਂ ਬਜ਼ੁਰਗ ਉੱਤੇ ਆਪਣਾ ਗੁੱਸਾ ਕੱਢਣ ਲਈ ਉਸਨੂੰ ਪੁੱਛਿਆ, ਪਹਿਲਾਂ ਕਦੀ ਜਦੋਂ ਤੂੰ ਕਲੇਈਗਰ ਹੁੰਦਾ ਸੈਂ ਤਾਂ ਤੂੰ ਜ਼ਮੀਨ ਉੱਤੇ ਪਈ ਧਾਤ ਦੇ ਕਚਰੇ ਦੀ ਢੇਰੀ ਕਦੀ ਨਹੀਂ ਸੀ ਛੱਡਦਾ ਕਿ ਛੱਡ ਦਿੰਦਾ? ਤੂੰ ਇਸ ਨੂੰ ਚੁੱਕ ਕੇ ਆਪਣੇ ਨਾਲ ਪਾਰ ਲੈ ਜਾਂਦਾ ਕਿਉਂ? ਨਹੀਂ, ਮੈਨੂੰ ਤਾਂ ਲਿਜਾਣ ਦਾ ਕਦੀ ਮੌਕਾ ਹੀ ਨਹੀਂ ਸੀ ਮਿਲਣਾ। ਅਬੂ ਤਾਲਬ ਨੇ ਖੁਸ਼ ਮਿਜ਼ਾਜੀ ਨਾਲ ਮੈਨੂੰ ਜਵਾਬ ਦਿੱਤਾ, ਮੇਰੇ ਤੋਂ ਪਹਿਲਾਂ ਹੀ ਕਿਸੇ ਨੇ ਇਹ ਚੁੱਕ ਕੇ ਲੈ ਜਾਣਾ ਸੀ। ਸਾਨੂੰ ਇੱਕ ਹੋਰ ਨਾਲ ਘਰ ਜਾ ਰਿਹਾ ਪੈਦਲ ਬੰਦਾ ਮਿਲਿਆ। ਘੜੀ ਪਲ ਦੀ ਵੀ ਝਿਜਕ ਤੋਂ ਬਿਨਾਂ ਅਬੂ ਤਾਲਬ ਨੇ ਉਸ ਨੂੰ ਰੋਕਿਆ। ਉਸ ਤੋਂ ਕੁਝ ਤਮਾਕੂ ਤੇ ਮਾਚਿਸ ਮੰਗੀ ਤੇ ਸਿਗਰਟ ਪੀਣ ਲੱਗ ਪਿਆ। ਮਤਲਬ ਕਿ ਮੈਨੂੰ ਅਬੂ ਤਾਲਬ ਦਾ ਸਾਰਾ ਤੌਰ ਤਰੀਕਾ ਪਸੰਦ ਨਾ ਆਇਆ। ਦਾਗਿਸਤਾਨ ਦਾ ਲੋਕ ਕਵੀ, ਆਪਣੀ ਰਿਪਬਲਿਕ ਭਰ ਵਿੱਚ ਪ੍ਰਸਿੱਧ ਆਦਮੀ, ਸਰਕਾਰ ਦਾ ਮੈਂਬਰ ਤੇ ਸੁਰਨਾ ਵਾਦਕ ਦੇ ਤੌਰ ਉੱਤੇ ਪ੍ਰੋਗਰਾਮ ਪੇਸ਼ ਕਰਦਾ ਫਿਰੇ, ਸਾਡੇ ਪ੍ਰਕਾਸ਼ਨ ਘਰ ਦੀ ਸਕੱਤਰ ਨੂੰ ਕਲੇਈਗਰ ਵਜੋਂ ਸੇਵਾਵਾਂ ਪੇਸ਼ ਕਰਦਾ ਫਿਰੇ, ਰਾਤ ਨੂੰ ਮਖਾਜ ਕਲਾ ਵਿੱਚ ਰਾਹ ਜਾਂਦਿਆਂ ਸਬੱਬੀ ਮਿਲੇ ਬੰਦੇ ਤੋਂ ਤਮਾਕੂ ਮੰਗਦਾ ਫਿਰੇ। ਪਰ ਮੈਂ ਉਸ ਨੂੰ ਡਾਂਟ ਡਪਟ ਕਰਨ ਜੋਗਾ ਆਪਣੇ ਆਪ ਨੂੰ ਨਹੀਂ ਸਾਂ ਸਮਝਦਾ, ਪਰ ਮੈਨੂੰ ਡਰ ਸੀ ਕਿ ਉਹ ਕਿਤੇ ਨਾਰਾਜ਼ ਨਾ ਹੋ ਜਾਵੇ। ਇਸ ਦੀ ਬਜਾਏ ਮੈਂ ਉਸ ਨੂੰ ਕਿਹਾ, ਤੂੰ ਬੁੱਢਾ ਹੋ ਗਿਆ ਹੈ ਅਬੂ ਤਾਲਬ, ਤੇਰੀ ਸਿਹਤ ਲਈ ਜ਼ਿਆਦਾ ਚੰਗਾ ਨਹੀਂ ਹੋਵੇਗਾ ਜੇ ਤੂੰ ਸਿਗਰਟ ਪੀਣੀ ਛੱਡ ਦੇਵੇਂ ਤਾਂ। ਲਓ ਸੁਣੋ, ਅੱਜ ਸਿਗਰਟ ਪੀਣੀ ਛੱਡੋ, ਭਲਕੇ ਭਾਂਡੇ ਕਲੀ ਕਰਨਾ ਛੱਡੋ, ਪਰਸੋਂ ਸੁਰਨਾ ਵਜਾਉਣਾ ਛੱਡ ਦਿਓ, ਆਖਰ ਮੈਨੂੰ ਕਵਿਤਾ ਵੀ ਲਿਖਣੀ ਛੱਡਣੀ ਪਵੇਗੀ। ਮੇਰੀ ਕਵਿਤਾ ਮੈਨੂੰ ਆਪ ਹੀ ਛੱਡ ਜਾਏਗੀ। ਲੋਕ ਮੈਨੂੰ ਕਲੇਈਗਰ, ਤਮਾਕੂ ਪੀਣ ਵਾਲੇ, ਸੁਰਨਾ ਵਜਾਉਣ ਵਾਲੇ ਅਬੂ ਤਾਲਬ ਵਜੋਂ ਜਾਣਦੇ ਤੇ ਪਿਆਰ ਕਰਦੇ ਨੇ। ਹੋਰ ਕਿਸੇ ਵੀ ਅਬੂ ਤਾਲਬ ਤੋਂ ਉਹਨਾਂ ਨੇ ਕੀ ਲੈਣਾ? ਮੈਂ ਅਬੂ ਤਾਲਬ ਹਾਂ, ਰਸੂਲ ਹਮਜ਼ਾ ਤੋਂ ਨਹੀਂ, ਜਿਹੜਾ ਸਿਗਰਟ ਪੀਣਾ ਪਸੰਦ ਨਹੀਂ ਕਰਦਾ ਤੇ ਭਾਂਡੇ ਕਲੀ ਨਹੀਂ ਕਰ ਸਕਦਾ, ਜਿਹੜਾ ਸਿਰਫ ਇਹੀ ਜਾਣਦਾ ਹੈ ਕਿ ਲੇਖਕ ਯੂਨੀਅਨ ਕਿਵੇਂ ਚਲਾਉਣੀ ਹੈ। ਨਾ ਹੀ ਮੈਂ ਯੂਸਫ ਜਾਂ ਨੂਰਦੀਨ ਜਾਂ ਮੈਕਸਮ ਗੋਰਕੀ ਹਾਂ। ਮੈਂ ਤਾਂ ਜੋਸ਼ੋ ਨਕੋ ਵੀ ਨਹੀਂ ਹਾਂ। ਇਹ ਉਹ ਸਮਾਂ ਸੀ ਜਦੋਂ ਜੋਸ਼ੋ ਨਕੋ ਆਲੋਚਨਾ ਦਾ ਨਿਸ਼ਾਨਾ ਬਣਿਆ ਹੋਇਆ ਸੀ ਤੇ ਉਸ ਦਾ ਨਾਂ ਹਰ ਇੱਕ ਦੀ ਜ਼ੁਬਾਨ ਉੱਤੇ ਸੀ ਤੇ ਅਬੂ ਤਾਲਬ ਨੂੰ ਵੀ ਯਾਦ ਸੀ। ਪਹਾੜੀ ਝੋਟਾ ਕਿੱਥੇ ਲੁਕੇਗਾ ਜੇ ਪਹਾੜਾਂ ਵਿੱਚ ਨਹੀਂ ਤਾਂ? ਧਾਰ ਬਹਿ ਕੇ ਕਿੱਥੇ ਜਾ ਸਕਦੀ ਹੈ ਜੇ ਖੱਡ ਵਿੱਚ ਨਹੀਂ ਤਾਂ? ਮੈਂ ਤੇਰਾ ਸ਼ੁਕਰਗੁਜ਼ਾਰ ਹੋਵਾਂਗਾ ਜੇ ਤੂੰ ਕਿਸੇ ਦੂਜੇ ਦਾ ਟੋਪ ਮੇਰੇ ਸਿਰ ਉੱਤੇ ਨਾ ਰੱਖੇ ਤਾਂ। ਤੇ ਕਿਉਂ ਤੂੰ ਮੇਰੇ ਸਾਰੇ ਬੀਤੇ ਦੀ ਫਜ਼ੂਲ ਨੁਕਤਾਚੀਨੀ ਕਰਨ ਰਿਹਾ ਹੈ? ਠੀਕ ਹੈ,
ਮੈਂ ਸੁਰਨਾ ਬਾਦਕ, ਗਡਰੀਆ ਤੇ ਕਲਈਗਰ ਹੁੰਦਾ ਸਾਂ। ਪਰ ਕੀ ਮੈਂ ਬੀਤੇ ਉੱਤੇ ਸ਼ਰਮਸਾਰ ਹਾਂ? ਮੇਰਾ ਬੀਤਿਆ ਮੈਂ ਆਪ ਹਾਂ। ਅਬੂ ਤਾਲਬ। ਸੁਣ ਰਸੂਲ, ਮੇਰੀ ਗੱਲ ਯਾਦ ਰੱਖੀ, ਜੇ ਤੁਸੀਂ ਬੀਤੇ ਉੱਪਰ ਪਿਸਤੌਲ ਨਾਲ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਮੈਂ ਆਪਣੀਆਂ ਬੀਵੀਆਂ ਨੂੰ ਛੱਡ ਦਿੱਤਾ ਤੇ ਬੀਵੀਆਂ ਨੇ ਮੈਨੂੰ ਛੱਡ ਦਿੱਤਾ, ਪਰ ਜਿਹੜਾ ਕੰਮ ਮੈਂ ਕਰਨਾ ਜਾਣਦਾ ਹਾਂ ਨਾ ਉਹ ਮੈਨੂੰ ਛੱਡ ਸਕਦਾ ਹੈ ਤੇ ਨਾ ਮੈਂ ਉਸ ਨੂੰ ਛੱਡ ਸਕਦਾ ਹਾਂ। ਇਸ ਤਰ੍ਹਾਂ ਦਾ ਆਦਮੀ ਸੀ ਅਬੂ ਤਾਲਬ, ਸਤਿਕਾਰਯੋਗ ਕਵੀ ਤੇ ਪਿਤਾ ਜੀ ਦਾ ਦੋਸਤ। ਉਹ ਇਸ ਤਰ੍ਹਾਂ ਦਾ ਸੀ ਤੇ ਇਸੇ ਤਰ੍ਹਾਂ ਹੀ ਉਸ ਨੂੰ ਕਬੂਲ ਕਰਨਾ ਪੈਂਦਾ ਸੀ। ਜੇ ਉਹ ਜ਼ਰਾ ਵੀ ਵੱਖਰਾ ਹੁੰਦਾ ਤਾਂ ਉਹ ਅਬੂ ਤਾਲਬ ਨਾ ਹੁੰਦਾ ਤੇ ਕਵੀ ਨਾ ਹੁੰਦਾ। ਹੁਣ ਮੈਂ ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਣੀ ਚਾਹਾਂਗਾ ਜਿਸ ਦਾ ਸਿਰਲੇਖ ਹੋ ਸਕਦਾ ਹੈ ਅਬੂ ਤਾਲਬ ਦਾ ਨਵਾਂ ਘਰ। ਇਹ ਉਦੋਂ ਦੀ ਗੱਲ ਹੈ ਜਦੋਂ ਅਜੇ ਮੈਨੂੰ ਦਾਗਿਸਤਾਨ ਲੇਖਕ ਯੂਨੀਅਨ ਦੇ ਬੋਰਡ ਦਾ ਪ੍ਰਧਾਨ ਚੁਣਿਆ ਹੀ ਗਿਆ ਸੀ, ਜੋ ਕਿ ਐਸਾ ਅਹੁਦਾ ਹੁੰਦਾ ਹੈ ਜਿੱਥੇ ਹੱਕ ਜ਼ਿਆਦਾ ਤੇ ਫਰਜ਼ ਘੱਟ ਹੁੰਦੇ ਹਨ। ਜਿੰਨਾ ਚਿਰ ਤੱਕ ਮੈਂ ਆਪ ਨਾ ਕੁਝ ਕਰਨ ਨੂੰ ਲੱਭ ਲਵਾਂ, ਮੈਂ ਪਹਿਲਾਂ ਵਾਂਗ ਹੀ ਚੈਨ ਨਾਲ ਕਵਿਤਾ ਲਿਖਣੀ ਜਾਰੀ ਰੱਖ ਸਕਦਾ ਸਾਂ। ਪਰ ਮੈਂ ਅਜੇ ਵੀ ਉਤਸ਼ਾਹੀ ਨੌਜਵਾਨ ਸਾਂ ਤੇ ਸਰਗਰਮੀ ਲਈ ਤਾਂਘਦਾ ਸਾਂ, ਸੋ ਮੈਂ ਆਪਣੀ ਨਵੀਂ ਪਦਵੀ ਨਾਲ ਸੰਬੰਧਿਤ ਹਰ ਤਰ੍ਹਾਂ ਦੇ ਕੰਮ ਲੱਭਣ ਲੱਗ ਪਿਆ ਸਾਂ। ਮੈਨੂੰ ਲੱਗਦਾ ਹੈ ਜੇ ਕੋਈ ਆਦਮੀ ਆਪਣੇ ਘਰ ਦੀ ਮਜ਼ਬੂਤੀ ਤੇ ਪਾਏਦਾਰੀ ਦਾ ਅੰਦਾਜ਼ਾ ਲਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਸ਼ਤੀਰਿਆਂ ਦੀ, ਕੋਨਿਆਂ ਵਿਚਲੇ ਥੰਮਾਂ ਦੀ ਤੇ ਆਮ ਕਰਕੇ ਸਾਰੇ ਆਸਰਿਆਂ ਦੀ ਨਿਰਖ ਪਰਖ ਕਰਨ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਮੈਂ ਆਸ-ਪਾਸ ਨਜ਼ਰ ਮਾਰੀ ਤੇ ਦੇਖਿਆ ਕਿ ਦਾਗਿਸਤਾਨ ਲੇਖਕ ਯੂਨੀਅਨ ਦੇ ਮੁੱਖ ਥੰਮ 4 ਦਾਗਿਸਤਾਨੀ ਕੌਮੀਅਤਾਂ ਦੀ ਪ੍ਰਤੀਨਿਧਤਾ ਕਰਦੇ 4 ਲੋਕ ਕਵੀ ਸਨ। ਖੁਰਗ ਦਾ ਲੇਜ਼ਗਿਨ ਤਾਹਿਰ, ਕੋਮੀਕ ਅਲੀ ਕਾਜ਼ੀਜ਼ੇਵ, ਅਵਾਰ ਜ਼ਾਹਿਦ ਗਾਜ਼ੀਜ਼ੇਵ ਤੇ ਲਾਕ ਅਬੂ ਤਾਲਬ। ਇਹ ਸਪਸ਼ਟ ਹੁੰਦਿਆਂ ਮੈਂ ਇੱਕ ਯੋਜਨਾ ਬਣਾਈ। ਮੈਂ ਫੈਸਲਾ ਕੀਤਾ ਇਹ ਮਾੜਾ ਵਿਚਾਰ ਨਹੀਂ ਹੋਵੇਗਾ ਜੇ ਇਹ 4 ਬਜ਼ੁਰਗ ਦਾਗਿਸਤਾਨ ਦੀ ਸਰਕਾਰ ਦੇ ਕਿਸੇ ਮੈਂਬਰ ਨੂੰ ਮਿਲਣ। ਇਹ ਕਵੀ ਸਰਕਾਰ ਨੂੰ ਆਪਣੀਆਂ ਲੋੜਾਂ ਬਾਰੇ ਦੱਸ ਸਕਦੇ ਨੇ ਤੇ ਸਰਕਾਰ ਉਹਨਾਂ ਨੂੰ ਆਪਣੀਆਂ ਇਸ਼ਾਵਾਂ ਦੱਸ ਸਕਦੀ ਹੈ। ਗੱਲਬਾਤ ਸਾਡੀ ਇਲਾਕਾਈ ਪਾਰਟੀ ਕਮੇਟੀ ਦੇ ਸਕੱਤਰ ਅਬਦੁਰ ਰਹਿਮਾਨ ਦਾਨੀਆਲੋਵ ਨਾਲ ਹੋਈ। ਗੱਲਬਾਤ ਗੈਰ ਰਸਮੀ, ਚਾਹ ਦੇ ਕੱਪ ਉੱਤੇ ਤੇ ਸਾਫ਼ ਗੋਈ ਨਾਲ ਹੋਈ। ਮੇਰੇ ਕਵੀ ਖੁਸ਼ ਹੋਏ ਤੇ ਉਹਨਾਂ ਨੇ ਇੱਕ ਆਵਾਜ਼ ਹੋ ਕੇ ਲੇਖਕ ਯੂਨੀਅਨ ਦੇ ਨਵੇਂ ਪ੍ਰਧਾਨ ਰਸੂਲ ਹਮਜ਼ਾ ਤੋਪ ਦੇ ਸੋਹਲੇ ਗਾਉਣੇ ਸ਼ੁਰੂ ਕਰ ਦਿੱਤੇ। ਸਾਥੀ ਦਾਨੀਆਲੋਵ, ਜਿਸ ਨੂੰ ਕਿ ਲੋਕ ਕਵੀਆਂ ਦੇ ਸਾਥ ਵਿੱਚ ਮਜ਼ਾ ਆ ਰਿਹਾ ਸੀ, ਖਿਆਲਾਂ ਵਿੱਚ ਹੀ ਰਸੂਲ ਦੀਆਂ ਸਿਫਤਾਂ ਕਰ ਰਿਹਾ ਸੀ। ਮੈਂ ਉੱਥੇ ਇਸ ਤਰ੍ਹਾਂ ਬੈਠਾ ਸਾਂ ਜਿਸ ਤਰ੍ਹਾਂ ਇਸ ਨਾਲ ਮੇਰਾ ਕੋਈ ਵਾਸਤਾ ਹੀ ਨਹੀਂ ਸੀ। ਗੱਲਬਾਤ ਦਾਗਿਸਤਾਨ ਵੱਲ, ਜੀਵਨ ਤੇ ਕਵਿਤਾ ਵੱਲ ਮੁੜ ਪਈ। ਅਖੀਰ ਉੱਤੇ ਇਲਾਕਾ ਕਮੇਟੀ ਦੇ ਸਕੱਤਰ ਨੇ ਹਰ ਕਵੀ ਨੂੰ ਪੁੱਛਿਆ ਕਿ ਉਹ ਕੀ ਮੰਗ ਕਰਨਾ ਚਾਹੁੰਦਾ ਹੈ। ਸਭ ਤੋਂ ਪਹਿਲਾਂ ਖੁਰਗ ਦਾ ਤਾਹਿਰ ਬੋਲਿਆ, ਮੈਨੂੰ ਬੜਾ ਫਿਕਰ ਰਹਿੰਦਾ ਸਾਥੀ ਦਾਨੀਆਲੋਵ, ਜਦੋਂ ਸਿਆਲ ਦੀ ਠੰਡ ਸ਼ੁਰੂ ਹੁੰਦੀ ਹੈ 4 ਗਾਹਾਂ ਵਿੱਚ ਭੇਡਾਂ ਮਰ ਜਾਂਦੀਆਂ ਹਨ। ਕੀ ਅਸੀਂ ਉੱਥੇ ਗਰਮੀਆਂ ਵਿੱਚ ਕਾਫੀ ਬੰਦੇ ਨਹੀਂ ਭੇਜ ਸਕਦੇ ਜਿਹੜੇ ਸਾਰੇ ਸਿਆਲ ਲਈ ਚਾਰਾ ਜਮ੍ਹਾਂ ਕਰ ਸਕਣ? ਸਾਥੀ ਦਾਨੀਆਲੋਵ ਨੇ ਕਵੀ ਦੀ ਗੱਲ ਲਿਖ ਲਈ ਤੇ ਪੁੱਛਣ ਲੱਗਾ, ਹੋਰ ਕੋਈ ਬੇਨਤੀ? ਕੀ ਤੁਸੀਂ ਸਾਡੇ ਖੁਰਗ ਪਿੰਡ ਦੇ ਸਹਿਕਾਰੀ ਫਾਰਮ ਲਈ ਕੋਈ ਕਾਰ ਨਹੀਂ ਦੇ ਸਕਦੇ? ਇਸ ਤੋਂ ਪਿੱਛੋਂ ਅਲੀ ਕਾਜ਼ੀਜ਼ੇਬ ਬੋਲਿਆ। ਉਸਨੇ ਆਪਣਾ ਮੂੰਹ ਖੋਲ੍ਹਿਆ ਤੇ ਸਾਨੂੰ ਸਭ ਨੂੰ ਸਮੇਤ ਸਕੱਤਰ ਦੇ ਆਪਣੇ ਪੁਰਾਣੇ ਤੇ ਖਰਾਬ ਦੰਦ ਦਿਖਾਏ। ਕੀ ਮੈਂ ਚੰਗੇ ਨਵੇਂ ਦੰਦ ਨਹੀਂ ਲਵਾ ਸਕਦਾ ਕਿਉਂਕਿ ਇਹਨਾਂ ਨਾਲ ਮੈਂ ਕੁਝ ਨਹੀਂ ਖਾ ਸਕਦਾ ਤੇ ਨਾ ਹੀ ਦੰਦ ਬੋੜੇ ਬੁੱਢੇ ਲਈ ਗੀਤ ਗਾਉਣਾ ਸੌਖਾ ਹੈ। ਮੈਂ ਬਸ ਫੂਕ ਹੀ ਕੱਢਦਾ ਹਾਂ ਜਦੋਂ ਮੈਂ ਆਪਣੀਆਂ ਕਵਿਤਾਵਾਂ ਪੜ੍ਹ ਕੇ ਸੁਣਾਉਂਦਾ ਹਾਂ। ਕਾਜ਼ੀਜ਼ੇਬ ਉੱਥੇ ਤੇ ਉਸੇ ਵੇਲੇ ਬਿਨਾਂ ਦੰਦਾਂ ਵਾਲੇ ਮੂੰਹ ਨਾਲ ਕਵਿਤਾਵਾਂ ਪੜ੍ਹ ਕੇ ਸੁਣਾਉਣ ਦੀ ਮੁਸ਼ਕਲ ਦਾ ਮੁਜ਼ਾਹਰਾ ਕਰਨ ਲੱਗ ਪਿਆ। ਉਸਨੇ ਪੜ੍ਹਨ ਲਈ ਖਾਸਾ ਵਿਉਰਤ ਸ਼ਹਿਰੀ ਕਾਰਜਕਾਰਨੀ ਕਮੇਟੀ ਦੇ ਪ੍ਰਧਾਨ ਨੂੰ ਸ਼ੰਦਾਬੰਦੀ ਵਿੱਚ ਲਿਖੀ ਚਿੱਠੀ ਚੁਣੀ
ਜਿਸ ਵਿੱਚ ਬਜ਼ੁਰਗ ਕਵੀ ਵੱਲੋਂ ਆਪਣੇ ਘਰ ਨੂੰ ਗਰਮ ਕਰਨ ਲਈ ਕੋਇਲੇ ਵਾਸਤੇ ਦਿਲ ਛੂਹੰਦੀ ਪ੍ਰਾਰਥਨਾ ਕੀਤੀ ਗਈ ਸੀ। ਉਹਨਾਂ ਨੇ ਤੈਨੂੰ ਕੋਇਲਾ ਦਿੱਤਾ? ਦਾਨੀਆਲੋਬ ਨੇ ਪੁੱਛਿਆ। ਮਾਮਲੇ ਉੱਤੇ ਪਿਛਲੇ ਸਾਲ ਤੋਂ ਵਿਚਾਰ ਕੀਤੀ ਜਾ ਰਹੀ ਹੈ। ਫਿਰ ਸਕੱਤਰ ਨੇ ਕੁਝ ਨੋਟ ਕੀਤਾ, ਜਦਕਿ ਅਸੀਂ ਸਾਰੇ ਜ਼ਾਹਿਦ ਗਾਜ਼ੀਜ਼ੇਵ ਦੇ ਬੋਲਣ ਦੀ ਉਡੀਕ ਕਰਨ ਲੱਗੇ ਕਿ ਉਹ ਕੀ ਕਹਿੰਦਾ ਹੈ। ਅੱਜ ਕੱਲ੍ਹ ਸਮਾਗਮਾਂ ਵਿੱਚ ਨੌਜਵਾਨ ਗਾਉਣ ਦੀ ਥਾਂ ਚਿল্ਲਾਉਂਦੇ ਨੇ। ਉਹ ਚਿল্ਲਾ ਚਿল্ਲਾ ਕੇ ਚੰਗੇ ਚੰਗੇ ਲੋਕ ਗੀਤਾਂ ਦਾ ਨਾਸ਼ ਪੁੱਟ ਦਿੰਦੇ ਨੇ। ਨਵੇਂ ਗੀਤ ਇਸ ਤਰ੍ਹਾਂ ਦੇ ਨੇ ਕਿ ਗਾਉਣ ਵਾਲੇ ਨੂੰ ਕੂਕਾਂ ਛੱਡਣੀਆਂ ਪੈਂਦੀਆਂ ਨੇ, ਭਾਵੇਂ ਉਹ ਚਾਹੁੰਦਾ ਹੋਵੇ ਜਾਂ ਨਾ। ਸਾਨੂੰ ਇਹ ਸਾਰਾ ਕੁਝ ਬੰਦ ਕਰਾਉਣਾ ਚਾਹੀਦਾ ਹੈ। ਰੇਡੀਓ ਉੱਤੇ ਮੁਹੱਬਤ ਦੇ ਬਹੁਤ ਸਾਰੇ ਗੀਤ ਪ੍ਰਸਾਰਿਤ ਕੀਤੇ ਜਾਂਦੇ ਨੇ ਅਤੇ ਕੁਝ ਗੀਤਾਂ ਵਿੱਚ ਤਾਂ ਸਗੋਂ ਪੁਰਾਣੀਆਂ ਕਥਾਵਾਂ ਵੀ ਹੂਰਾਂ ਦੀਆਂ ਸਿਫਤਾਂ ਕਰਦੀਆਂ ਦਿਸਦੀਆਂ ਨੇ। ਸਾਥੀ ਦਾਨੀਆਲੋਬ, ਗਾਉਣ ਵਾਲਿਆਂ ਨੂੰ ਕਹੋ ਕਿ ਹੂਰਾਂ ਦੇ ਗੀਤ ਗਾਉਣੇ ਬੰਦ ਕਰਨ ਅਤੇ ਆਪਣੀਆਂ ਸਿਫਤਾਂ ਅੱਜ ਦੇ ਖੇਤਾਂ ਅਤੇ ਫਾਰਮਾਂ ਦੇ ਯੋਧਿਆਂ ਤੱਕ ਸੀਮਤ ਰੱਖਣ। ਆਪਣੀ ਤਕਰੀਰ ਮੁਕਾ ਕੇ ਗਾਜ਼ੀਜ਼ੇਵ ਮੇਰੇ ਕੰਨ ਵਿੱਚ ਕਹਿਣ ਲੱਗਾ, ਨਾਲੇ ਮੈਂ ਸੁਣਿਆ ਕਿ ਸ਼ਾਖਤਾਮਨੋਵ ਅਤੇ ਸੁਲੇਮਾਨੋਵ ਕੱਲ੍ਹ ਰੈਸਟੋਰੈਂਟ 'ਚ ਸ਼ਰਾਬ ਪੀ ਰਹੇ ਸਨ। ਲੇਖਕਾਂ ਨੂੰ ਸ਼ਰਾਬ ਪੀਣ ਦੀ ਆਗਿਆ ਨਹੀਂ ਦੇਣੀ ਚਾਹੀਦੀ। ਇਹਦੇ ਬਾਰੇ ਮੈਂ ਤੇਰੇ ਨਾਲ ਖਾਸ ਗੱਲਬਾਤ ਕਰਾਂਗਾ। ਹੁਣ ਅਬੂ ਤਾਲਬ ਦੀ ਵਾਰੀ ਆਈ। ਪਿਆਰੇ ਅਬਦੁਰਰਹਿਮਾਨ, ਅਬੂ ਤਾਲਬ ਨੇ ਮੁੱਖ ਸਕੱਤਰ ਨੂੰ ਸੰਬੋਧਨ ਕੀਤਾ, ਮੇਰੀ ਨਵੀਂ ਬੀਵੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਨਵੀਂ ਤੋਂ ਤੇਰਾ ਕੀ ਮਤਲਬ? ਹਾਂ, ਮੇਰੀਆਂ ਕਈ ਬੀਵੀਆਂ ਸਨ। ਮੈਂ ਕੀ ਕਰ ਸਕਦਾ ਸਾਂ? ਮੇਰੀ ਫੋਟੋ ਅਖਬਾਰਾਂ ਵਿੱਚ ਛਪਦੀ ਹੈ, ਰੇਡੀਓ ਉੱਤੇ ਮੇਰੇ ਚਰਚੇ ਹੁੰਦੇ ਨੇ ਅਤੇ ਸਾਰੇ ਮੈਨੂੰ ਦਾਗਿਸਤਾਨ ਦਾ ਲੋਕ ਕਵੀ ਕਿਹਾ ਜਾਂਦਾ ਸੁਣਦੇ ਨੇ। ਮੈਂ ਪਾਰਲੀਮੈਂਟ ਦਾ ਮੈਂਬਰ ਹਾਂ ਅਤੇ ਸਰਕਾਰ ਵੱਲੋਂ ਮੈਨੂੰ ਸਨਮਾਨ ਮਿਲੇ ਹੋਏ ਨੇ। ਭੋਲੀਆਂ ਜਨਾਨੀਆਂ ਇਹੋ ਜਿਹੇ ਚੋਗੇ ਲਈ ਨੱਠਦੀਆਂ ਨੇ। ਉਹ ਸਮਝਦੀਆਂ ਨੇ ਕਿ ਜੇ ਮੈਂ ਇੰਨਾ ਮਸ਼ਹੂਰ ਹਾਂ ਤਾਂ ਮੇਰੇ ਕੋਲ ਜ਼ਰੂਰ ਮਹੱਲ ਹੋਣਗੇ, ਸਮਾਨ ਨਾਲ ਸੰਦੂਕ ਭਰੇ ਹੋਣਗੇ, ਪੈਸਿਆਂ ਦੀਆਂ ਥੈਲੀਆਂ ਹੋਣਗੀਆਂ। ਉਹ ਮੇਰੇ ਨਾਲ ਵਿਆਹ ਕਰਾ ਲੈਂਦੀਆਂ ਨੇ ਅਤੇ ਫਿਰ ਉਹ ਗਰੀਬ ਅਬੂ ਤਾਲਬ ਨੂੰ ਭੋਰੇ ਵਿੱਚ ਰਹਿੰਦਿਆਂ ਦੇਖਦੀਆਂ ਨੇ। ਇਹ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਇਸ ਲਈ ਉਹ ਮੈਨੂੰ ਛੱਡ ਜਾਂਦੀਆਂ ਨੇ। ਇਸ ਦਾ ਨਤੀਜਾ ਇਹ ਹੋਇਆ ਕਿ ਕਈ ਵਾਰੀ ਮੇਰਾ ਵਿਆਹ ਹੋਇਆ। ਹਾਂ ਮੇਰੇ ਪਿਆਰੇ ਅਬਦੁਰਰਹਿਮਾਨ, ਮੇਰੇ ਗੀਤ ਬੁਲਬੁਲਾਂ ਵਾਂਗ ਆਕਾਸ਼ ਵੱਲ ਨੂੰ ਉੱਡਦੇ ਜਾਂਦੇ ਨੇ, ਜਦਕਿ ਮੈਂ ਆਪ ਭੋਰੇ ਵਿੱਚ ਬੈਠਾ ਹੁੰਦਾ ਹਾਂ। ਆਪਣੇ ਭੈੜੇ ਜਿਹੇ ਭੋਰੇ ਵਿੱਚੋਂ ਮੈਂ ਅਰਸ਼ੀ ਗਾਣੇ ਦੁਨੀਆ ਵਿੱਚ ਭੇਜਦਾ ਹਾਂ। ਹੁਣ ਮੇਰੀ ਨਵੀਂ ਬੀਵੀ, ਜਿਸ ਨੇ ਮੈਨੂੰ ਇੱਕ ਬੇਟਾ ਦਿੱਤਾ ਹੈ, ਮੈਨੂੰ ਛੱਡ ਜਾਣ ਦੀਆਂ ਧਮਕੀਆਂ ਦੇ ਰਹੀ ਹੈ। ਜੇ ਮੈਂ ਸੋਹਣਾ ਨਵਾਂ ਫਲੈਟ ਨਾ ਲੈ ਕੇ ਦੇਵਾਂ ਤਾਂ ਉਹ ਸਾਡਾ ਬੱਚਾ ਆਪਣੀ ਛਾਤੀ ਨਾਲ ਲਾਈ ਚਲੀ ਜਾਏਗੀ। ਸੁਣ ਅਬਦੁਰਰਹਿਮਾਨ, ਉਸ ਨੇ ਅਜੇ ਮੈਨੂੰ ਛੱਡਿਆ ਨਹੀਂ ਅਤੇ ਉਸ ਨੂੰ ਗਵਾਉਣਾ ਮੈਂ ਨਹੀਂ ਚਾਹੁੰਦਾ। ਮੇਰਾ ਪਰਿਵਾਰਕ ਜੀਵਨ ਬਰਬਾਦ ਨਾ ਕਰ ਅਤੇ ਮੈਨੂੰ ਕੋਈ ਚੁੱਲ੍ਹਾ ਦੇ ਜਿਸ ਉੱਤੇ ਮੈਂ ਆਪਣਾ ਭਾਂਡਾ ਰੱਖ ਸਕਾਂ। ਮੈਂ 17 ਤੋਂ ਟੱਪ ਚੁੱਕਾ ਹਾਂ ਅਤੇ ਮੇਰਾ ਗੱਡਾ ਪਹਾੜੀ ਤੋਂ ਹੇਠਾਂ ਜਾ ਰਿਹਾ ਹੈ, ਉੱਪਰ ਵੱਲ ਨੂੰ ਨਹੀਂ। ਇਸ ਤੋਂ ਛੁੱਟ ਜੇ ਤੂੰ ਮੈਨੂੰ ਨਵਾਂ ਫਲੈਟ ਦੇਵੇਂਗਾ ਤਾਂ ਮੈਂ ਤੈਨੂੰ ਆਪਣੇ ਘਰ ਆਉਣ ਦਾ ਸੱਦਾ ਦੇਵਾਂਗਾ। ਅਜੇ ਹਫ਼ਤਾ ਵੀ ਨਹੀਂ ਸੀ ਲੰਘਿਆ ਕਿ ਅਬੂ ਤਾਲਬ ਦੇ ਹੱਥ ਨਵੇਂ ਫਲੈਟ ਦੀਆਂ ਕੁੰਜੀਆਂ ਫੜੀਆਂ ਹੋਈਆਂ ਸਨ। ਅਲਵਿਦਾ ਖੁਸ਼ੀ ਦੇਣ ਵਾਲੇ ਭੋਰੇ। ਅਬੂ ਤਾਲਬ ਕੋਲ ਹੁਣ ਪੁਸ਼ਕਨ ਸਟਰੀਟ ਦੇ ਇੱਕ ਨਵੇਂ ਮਕਾਨ ਵਿੱਚ ਦੂਜੀ ਮੰਜ਼ਿਲ ਉੱਤੇ 3 ਕਮਰਿਆਂ ਦਾ ਫਲੈਟ ਸੀ। ਇੱਕ ਦਿਨ ਮੈਨੂੰ ਬਾਜ਼ਾਰ ਵਿੱਚ ਅਬੂ ਤਾਲਬ ਮਿਲ ਗਿਆ। ਮੈਨੂੰ ਦੇਖਦਿਆਂ ਉਸਨੇ ਇਸ ਤਰ੍ਹਾਂ ਦਾ ਢੌਂਗ ਰਚਿਆ ਜਿਵੇਂ ਉਹ ਲੋਹੇ ਦੇ ਕਚਰੇ ਦੇ ਢੇਰ ਵਿੱਚੋਂ ਕੁਝ ਲੱਭ ਰਿਹਾ ਹੋਵੇ। ਆਦਾਬ ਅਬੂ ਤਾਲਬ, ਨਵੇਂ ਘਰ ਵਿੱਚ ਕਿਵੇਂ ਬੀਤ ਰਹੀ ਹੈ? ਫਲੈਟ ਪਸੰਦ ਆਇਆ? ਕਿੰਨੇ ਦਿਨਾਂ ਤੋਂ ਘੰਟੀ ਦੀ ਭਾਲ ਵਿੱਚ ਹਾਂ ਜਿਸ ਨੂੰ ਮੈਂ ਲਿਜਾ ਕੇ ਆਪਣੇ ਘਰ ਲਾਵਾਂ ਅਤੇ ਵਜਾਵਾਂ ਤਾਂ ਕਿ ਤੂੰ ਤਸਾਦਾ ਪਿੰਡ ਦੇ ਹਮਜ਼ਾਦ ਦਾ ਬੇਟਾ ਰਸੂਲ ਮੇਰੇ ਘਰ ਆਵੇਂ। 3 ਵਾਰੀ ਮੈਂ ਆਪਣੀ ਸਮੁੰਦਰ ਬਲ ਦੀ ਬਾਰੀ ਖੋਲ੍ਹੀ ਅਤੇ ਇਸ ਆਸ ਨਾਲ ਸੁਰਨਾ ਵਜਾਇਆ ਕਿ ਸ਼ਾਇਦ ਤੂੰ ਸੁਣ ਲਵੇਂ ਅਤੇ ਉਸਨੂੰ ਸੁਣ ਕੇ ਹੀ ਆ ਜਾਵੇਂ। ਮੈਨੂੰ ਸੱਚਮੁੱਚ ਬੜੀ ਵੱਡੀ ਘੰਟੀ ਦੀ ਲੋੜ ਪਵੇਗੀ। ਮੈਂ ਆਪਣੀ ਖੋਜ ਜਾਰੀ ਰੱਖਾਂਗਾ। ਅਸੀਂ ਉਸੇ ਵੇਲੇ ਅਬੂ ਤਾਲਬ ਦੇ ਨਵੇਂ ਫਲੈਟ ਵੱਲ ਚੱਲ ਪਏ, ਪਰ ਜਦੋਂ ਅਸੀਂ ਉੱਥੇ ਪੁੱਜੇ ਤਾਂ ਉੱਥੇ ਖਾਲੀ ਕੰਧਾਂ ਤੋਂ ਸਿਵਾ ਕੁਝ ਵੀ ਦੇਖਣ ਵਾਲਾ ਨਹੀਂ ਸੀ। ਫਰਸ਼ ਉੱਤੇ ਅਬੂ ਤਾਲਬ ਦੀਆਂ ਚੀਜ਼ਾਂ ਉਸੇ ਤਰ੍ਹਾਂ ਪਈਆਂ ਸਨ
ਜਿਸ ਤਰ੍ਹਾਂ ਉਸਨੇ ਭੋਰੇ ਤੋਂ ਲਿਆਂਦੀਆਂ ਸਨ। ਉਸ ਦਾ ਪੁਰਾਣਾ ਸੁਰਨਾ ਅਤੇ ਕਮੂਜ਼, ਪੁਰਾਣੀਆਂ ਲੋਹਾਰਾਂ ਵਾਲੀਆਂ ਚਮੜੇ ਦੀਆਂ ਧੌਂਕਣੀਆਂ, ਤੇਲ ਵਾਲੇ ਸਟੋਵ, ਟੱਬ, ਬਾਲਟੀਆਂ, ਗਾਗਰਾਂ, ਬੂਟ ਤੇ ਭੇਡ ਦੀ ਖੱਲ ਦਾ ਕੋਟ। ਜਦੋਂ ਬਜ਼ੁਰਗ ਆਦਮੀ ਆਪਣੇ ਕਾਠੀਆਂ ਨਾਲ ਲਮਕਾਉਣ ਵਾਲੇ ਖਾਲੀ ਝੋਲਿਆਂ ਨਾਲ ਪਹਾੜਾਂ ਤੋਂ ਕਿਸੇ ਕੰਮ ਹੇਠਾਂ ਆਉਂਦੇ ਤੇ ਉਹਨਾਂ ਦਾ ਮੇਜ਼ਬਾਨ ਅਬੂ ਤਾਲਬ ਆਉਣ ਵਾਲੇ ਦੇ ਖਾਲੀ ਖੁਰਜੂਨ ਨੂੰ ਉਤਾਂਹ ਚੁੱਕਦਾ ਤੇ ਕਹਿੰਦਾ, ਮੰਦਭਾਗੇ ਖੁਰਜੂਨ, ਤੂੰ ਕਿਉਂ ਖਾਲੀ ਹੈ? ਜੇ ਤੂੰ ਲੇਲੇ ਵਰਗੀ ਕਿਸੇ ਭਾਰੀ ਚੀਜ਼ ਨਾਲ ਭਰਿਆ ਹੁੰਦਾ ਤਾਂ ਮੇਰਾ ਮਹਿਮਾਨ ਆਪਣਾ ਮੰਤਵ ਕਿੱਡੀ ਛੇਤੀ ਪੂਰਾ ਕਰ ਲੈਂਦਾ। ਮੇਰੇ ਦੋਸਤਾਂ ਨੂੰ ਕਿੰਨੀ ਵਾਰੀ ਅਚਾਨਕ ਪਹਾੜ ਉੱਤੇ ਫਜ਼ੂਲ ਚੜ੍ਹਨਾ ਪੈਂਦਾ ਹੈ ਤੇ ਸਿਰਫ ਇਸ ਲਈ ਕਿ ਤੂੰ ਖਾਲੀ ਹੈ। ਸੋ ਹੁਣ ਅਬੂ ਤਾਲਬ ਖਾਲੀ ਖੁਰਜਨ ਨੂੰ ਚੰਗਾ ਮੰਦਾ ਕਹਿ ਰਿਹਾ ਸੀ, ਜਦ ਕਿ ਉਸ ਦੀਆਂ ਅੱਖਾਂ ਕਮਰੇ ਵਿੱਚ ਕੁਝ ਲੱਭ ਰਹੀਆਂ ਸਨ ਜਿਸ ਉੱਤੇ ਮੈਂ ਬੈਠ ਸਕਾਂ। ਆਖਰ ਕੋਈ ਕੰਮ ਦੀ ਚੀਜ਼ ਲੱਭਣ ਵਿੱਚ ਅਸਫਲ ਰਹਿੰਦਿਆਂ ਉਸਨੇ ਇੱਕ ਵੱਡਾ ਸਾਰਾ ਚਾਕੂ ਮੇਰੇ ਹੱਥ ਵਿੱਚ ਫੜਾਇਆ ਤੇ ਬਾਰੀ ਕੋਲ ਆਉਂਦਿਆਂ ਵਿਹੜੇ ਵਿਚਲੇ ਛੱਡ ਵੱਲ ਇਸ਼ਾਰਾ ਕੀਤਾ। ਉੱਥੇ ਛੱਡ ਵਿੱਚ ਬੱਤਖ ਹੈ, ਜਾਂ ਉਸਨੂੰ ਕੱਟ ਲਿਆ, ਉਹ ਸਾਡਾ ਅੱਜ ਦਾ ਖਾਣਾ ਬਣੇਗੀ। ਮੈਂ ਛੱਡ ਦਾ ਦਰਵਾਜ਼ਾ ਖੋਲ੍ਹਿਆ ਤੇ ਕੁਝ ਭੱਜ ਦੌੜ ਪਿੱਛੋਂ ਬੱਤਖ ਨੂੰ ਫੜ ਲਿਆ। ਇਹ ਬੜੇ ਜ਼ੋਰ ਨਾਲ ਮੇਰੇ ਹੱਥਾਂ ਵਿੱਚ ਫੜਫੜਾ ਰਹੀ ਸੀ ਜਦ ਕਿ ਮੈਂ ਆਪਣਾ ਕੰਮ ਕਰ ਰਿਹਾ ਸਾਂ। ਉੱਪਰੋਂ ਅਬੂ ਤਾਲਬ ਦੀ ਚੀਕਵੀਂ ਆਵਾਜ਼ ਸੁਣਾਈ ਦਿੱਤੀ, ਬੱਤਖ ਦੀ ਧੌਣ ਇਸ ਤਰ੍ਹਾਂ ਕੌਣ ਕੱਟਦਾ? ਇਸ ਦਾ ਸਿਰ ਦੂਜੇ ਪਾਸੇ ਕਰ, ਤੈਨੂੰ ਪਤਾ ਨਹੀਂ ਮੱਕਾ ਕਿੱਧਰ ਹੈ? ਪਰ ਮੈਂ ਆਖਰ ਆਪਣਾ ਕੰਮ ਕਾਫੀ ਚੰਗੀ ਤਰ੍ਹਾਂ ਨਜਿੱਠ ਲਿਆ, ਸਗੋਂ ਅਬੂ ਤਾਲਬ ਦੀ ਪ੍ਰਸ਼ੰਸਾ ਵੀ ਖੱਟੀ। ਅਬੂ ਤਾਲਬ ਨੇ, ਜਿਵੇਂ ਕਿ ਅਸੀਂ ਕਹਿੰਦੇ ਹਾਂ, ਹਾਂਡੀ ਚੜ੍ਹਾ ਦਿੱਤੀ ਤੇ ਕਿੰਨਾ ਚਿਰ ਤਿਆਰ ਹੋਣ ਵਾਲੇ ਖਾਣੇ ਬਾਰੇ ਹੱਥ ਪੈਰ ਮਾਰਦਾ ਰਿਹਾ। ਮੈਂ ਫਲੈਟ ਦਾ ਮੁਆਇਨਾ ਜਾਰੀ ਰੱਖਿਆ। ਭਾਵੇਂ ਬਜ਼ੁਰਗ ਕਵੀ ਆਪਣੇ ਭੋਰੇ ਵਿੱਚੋਂ ਆ ਗਿਆ ਸੀ, ਪਰ ਉਹ ਪੁਰਾਣੀ ਹਾਂਡੀ ਤੋਂ ਲੈ ਕੇ ਆਪਣੀਆਂ ਪੁਰਾਣੀਆਂ ਆਦਤਾਂ ਤੱਕ ਸਾਰਾ ਭੋਰੇ ਵਾਲਾ ਜੀਵਨ ਨਾਲ ਲੈ ਆਇਆ ਸੀ। ਇੱਕ ਵੀ ਕੁਰਸੀ ਜਾਂ ਮੇਜ਼ ਜਾਂ ਅਲਮਾਰੀ ਜਾਂ ਮੰਜਾ ਦਿਖਾਈ ਨਹੀਂ ਸੀ ਦਿੰਦਾ। ਬਿਲਕੁਲ ਕੋਈ ਫਰਨੀਚਰ ਨਹੀਂ ਸੀ। ਅਬੂ ਤਾਲਬ, ਤੂੰ ਕਵਿਤਾ ਕਿੱਥੇ ਬੈਠ ਕੇ ਲਿਖਦਾ? ਇਹਨਾਂ ਕਮਰਿਆਂ ਵਿੱਚ ਮੈਂ ਅਜੇ ਤੱਕ ਕੋਈ ਨਾਂ ਲੈਣ ਯੋਗ ਕਵਿਤਾ ਨਹੀਂ ਲਿਖੀ। ਪਹਿਲਾਂ ਮੈਂ ਲਿਖਣ ਲਈ ਆਪਣੇ ਪੁਰਾਣੇ ਭੋਰੇ ਵਿੱਚੋਂ ਚਲਾ ਗਿਆ ਜਾਂਦਾ ਸਾਂ, ਪਰ ਹੁਣ ਇਹ ਉਹਨਾਂ ਨੇ ਕਿਸੇ ਚਿੱਤਰਕਾਰ ਨੂੰ ਸਟੂਡੀਓ ਦੇ ਤੌਰ 'ਤੇ ਵਰਤਣ ਲਈ ਦੇ ਦਿੱਤਾ ਹੈ। ਰੱਬ ਗਵਾਹ ਹੈ ਕਿ ਇੱਥੇ ਮੈਨੂੰ ਨੀਂਦ ਵੀ ਭੋਰੇ ਨਾਲੋਂ ਭੈੜੀ ਆਉਂਦੀ ਹੈ। ਉੱਥੇ ਮੇਰੇ ਪੈਸੇ ਘੱਟ ਖਰਚ ਹੁੰਦੇ ਤੇ ਸਮਾਂ ਮੇਰੇ ਕੋਲ ਜ਼ਿਆਦਾ ਹੁੰਦਾ ਸੀ। ਲੋਕ ਮੈਨੂੰ ਇੰਨਾ ਤੰਗ ਨਹੀਂ ਸਨ ਕਰਦੇ। ਮੇਰੇ ਭੋਰੇ ਵਿੱਚ ਮੈਨੂੰ ਕੋਈ ਬਹੁਤ ਹੀ ਘੱਟ ਮਿਲਣ ਆਉਂਦਾ ਹੁੰਦਾ ਸੀ। ਠੀਕ ਹੈ ਕਿ ਮੈਂ ਉੱਥੋਂ ਸਮੁੰਦਰ ਨਹੀਂ ਸਾਂ ਦੇਖ ਸਕਦਾ, ਜਦ ਕਿ ਹੁਣ ਇਹ ਬੁੱਢੇ ਅਬੂ ਤਾਲਬ ਦੀਆਂ ਹਮੇਸ਼ਾ ਹੀ ਅੱਖਾਂ ਸਾਹਮਣੇ ਰਹਿੰਦਾ ਹੈ। ਉਹ ਕਿੰਨਾ ਚਿਰ ਕੈਸਪੀਅਨ ਵੱਲ ਇੱਕ ਟੱਕ ਵੇਖਦਾ ਰਿਹਾ ਤੇ ਰੋਹ ਭਰਿਆ ਤੂਫਾਨ ਜਿਸ ਦੀ ਸਤਹ ਨੂੰ ਝੰਬ ਝੰਬ ਕੇ ਨੀਲੀ ਭਾ ਮਾਰਦੀ ਚਿੱਟੀ ਝੱਗ ਵਿੱਚ ਬਦਲ ਰਿਹਾ ਸੀ। ਮੈਂ ਉਸਨੂੰ ਨਾ ਰੋਕਿਆ। ਅਸੀਂ ਚੁੱਪ ਰਹੇ। ਫਿਰ ਅਬੂ ਤਾਲਬ ਮੁੜ ਕੇ ਬੋਲਿਆ, ਰਸੂਲ, ਮੈਂ ਤੈਨੂੰ ਆਪਣੀ ਜ਼ਿੰਦਗੀ ਦੇ 2 ਦਿਨਾਂ ਬਾਰੇ ਦੱਸਦਾ ਹਾਂ। ਇੱਕ ਸਭ ਤੋਂ ਖੁਸ਼ੀ ਭਰਿਆ, ਦੂਜਾ ਸਭ ਤੋਂ ਉਦਾਸ। ਹਾਂ ਦੱਸ। ਬੇਸ਼ੱਕ ਰਸੂਲ, ਮੇਰੀ ਜ਼ਿੰਦਗੀ ਵਿੱਚ ਕਈ ਖੁਸ਼ੀ ਭਰੇ ਦਿਨ ਰਹੇ ਨੇ। ਮੈਂ ਖੁਸ਼ ਸਾਂ ਜਦੋਂ ਮੈਨੂੰ ਸਰਕਾਰੀ ਸਨਮਾਨ ਦਿੱਤਾ ਗਿਆ ਸੀ। ਮੈਂ ਖੁਸ਼ ਸਾਂ ਜਦੋਂ ਮੈਨੂੰ ਇਹ ਫਲੈਟ ਮਿਲਿਆ ਸੀ। ਮੈਨੂੰ ਉਦੋਂ ਵੀ ਖੁਸ਼ੀ ਸੀ ਜਦੋਂ ਬੀਮਿਆਂ ਵਿੱਚ ਲਾਲ ਫੌਜ ਨੇ ਮੈਨੂੰ ਇੱਕ ਜੰਗੀ ਘੋੜਾ ਦਿੱਤਾ ਸੀ। ਮੈਂ ਉਸ ਉੱਤੇ ਚੜ੍ਹ ਕੇ ਲਾਲ ਫੌਜ ਨਾਲ ਗਿਆ ਸਾਂ ਤੇ ਕੰਪਨੀ ਦਾ ਸੁਰਨਾਬਾਦਕ ਸਾਂ ਤੇ ਜੰਗ ਨੂੰ ਜਾਂਦਿਆਂ ਮੇਰਾ ਘੋੜਾ ਬਿਲਕੁਲ ਕਮਾਂਡਰ ਦੇ ਘੋੜੇ ਦੇ ਪਿੱਛੇ ਹੁੰਦਾ ਸੀ। ਮੈਨੂੰ ਇਸ ਉੱਤੇ ਵੀ ਖੁਸ਼ੀ ਹੁੰਦੀ ਸੀ, ਪਰ ਤਾਂ ਵੀ ਮੇਰੀ ਪਹਿਲੀ ਤੇ ਸਭ ਤੋਂ ਵੱਡੀ ਖੁਸ਼ੀ ਇਹਨਾਂ ਘਟਨਾਵਾਂ ਕਰਕੇ ਨਹੀਂ ਸੀ। ਜਦੋਂ ਮੈਂ ਬਛੜਿਆਂ ਦਾ ਖਿਆਲ ਰੱਖਦਾ 12 ਸਾਲਾਂ ਦਾ ਮੁੰਡਾ ਸਾਂ ਤਾਂ ਮੇਰੇ ਪਿਓ ਨੇ ਮੈਨੂੰ ਜੁੱਤੀਆਂ ਦਾ ਜੋੜਾ ਦਿੱਤਾ, ਜਿਹੜਾ ਮੇਰੀ ਜ਼ਿੰਦਗੀ ਵਿੱਚ ਪਹਿਲਾ ਜੋੜਾ ਸੀ। ਆਪਣੇ ਨਵੇਂ ਬੂਟਾਂ ਨੂੰ ਦੇਖ ਕੇ ਮੇਰਾ ਦਿਲ ਜਿਸ ਮਾਣ ਦੀ ਭਾਵਨਾ ਨਾਲ ਭਰ ਗਿਆ, ਉਸ ਦਾ ਵਰਣਨ ਨਹੀਂ ਸੀ ਕੀਤਾ ਜਾ ਸਕਦਾ।
ਮੈਂ ਡੂੰਘੀਆਂ ਘਾਟੀਆਂ ਦੇ ਆਰ ਪਾਰ ਤੇ ਲੰਮੀਆਂ ਸੜਕਾਂ ਉੱਤੇ ਦਲੇਰੀ ਨਾਲ ਤੁਰ ਕੇ ਜਾ ਸਕਦਾ ਸਾਂ, ਜਿੱਥੇ ਅਜੇ ਕੱਲ੍ਹ ਹੀ ਤਿੱਖੇ ਠੰਡੇ ਪੱਥਰਾਂ ਉੱਤੇ ਮੇਰੇ ਪੈਰ ਵੱਢੇ ਜਾਂਦੇ ਸਨ। ਹੁਣ ਮੈਂ ਉਹਨਾਂ ਹੀ ਪੱਥਰਾਂ ਉੱਤੇ ਭਰੋਸੇ ਨਾਲ ਪੈਰ ਰੱਖਦਾ ਸਾਂ ਤੇ ਮੈਨੂੰ ਨਾ ਦਰਦ ਨਾ ਹੀ ਠੰਡ ਮਹਿਸੂਸ ਹੁੰਦੀ ਸੀ। ਖੁਸ਼ੀ ਦੇ ਪੂਰੇ 3 ਦਿਨ ਪਿੱਛੋਂ ਮੇਰੀ ਜ਼ਿੰਦਗੀ ਦੀ ਸਭ ਤੋਂ ਉਦਾਸ ਘੜੀ ਆਈ। ਚੌਥੇ ਦਿਨ ਮੇਰਾ ਪਿਓ ਮੈਨੂੰ ਕਹਿਣ ਲੱਗਾ, ਹੁਣ ਅਬੂ ਤਾਲਬ, ਤੇਰੇ ਕੋਲ ਆਖਰ ਨਵੇਂ ਮਜ਼ਬੂਤ ਬੂਟ ਨੇ ਤੇ ਇੱਕ ਸੋਟੀ ਏ ਤੇ ਤੂੰ 11 ਸਾਲਾਂ ਦਾ ਹੋ ਗਿਆ ਹੈ। ਹੁਣ ਸਮਾਂ ਆ ਗਿਆ ਹੈ ਤੂੰ ਦੁਨੀਆ ਵਿੱਚ ਜਾਵੇਂ ਤੇ ਆਪਣੇ ਲਈ ਆਪ ਖਾਣ ਨੂੰ ਤੇ ਪਾਉਣ ਨੂੰ ਲੱਭੇ। ਉਸਨੇ ਮੈਨੂੰ ਪਿੰਡਾਂ ਦਾ ਦੌਰਾ ਕਰਨ ਲਈ ਕਿਹਾ ਤੇ ਭਿੱਖਿਆ ਮੰਗਣ ਲਈ ਕਿਹਾ। ਮੁੜ ਸਾਰੀ ਜ਼ਿੰਦਗੀ ਵਿੱਚ ਕਦੀ ਮੇਰੀ ਆਤਮਾ ਨੇ ਇੰਨਾ ਕਸ਼ਟ ਮਹਿਸੂਸ ਨਹੀਂ ਕੀਤਾ ਜਿੰਨਾ ਉਸ ਘੜੀ ਕੀਤਾ ਸੀ। ਮੈਂ ਮਗਰੋਂ ਵੀ ਹੰਝੂ ਕੀਰਦਾ ਰਿਹਾ ਹਾਂ, ਪਰ ਉਹ ਓਨੇ ਕੌੜੇ ਨਹੀਂ ਸਨ। ਕਿਸੇ ਲੇਖਕ ਨੇ ਮੇਰੇ ਬਾਰੇ ਕਿਹਾ, ਹੁਣ ਦੇਖਾਂਗੇ ਅਬੂ ਤਾਲਬ ਆਪਣੇ ਨਵੇਂ ਫਲੈਟ ਵਿੱਚ ਜਾ ਕੇ ਕਿਸ ਤਰ੍ਹਾਂ ਦੀਆਂ ਕਵਿਤਾਵਾਂ ਲਿਖਦਾ ਹੈ। ਜਿਸ ਤਰ੍ਹਾਂ ਕਵਿਤਾਵਾਂ ਲਿਖਣ ਦਾ ਕਵੀ ਦੇ ਫਲੈਟ ਨਾਲ ਵੀ ਕੋਈ ਸੰਬੰਧ ਹੁੰਦਾ ਹੈ। ਕਵੀ ਆਪ ਆਪਣੀਆਂ ਨਜ਼ਮਾਂ ਦਾ ਘਰ ਹੁੰਦਾ ਹੈ। ਕਵੀ ਦਾ ਦਿਲ ਉਹ ਥਾਂ ਹੈ ਜਿੱਥੇ ਕਵਿਤਾ ਰਹਿੰਦੀ ਹੈ। ਮੇਰੇ ਆਪਣੇ ਅੰਦਰ ਮੇਰੀ ਜ਼ਿੰਦਗੀ ਦੇ ਖੁਸ਼ੀ ਭਰੇ ਤੇ ਉਦਾਸ ਪਲ ਰਹਿੰਦੇ ਨੇ। ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਕਿੱਥੇ ਰਹਿੰਦਾ ਹਾਂ। ਅਬੂ ਤਾਲਬ ਦੇ ਘਰ ਜਾ ਕੇ ਮੈਂ ਬੁਰੀ ਤਰ੍ਹਾਂ ਝੰਜੋੜਿਆ ਗਿਆ ਸਾਂ। ਮੈਂ ਦਾਗਿਸਤਾਨ ਸਰਕਾਰ ਦੇ ਆਗੂਆਂ ਨੂੰ ਇਸ ਬਾਰੇ ਸੂਚਿਤ ਕੀਤਾ ਤੇ ਫੈਸਲਾ ਕੀਤਾ ਗਿਆ ਕਿ ਉਸ ਦੀ ਕਿਤਾਬ ਕੂੰਜਾਂ ਉੱਡ ਉੱਡ ਜਾਣ ਦੱਖਣ ਨੂੰ ਲਈ ਅਬੂ ਤਾਲਬ ਨੂੰ ਮਿਲਣ ਵਾਲੇ ਪੈਸਿਆਂ ਦਾ ਕੁਝ ਹਿੱਸਾ ਉਸ ਦੇ ਨਵੇਂ ਫਲੈਟ ਲਈ ਫਰਨੀਚਰ ਖਰੀਦਣ ਉੱਤੇ ਖਰਚ ਕੀਤਾ ਜਾਏ। ਫੈਸਲੇ ਉੱਤੇ ਅਮਲ ਕਰਨ ਲਈ 3 ਬੰਦਿਆਂ ਦੀ ਇੱਕ ਟੀਮ ਬਣਾ ਦਿੱਤੀ ਗਈ, ਜਿਸ ਵਿੱਚ ਦਾਗਿਸਤਾਨ ਪ੍ਰਕਾਸ਼ਨ ਘਰ ਦਾ ਪ੍ਰਬੰਧਕ ਡਾਇਰੈਕਟਰ, ਵਪਾਰ ਮੰਤਰੀ ਤੇ ਮੈਂ ਸਾਂ। ਸਾਡਾ ਕੰਮ ਸੀ ਲੋੜੀਂਦਾ ਫਰਨੀਚਰ ਖਰੀਦਣਾ ਤੇ ਉਸ ਦੇ ਘਰ ਪਹੁੰਚਾਉਣਾ। ਇਸ ਸਬੰਧ ਵਿੱਚ ਲੋੜੀਂਦੀ ਗੱਲਬਾਤ ਕਰਨ ਦਾ ਕੰਮ ਮੇਰੇ ਜ਼ਿੰਮੇ ਲੱਗਾ। ਅਸੀਂ ਤਿੰਨਾਂ ਨੇ ਮਖਾਜ ਕਲਾ ਵਿਚਲੇ ਸਾਰੇ ਗੋਦਾਮਾਂ ਦਾ ਚੱਕਰ ਲਾਇਆ ਤੇ ਲੋੜੀਂਦੀਆਂ ਚੀਜ਼ਾਂ ਖਰੀਦੀਆਂ। ਸੌਣ ਕਮਰੇ ਲਈ, ਪੜ੍ਹਨ ਕਮਰੇ ਲਈ ਤੇ ਭੋਜਨ ਕਮਰੇ ਲਈ। ਅਸੀਂ ਖਿਆਲ ਕੀਤਾ ਸੀ ਕਿ ਸਾਰਾ ਫਰਨੀਚਰ ਮਿਲਣ ਪਿੱਛੋਂ ਤੇ ਉਸ ਦੇ ਕਮਰਿਆਂ ਵਿੱਚ ਸੱਜ ਜਾਣ ਪਿੱਛੋਂ ਅਬੂ ਤਾਲਬ ਸ਼ੁਕਰਾਨੇ ਨਾਲ ਛਲਕਦਾ ਹੋਇਆ ਸਾਡੇ ਕੋਲ ਦੌੜਾ ਦੌੜਾ ਆਏਗਾ, ਪਰ ਉਸ ਵੱਲੋਂ ਕੁਝ ਵੀ ਨਾ ਸੁਣਨ ਵਿੱਚ ਆਇਆ। ਧੰਨਵਾਦ ਦਾ ਇੱਕ ਲਫ਼ਜ਼ ਵੀ ਨਹੀਂ ਜਾਂ ਇਸ ਤਰ੍ਹਾਂ ਦੀ ਪੁਸ਼ਟੀ ਕਿ ਫਰਨੀਚਰ ਮਿਲ ਗਿਆ ਹੈ। ਸੋ ਅਸੀਂ ਫੈਸਲਾ ਕੀਤਾ ਕਿ ਅਬੂ ਤਾਲਬ ਦੇ ਘਰ ਜਾਈਏ ਤੇ ਪਤਾ ਕਰੀਏ ਕਿ ਸਾਡੀ ਖਰੀਦਦਾਰੀ ਨਾਲ ਉਸਨੇ ਕੀ ਕੀਤਾ ਹੈ। ਸਾਨੂੰ ਦਰਵਾਜ਼ਾ ਖੜਕਾਉਣ ਦੀ ਲੋੜ ਨਾ ਪਈ। ਫਲੈਟ ਦਾ ਬੂਹਾ ਚੌੜ ਚਪੱਟ ਖੁੱਲ੍ਹਾ ਸੀ। ਅਸੀਂ ਕਮਰੇ ਵਿੱਚ ਦਾਖਲ ਹੋਏ। ਭੋਜਨ ਕਮਰੇ ਵਿਚਲੇ ਮੇਜ਼ ਦੇ ਕੋਲ ਜ਼ਮੀਨ ਉੱਤੇ ਇੱਕ ਦਰੀ ਵਿਛੀ ਹੋਈ ਸੀ, ਜਿਸ ਉੱਤੇ ਅਬੂ ਤਾਲਬ ਤੇ ਉਸਦਾ ਪਰਿਵਾਰ ਬੈਠਾ ਸੀ। ਉਹ ਦਾਇਰੇ ਵਿੱਚ ਖਾਣ ਦੁਆਲੇ ਬੈਠੇ ਸਨ, ਜਿਹੜਾ ਕਿ ਅਖਬਾਰ ਦੇ ਵਰਕਿਆਂ ਉੱਤੇ ਉਹਨਾਂ ਸਾਹਮਣੇ ਰੱਖਿਆ ਹੋਇਆ ਸੀ। ਅਬੂ ਤਾਲਬ ਇੱਕ ਪਲੇਟ ਵਿੱਚੋਂ ਖੱਟੀ ਲੱਸੀ ਪੀ ਰਿਹਾ ਸੀ। ਕਵੀ ਭੋਜਨ ਕਮਰੇ ਵਿਚਲੇ ਚਮਕਦੇ ਮੇਜ਼ ਵੱਲ ਇਸ ਤਰ੍ਹਾਂ ਘੂਰ-ਘੂਰ ਕੇ ਦੇਖ ਰਿਹਾ ਸੀ, ਜਿਸ ਤਰ੍ਹਾਂ ਉਹ ਕੋਈ ਐਸੀ ਕੁੜੀ ਹੋਵੇ ਜਿਹੜੀ ਉਸ ਨਾਲ ਲਿਪਟ ਜਾਣਾ ਚਾਹੁੰਦੀ ਹੋਵੇ, ਪਰ ਉਹਦੀ ਆਸ਼ਾ ਪੂਰੀ ਕਰਨ ਦੀ ਅਬੂ ਤਾਲਬ ਦੀ ਕੋਈ ਇੱਛਾ ਨਾ ਹੋਵੇ। ਅਗਲੇ ਕਮਰੇ ਵਿੱਚ ਇੱਕ ਸੁੰਦਰ ਮੇਜ਼ ਪਿਆ ਸੀ ਤੇ ਮੇਜ਼ ਉੱਤੇ ਕਾਗਜ਼ ਦੇ ਖਾਲੀ ਵਰਕੇ, ਕਲਮਾਂ ਤੇ ਕਲਮਦਾਨ ਪਏ ਸਨ ਤੇ ਸਾਰੇ ਹੀ ਮੇਜ਼ ਸਮੇਤ ਮਾਲਕ ਦੇ ਕੰਮ ਆਉਣ ਵਾਲੀ ਚੀਜ਼ ਨਾਲੋਂ ਜ਼ਿਆਦਾ ਕੋਈ ਅਜਾਇਬ ਘਰ ਵਿੱਚ ਪਈਆਂ ਵਸਤਾਂ ਲੱਗਦੀਆਂ ਸਨ। ਕਮਰੇ ਦੇ ਦੂਜੇ ਸਿਰੇ ਉੱਤੇ ਪੁੰਜੇ ਅਰਬੀ ਅੱਖਰਾਂ ਨਾਲ ਭਰੇ ਸਫ਼ੇ ਪਏ ਸਨ। ਉਹ ਕੀ ਹੈ ਅਬੂ ਤਾਲਬ? ਤੈਨੂੰ ਆਧੁਨਿਕ ਲਿਪੀ ਇੰਨੀ ਨਹੀਂ ਆਉਂਦੀ ਕਿ ਇਸ ਦੀ ਵਰਤੋਂ ਕਰ ਸਕੇ? ਮੈਨੂੰ ਆਉਂਦੀ ਏ, ਪਰ ਮੈਂ ਪੁਰਾਣੇ ਤਰੀਕੇ ਨਾਲ ਲਿਖਣ ਦਾ ਆਦੀ ਹਾਂ। ਪਹਿਲਾਂ ਮੈਂ ਅਰਬੀ ਵਿੱਚ ਤੁਕਾਂ ਲਿਖਦਾ ਹਾਂ ਤੇ ਫਿਰ ਮੈਂ ਸੰਪਾਦਕ ਲਈ ਉਹਨਾਂ ਨੂੰ ਆਪਣੀ ਲਿਪੀ ਵਿੱਚ ਲਿਖਦਾ ਹਾਂ। ਤੁਸੀਂ ਕਹਿ ਸਕਦੇ ਹੋ ਮੈਂ ਆਪਣਾ ਅਨੁਵਾਦ ਆਪ ਕਰ ਰਿਹਾ ਹਾਂ। ਇਸ ਨੇ ਬਿਸਤਰੇ ਉੱਤੇ ਸੌਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ। ਉਸ ਦੀ ਬੀਵੀ ਵਿੱਚੋਂ ਬੋਲੀ,
ਤੁਸੀਂ ਇੰਨੀਆਂ ਕੀਮਤੀ ਚੀਜ਼ਾਂ ਖਰੀਦਣ ਦੀ ਐਵੇਂ ਖੇਚਲ ਕੀਤੀ। ਆਹ ਬਿਸਤਰਾ ਕੀ ਹੁੰਦਾ ਹੈ? ਜਦੋਂ ਮੈਂ ਪਹਿਲੀ ਵਾਰੀ ਸ਼ਹਿਰ ਰਹਿਣ ਲਈ ਆਇਆ ਤਾਂ ਮੈਂ ਪਹਾੜਾਂ ਦੇ ਇੱਕ ਪੱਥਰ ਨੂੰ ਆਪਣੇ ਸਿਰ ਹੇਠ ਸਿਰਹਾਣੇ ਦੀ ਥਾਂ ਰੱਖ ਲਿਆ ਅਤੇ ਗੂੜ੍ਹੀ ਨੀਂਦ ਇਸ ਉੱਤੇ ਸੌਂ ਗਿਆ। ਜਦੋਂ ਮੈਂ ਗਡਰੀਆ ਸਾਂ ਤਾਂ ਉਦੋਂ ਦੀ ਮੈਨੂੰ ਸਿਰ ਹੇਠ ਪੱਥਰ ਰੱਖ ਕੇ ਸੌਣ ਦੀ ਆਦਤ ਪਈ ਹੋਈ ਸੀ। ਸੋ ਮਤਲਬ ਇਹ ਕਿ ਸਾਡੇ ਚੁਣੇ ਫਰਨੀਚਰ 'ਤੇ ਤੂੰ ਖੁਸ਼ ਨਹੀਂ। ਇਹ ਪੜ੍ਹਨ ਕਮਰੇ ਦੀਆਂ ਚੀਜ਼ਾਂ, ਕੁਰਸੀਆਂ, ਮੇਜ਼, ਅਲਮਾਰੀ, ਫਰਨੀਚਰ ਤਾਂ ਬੜਾ ਚੰਗਾ ਹੈ, ਪਰ ਇਹ ਸਾਡੇ ਗੁਆਂਢੀ ਗੋਤਫਰੀਦ ਹਸਨੋਵ ਨੂੰ ਜ਼ਿਆਦਾ ਠੀਕ ਰਹੇਗਾ। ਗੋਤਫਰੀਦ ਚੰਗਾ ਗੁਆਂਢੀ ਨਹੀਂ? ਹੋ ਸਕਦਾ ਉਹ ਚੰਗਾ ਬੰਦਾ ਹੋਵੇ, ਪਰ ਉਹਦੇ ਨਾਲ ਸਾਡੀ ਨਿਭਦੀ ਨਹੀਂ। ਐਸਾ ਕਿਉਂ? ਉਹ ਬਹੁਤ ਜ਼ਿਆਦਾ ਸੱਭਿਆ ਆਦਮੀ ਹੈ। ਇਸ ਤੋਂ ਛੁੱਟ ਮੈਂ ਬਹੁਤ ਜ਼ਿਆਦਾ ਪੇਂਡੂ ਹਾਂ, ਉਹ ਬਹੁਤ ਜ਼ਿਆਦਾ ਸ਼ਹਿਰੀ ਹੈ। ਮੈਂ ਬਹੁਤ ਜ਼ਿਆਦਾ ਪਹਾੜਾਂ ਦਾ ਬੰਦਾ ਹਾਂ, ਉਹ ਬਹੁਤ ਜ਼ਿਆਦਾ ਮੈਦਾਨੀ ਆਦਮੀ ਹੈ। ਅਸੀਂ ਵੱਖਰੀ ਤਰ੍ਹਾਂ ਦੇ ਟੋਪ ਪਾਉਂਦੇ ਹਾਂ। ਸਾਡੇ ਸਿਰ ਵੀ ਸ਼ਾਇਦ ਵੱਖਰੀ ਤਰ੍ਹਾਂ ਦੇ ਹਨ। ਮੈਂ ਆਪਣੀ ਧਰਤੀ ਦਾ ਜਾਇਆ ਹਾਂ, ਉਹ ਆਪਣੇ ਕਸਬ ਦੀ ਪੈਦਾਵਾਰ ਹੈ। ਉਹ ਮੇਰਾ ਸੁਰਨਾ ਅਤੇ ਇਸ ਦੇ ਗੀਤ ਨਹੀਂ ਬਰਦਾਸ਼ਤ ਕਰ ਸਕਦਾ, ਅਤੇ ਮੈਂ ਉਸ ਦਾ ਪਿਆਨੋ ਅਤੇ ਉਸ ਦੀਆਂ ਸਿਫਨੀਆਂ ਨਹੀਂ ਬਰਦਾਸ਼ਤ ਕਰ ਸਕਦਾ। ਮੈਂ ਉਸ ਦੇ ਸੰਗੀਤ ਵਿੱਚ ਖੁਸ਼ੀ ਲੈਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਨਹੀਂ ਲੈ ਸਕਦਾ। ਉਹਦਾ ਵੀ ਇਹੀ ਹਾਲ ਹੈ। ਜਿਉਂ ਹੀ ਮੈਂ ਆਪਣਾ ਸੁਰਨਾ ਚੁੱਕਦਾ ਹਾਂ, ਉਹ ਮੇਰਾ ਬੂਹਾ ਆਣ ਖੜਕਾਉਂਦਾ ਹੈ। ਅਬੂ ਤਾਲਬ, ਮੈਂ ਕੰਮ ਨਹੀਂ ਕਰ ਸਕਦਾ। ਮੈਂ ਬਹਾਨਾ ਕਰਦਾ ਹਾਂ, ਮੈਂ ਨਹੀਂ ਸਾਂ ਵਜਾ ਰਿਹਾ, ਸਗੋਂ ਰੇਡੀਓ ਵਿੱਚ ਆ ਰਿਹਾ ਸੀ। ਕਈ ਵਾਰੀ ਜਦੋਂ ਉਸਨੇ ਦਰਵਾਜ਼ਾ ਖੜਕਾਇਆ ਤਾਂ ਰੇਡੀਓ ਉੱਤੇ ਸੱਚਮੁੱਚ ਸੁਰਨਾ ਵੱਜ ਰਿਹਾ ਹੁੰਦਾ ਸੀ, ਪਰ ਉਹ ਚਾਹੁੰਦਾ ਕਿ ਮੈਂ ਨਾ ਸਿਰਫ ਆਪ ਸੁਰਨਾ ਵਜਾਉਣਾ ਹੀ ਬੰਦ ਕਰ ਦਿਆਂ, ਸਗੋਂ ਰੇਡੀਓ ਉੱਤੇ ਸੁਰਨਾ ਸੁਣਨਾ ਵੀ ਬੰਦ ਕਰ ਦਿਆਂ। ਮਤਲਬ ਕਿ ਅਸੀਂ ਇੱਕ ਦੂਜੇ ਨਾਲੋਂ ਬਿਲਕੁਲ ਵੱਖੋ ਵੱਖਰੇ ਹਾਂ। ਮੇਰੇ ਪ੍ਰਾਹੁਣੇ ਆਉਂਦੇ ਨੇ ਪਿੰਡਾਂ ਤੋਂ ਅਤੇ ਪਹਾੜਾਂ ਤੋਂ। ਖੁਰਜੂਨ ਝੋਲੇ ਚੁੱਕੀ, ਅਤੇ ਉਹਦੇ ਪ੍ਰਾਹੁਣੇ ਆਉਂਦੇ ਨੇ ਮਾਸਕੋ ਤੋਂ ਬਰੀਫ ਕੇਸ ਫੜੀ। ਮੈਂ ਆਪਣੇ ਪ੍ਰਾਹੁਣਿਆਂ ਨੂੰ ਪੀਣ ਲਈ ਬੂਜ਼ਾ ਅਤੇ ਖਾਣ ਲਈ ਲਸਣ ਵਾਲੀ ਖਿਨਕਾਲੀ ਪੇਸ਼ ਕਰਦਾ ਹਾਂ। ਉਹ ਉਹਨਾਂ ਨੂੰ ਬਰਾਂਡੀ ਅਤੇ ਕੌਫੀ ਦਿੰਦਾ ਹੈ। ਮੈਂ ਮੰਡੀ ਜਾਂਦਾ ਹਾਂ, ਉਹ ਦੁਕਾਨਾਂ ਉੱਤੇ ਜਾਂਦਾ ਹੈ। ਜਦੋਂ ਮੈਂ ਸੁੱਤਾ ਹੁੰਦਾ ਹਾਂ ਤਾਂ ਉਹ ਲਿਖਦਾ ਹੈ, ਜਦੋਂ ਉਹ ਸੁੱਤਾ ਹੁੰਦਾ ਹੈ ਤਾਂ ਮੈਂ ਲਿਖਦਾ ਹਾਂ। ਉਸ ਨੂੰ ਉਹ ਫਲ ਚੰਗੇ ਲੱਗਦੇ ਨੇ ਜਿਹੜੇ ਸ਼ਹਿਰਾਂ ਵਿੱਚ ਕਿਆਰੀਆਂ ਵਿੱਚ ਉਗਾਏ ਜਾਂਦੇ ਨੇ। ਮੈਨੂੰ ਪਹਾੜੀ ਸਬਜ਼ਾਜ਼ਾਰਾਂ ਦੇ ਫੁੱਲਦਾਰ ਘਾਹ ਪਸੰਦ ਨੇ। ਸੁਣੋ, ਉਹ ਇਸ ਵੇਲੇ ਆਪਣੀ ਇੱਕ ਸਿਫਨੀ ਵਜਾ ਰਿਹਾ ਹੈ। ਅਸੀਂ ਸਾਰੇ ਅਬੂ ਤਾਲਬ ਦੇ ਗੁਆਂਢੀ ਨੂੰ ਬੜਾ ਚੰਗੀ ਤਰ੍ਹਾਂ ਜਾਣਦੇ ਸਾਂ। ਗੋਤਫਰੀਦ ਹਸਨੋਵ ਦਾਗਿਸਤਾਨ ਅਤੇ ਰੂਸੀ ਫੈਡਰੇਸ਼ਨ ਦਾ ਸਨਮਾਨਿਤ ਕਲਾਕਾਰ ਸੀ। ਉਸ ਵੇਲੇ ਉਹ ਪਿਆਨੋ ਫੋਰਟ ਕੌਂਸਰਟ ਉੱਤੇ ਕੰਮ ਕਰ ਰਿਹਾ ਸੀ ਅਤੇ ਮੈਂ ਉਸ ਦੇ ਆਵੇਸ਼ਮਈ ਸੰਗੀਤ ਨੂੰ ਧਿਆਨ ਨਾਲ ਸੁਣਿਆ। ਮੈਂ ਆਪਣੇ ਆਪ ਨੂੰ ਕਿਹਾ, ਸਾਡੇ ਕੋਲ ਕਿਆ ਸੱਚਮੁੱਚ ਅਦਭੁਤ ਸਿਫਨੀ ਹੋਏਗੀ ਜੇ ਅਸੀਂ ਦੋ ਵੱਡੇ ਅਤੇ ਕਲਾ ਕੌਸ਼ਲਤਾ ਵਾਲੇ ਬੰਦਿਆਂ ਨੂੰ ਅਬੂ ਤਾਲਬ ਦੀ ਸਧਾਰਨ ਲੋਕ ਕਲਾ ਕੌਸ਼ਲਤਾ ਅਤੇ ਹਸਨੋਵ ਦੀ ਪੇਸ਼ਾਵਰ ਅਤੇ ਸੁਸਿੱਖਿਅਤ ਕਲਾ ਕੌਸ਼ਲਤਾ ਨੂੰ ਮਿਲਾ ਸਕੀਏ ਤਾਂ। ਮੈਨੂੰ ਇਹ ਵੀ ਖਿਆਲ ਆਇਆ ਕਿ ਕਿੱਡੀ ਵੱਡੀ ਪ੍ਰਾਪਤੀ ਹੋਵੇਗੀ ਜੇ ਮੇਰੀਆਂ ਕਵਿਤਾਵਾਂ ਅਤੇ ਮੇਰੀਆਂ ਕਿਤਾਬਾਂ ਵਿੱਚ ਉਹਨਾਂ ਦੋ ਸੋਮਿਆਂ, ਮੇਰੇ ਲੋਕਾਂ ਦੇ ਬਿਨਾਂ ਬਨਾਵਟ ਦੇ ਜੀਵਨ, ਉਹਨਾਂ ਦੇ ਖੁੱਲ੍ਹੇ ਦਿਲ, ਸਾਦਾ ਸੁਭਾਅ ਦਾ ਅਤੇ ਪੇਸ਼ਾਵਰ ਬੰਦੇ ਦੀ ਮਾਂਝੀ ਸੁਆਰੀ ਯੋਗਤਾ ਦਾ ਸੁਮੇਲ ਹੋ ਸਕੇ ਤਾਂ। ਮੈਂ ਚਾਹੁੰਦਾ ਹਾਂ ਕਿ ਅਬੂ ਤਾਲਬ ਅਤੇ ਗੋਤਫਰੀਦ ਮੇਰੀਆਂ ਕਵਿਤਾਵਾਂ ਵਿੱਚ ਘੁਲ ਮਿਲ ਜਾਣ। ਮੈਂ ਚਾਹੁੰਦਾ ਹਾਂ ਕਿ ਮੇਰੀ ਕਲਾ ਵਿੱਚ ਉਹ ਚੰਗੇ ਗੁਆਂਢੀਆਂ ਵਾਂਗ ਰਹਿਣ, ਨਾ ਕਿ ਐਸੇ ਗੁਆਂਢੀਆਂ ਵਾਂਗ ਜਿਸ ਤਰ੍ਹਾਂ ਦੇ ਉਹ ਆਪਣੇ ਜੀਵਨ ਵਿੱਚ ਹਨ। ਹਾਂ, ਮੈਂ ਇਹਨਾਂ ਦੋ ਅਸੂਲਾਂ ਵਿਚਕਾਰ ਇੱਕ ਸੁਰਤਾ ਉੱਤੇ ਆਸ ਰੱਖ ਰਿਹਾ ਹਾਂ, ਪਰ ਮੈਂ ਇਹ ਪ੍ਰਾਪਤ ਨਾ ਕੀਤੀ ਜਾ ਸਕੇ ਅਤੇ ਮੈਨੂੰ ਚੋਣ ਕਰਨੀ ਪਵੇ ਤਾਂ ਮੇਰਾ ਖਿਆਲ ਹੈ ਮੈਂ ਆਖਰ ਪਹਾੜੀ ਝਰਨੇ ਦੇ ਠੰਡੇ, ਬਲੌਰੀ, ਨਿਰਮਲ ਪਾਣੀ ਨੂੰ ਸੂਖਮ ਤੋਂ ਸੂਖਮ ਸ਼ਰਾਬ ਤੋਂ ਵੀ ਵਧੇਰੇ ਤਰਜੀਹ ਦੇਵਾਂਗਾ। ਤੁਸੀਂ ਜੋ ਮਰਜ਼ੀ ਕਹਿ ਲਵੋ। ਜੇ ਸੱਭਿਆਚਾਰ, ਸੱਭਿਅਤਾ ਅਤੇ ਪੇਸ਼ਾਵਰ ਯੋਗਤਾ ਦੀ ਘਾਟ ਹੋਵੇ ਤਾਂ ਇਹਨਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਪਰ ਉਹ ਦੁਰਲੱਭ ਗੁਣ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਜਿਸ ਨੂੰ ਅਸੀਂ ਕੌਮੀ ਜਾਂ ਲੋਕ ਭਾਵਨਾ ਕਹਿੰਦੇ ਹਾਂ।
ਜਿਹੜਾ ਬੰਦੇ ਨੂੰ ਜਨਮ ਦੇ ਨਾਲ ਹੀ ਮਿਲਦਾ ਹੈ। ਸੁਰਨਾਵਾਦਕ ਤੇ ਲੋਕ ਕਵੀ ਅਬੂ ਤਾਲਬ ਹੋਰ ਹਾਲਤਾਂ ਵਿੱਚ ਸ਼ਾਇਦ ਪੇਸ਼ਾਵਰ ਸੰਗੀਤਕਾਰ ਤੇ ਸ਼ਾਇਦ ਸਵਰਕਾਰ ਵੀ ਬਣ ਜਾਂਦਾ, ਪਰ ਪੇਸ਼ਾਵਰ ਸਵਰਕਾਰ ਤੇ ਸੰਗੀਤਕਾਰ ਗੋਤਫਰੀਦ ਸਾਦਾ ਜਿਹਾ ਲੋਕ ਕਵੀ ਕਦੀ ਨਹੀਂ ਬਣ ਸਕਦਾ। ਜਿਸ ਵੇਲੇ ਅਸੀਂ ਅਬੂ ਤਾਲਬ ਨੂੰ ਅਲਵਿਦਾ ਕਹਿ ਰਹੇ ਸਾਂ ਤਾਂ ਉਹ ਪੁੱਛਣ ਲੱਗਾ, ਰਸੂਲ, ਕੀ ਮੇਰੇ ਟੈਲੀਫੋਨ ਬਿਲਕੁਲ ਨਹੀਂ ਲੱਗ ਸਕਦਾ? ਤੈਨੂੰ ਟੈਲੀਫੋਨ ਕਾਹਦੇ ਲਈ ਚਾਹੀਦਾ ਜਦ ਕਿ ਤੂੰ ਮੇਜ਼ ਨੂੰ ਜਾਂ ਮੰਜੇ ਤੱਕ ਨੂੰ ਨਹੀਂ ਵਰਤਦਾ? ਮੈਂ ਟੈਲੀਫੋਨ ਉੱਤੇ ਸੁਰਨਾ ਵਜਾ ਕੇ ਸੁਣਾਇਆ ਕਰਾਂਗਾ, ਕਦੀ ਮਾਸਕੋ ਵਿੱਚ ਨਿਕੋਲਾਈ ਤਿਖੋਨੋਵ ਨੂੰ, ਕਦੀ ਆਪਣੇ ਸਹਿਕਾਰੀ ਫਾਰਮ ਦੇ ਪ੍ਰਧਾਨ ਨੂੰ। ਨਹੀਂ ਤਾਂ ਪ੍ਰਧਾਨ ਨੂੰ ਪਤਾ ਕਿਸ ਤਰ੍ਹਾਂ ਲੱਗੇਗਾ ਕਿ ਮੈਂ ਅਜੇ ਜਿਉਂਦਾ ਜਾਗਦਾ ਹਾਂ ਤੇ ਮੇਰਾ ਸੁਰਨਾ ਅਜੇ ਵੀ ਉਹ ਪੁਰਾਣੇ ਗੀਤ ਸੁਣਾ ਸਕਦਾ ਹੈ। ਜਦੋਂ ਟੈਲੀਫੋਨ ਉੱਤੇ ਸਾਡਾ ਪ੍ਰਧਾਨ ਮੇਰਾ ਸੁਰਨਾ ਸੁਣੇਗਾ ਤਾਂ ਉਹ ਮਹਿਸੂਸ ਕਰੇਗਾ ਕਿ ਸਾਡੇ ਪਹਾੜਾਂ ਦੀਆਂ ਧੁਨੀਆਂ ਤੇ ਖੁਸ਼ਬੂਆਂ ਮੇਰੇ ਸ਼ਹਿਰੀ ਫਲੈਟ ਵਿੱਚ ਅਜੇ ਵੀ ਰਹਿ ਰਹੀਆਂ ਨੇ। ਬਸ ਬਹੁਤ ਹੈ ਅਬੂ ਤਾਲਬ, ਤੇਰੀਆਂ ਧੁਨਾਂ ਪਹਾੜਾਂ ਦੀ ਸੁਗੰਧ ਨਾਲ ਭਰਪੂਰ ਟੈਲੀਫੋਨ ਦੀ ਮਦਦ ਤੋਂ ਬਿਨਾਂ ਵੀ ਮਾਸਕੋ ਪਹੁੰਚ ਜਾਣਗੀਆਂ ਤੇ ਤੇਰੇ ਆਪਣੇ ਪਿੰਡ ਵਿੱਚ ਸੁਣੀਆਂ ਜਾਣਗੀਆਂ, ਦਾਗਿਸਤਾਨ ਦੇ ਸਾਰੇ ਪਿੰਡਾਂ ਵਿੱਚ, ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਸੁਣੀਆਂ ਜਾਣਗੀਆਂ। ਉਹ ਪਹਾੜਾਂ ਨਾਲੋਂ ਵੀ ਉੱਚੀਆਂ ਉਡਣਗੀਆਂ। ਹੁਣ ਮੈਂ ਅਬੂ ਤਾਲਬ ਤੋਂ ਛੁੱਟੀ ਮੰਗਾਂਗਾ ਤੇ ਕੁਝ ਐਸੀ ਘਟਨਾ ਬਾਰੇ ਦੱਸਾਂਗਾ ਜਿਹੜੀ ਮੇਰੇ ਤੇ ਪਿਤਾ ਜੀ ਨਾਲ ਵਾਪਰੀ ਸੀ। ਇੱਕ ਯਾਦ, ਪਤਾ ਨਹੀਂ ਕਿਉਂ ਪਰ ਸਾਡੇ ਵਿੱਚ ਇੱਕ ਦੂਜੇ ਨੂੰ ਆਪਣੀਆਂ ਕਵਿਤਾਵਾਂ ਪੜ੍ਹ ਕੇ ਸੁਣਾਉਣ ਜਾਂ ਉਹਨਾਂ ਦੀ ਗੱਲ ਵੀ ਕਰਨ ਦਾ ਰਿਵਾਜ ਨਹੀਂ ਸੀ। ਮੈਨੂੰ ਪਿਤਾ ਜੀ ਦੀਆਂ ਤਾਜ਼ਾ ਕਵਿਤਾਵਾਂ ਦਾ ਪਤਾ ਉਦੋਂ ਲੱਗਦਾ ਸੀ ਜਦੋਂ ਮੈਂ ਉਹਨਾਂ ਨੂੰ ਛਪੀਆਂ ਦੇਖਦਾ ਜਾਂ ਰੇਡੀਓ ਉੱਤੇ ਸੁਣਦਾ ਸਾਂ, ਜਾਂ ਫਿਰ ਜਿਨ੍ਹਾਂ ਦੋਸਤਾਂ ਨੇ ਉਹ ਸੁਣੀਆਂ ਹੁੰਦੀਆਂ ਸਨ ਜਦੋਂ ਉਹ ਉਹਨਾਂ ਬਾਰੇ ਗੱਲਾਂ ਕਰਦੇ ਸਨ। ਇਸੇ ਤਰ੍ਹਾਂ ਪਿਤਾ ਜੀ ਨੂੰ ਮੇਰੀਆਂ ਨਵੀਆਂ ਕਵਿਤਾਵਾਂ ਬਾਰੇ ਬਿਲਕੁਲ ਪਤਾ ਨਹੀਂ ਸੀ ਹੁੰਦਾ ਜਦੋਂ ਤੱਕ ਉਹ ਪ੍ਰਕਾਸ਼ਿਤ ਨਹੀਂ ਸਨ ਹੋ ਜਾਂਦੀਆਂ। ਸੰਨ 1947 ਵਿੱਚ ਇੱਕ ਅਵਾਰ ਅਖਬਾਰ ਨੇ ਮੇਰੀ ਕਵਿਤਾ ਪ੍ਰਕਾਸ਼ਿਤ ਕੀਤੀ ਜਿਸ ਸਾਲ ਮੈਂ ਪੈਦਾ ਹੋਇਆ। ਬੇਸ਼ੱਕ ਪਿਤਾ ਜੀ ਨੇ ਅਖਬਾਰ ਪੜ੍ਹਿਆ ਤੇ ਉਸ ਦੀ ਇੱਕ ਕਾਪੀ ਮੇਰੇ ਹੱਥ ਲੱਗ ਗਈ ਜਿਸ ਉੱਤੇ ਉਹਨਾਂ ਨੇ ਮੇਰੀਆਂ ਤੁਕਾਂ ਬਾਰੇ ਪੈਨਸਲ ਨਾਲ ਕੁਝ ਲਿਖਿਆ ਹੋਇਆ ਸੀ। ਇੰਜ ਲੱਗਦਾ ਸੀ ਕਿ ਪਿਤਾ ਜੀ ਨੇ ਨਾ ਸਿਰਫ ਕਵਿਤਾ ਨੂੰ ਧਿਆਨ ਨਾਲ ਪੜ੍ਹਿਆ ਹੀ ਸੀ, ਸਗੋਂ ਉਸ ਦੀਆਂ ਕਈ ਤੁਕਾਂ ਨੂੰ ਆਪਣੇ ਹੀ ਹਿਸਾਬ ਨਾਲ ਮੁੜ ਲਿਖਿਆ ਹੋਇਆ ਸੀ। ਮੈਂ ਦੇਖ ਸਕਦਾ ਸਾਂ ਕਿ ਪਿਤਾ ਜੀ ਨੇ ਸਭ ਤੋਂ ਵੱਧ ਸਜੀਆਂ ਤੁਕਾਂ ਬਦਲ ਦਿੱਤੀਆਂ ਸਨ। ਉਹਨਾਂ ਨੂੰ ਬਹੁਤ ਜਟਲ ਅਲੰਕਾਰ ਤੇ ਬਹੁਤ ਖਿੱਚ ਧੂ ਕੇ ਲਿਆਂਦੀਆਂ ਉਪਮਾਵਾਂ ਚੰਗੀਆਂ ਨਹੀਂ ਸਨ ਲੱਗਦੀਆਂ। ਮੇਰੀਆਂ ਸਤਰਾਂ ਦੇ ਉੱਤੇ ਆਪ ਲਿਖੀਆਂ ਸਤਰਾਂ ਵਿੱਚ ਉਹਨਾਂ ਨੇ ਵਧੇਰੇ ਸਾਦੀ, ਵਧੇਰੇ ਸਪਸ਼ਟ ਤੇ ਵਧੇਰੇ ਭਾਵਮਈ ਬੋਲੀ ਵਿੱਚ ਉਸੇ ਗੱਲ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੋਈ ਸੀ। ਮੈਨੂੰ ਅਜੇ ਵੀ ਅਫਸੋਸ ਹੈ ਕਿ ਜਿਸ ਅਖਬਾਰ ਉੱਤੇ ਉਹਨਾਂ ਨੇ ਸੁਧਾਈ ਕੀਤੀ ਹੋਈ ਸੀ ਉਹ ਗੁਆਚ ਚੁੱਕਾ ਹੈ। ਇਹ ਮੇਰੀ ਆਦਤ ਹੈ ਕਿ ਮੇਰੀਆਂ ਨਜ਼ਮਾਂ ਜਿਉਂ ਹੀ ਛਪਦੀਆਂ ਹਨ ਮੈਂ ਉਹਨਾਂ ਦੀਆਂ ਸਾਰੀਆਂ ਰਫ ਕਾਪੀਆਂ ਤੇ ਲਿਖਤੀ ਰੂਪ ਸਾੜ ਦਿੰਦਾ ਹਾਂ। ਪਿਤਾ ਜੀ ਵੱਲੋਂ ਕੀਤੀਆਂ ਤਬਦੀਲੀਆਂ ਵਿੱਚੋਂ ਮੈਨੂੰ ਬਹੁਤੀਆਂ ਪਸੰਦ ਸਨ। ਮੈਂ ਦੇਖਿਆ ਕਿ ਉਹਨਾਂ ਨੇ ਮੇਰੀ ਕਵਿਤਾ ਨੂੰ ਚੰਗੇਰਾ ਬਣਾ ਦਿੱਤਾ ਹੈ, ਪਰ ਕਈ ਤਬਦੀਲੀਆਂ ਸਨ ਜਿਹੜੀਆਂ ਮੈਨੂੰ ਪ੍ਰਵਾਨ ਨਹੀਂ ਸਨ। ਮੈਂ ਉਹਨਾਂ ਨੂੰ ਦੱਸ ਦਿੱਤਾ, ਬੇਸ਼ੱਕ ਤੁਸੀਂ ਬਹੁਤ ਸਿਆਣੇ ਤੇ ਮੇਰੇ ਨਾਲੋਂ ਵਧੇਰੇ ਕਲਾ ਕੌਸ਼ਲਤਾ ਰੱਖਦੇ ਹੋ, ਤੁਸੀਂ ਵਧੇਰੇ ਕਵੀ ਹੋ, ਪਰ ਮੈਂ ਦੂਜੇ ਦੌਰ ਦਾ ਕਵੀ ਹਾਂ। ਮੈਂ ਕਿਸੇ ਦੂਜੀ ਧਾਰਾ ਦਾ ਕਵੀ ਹਾਂ। ਮੇਰੇ ਸਾਹਿਤਿਕ ਸਵਾਦ ਵੱਖਰੇ ਨੇ, ਸ਼ੈਲੀ ਵੱਖਰੀ ਏ, ਸਭ ਕੁਝ ਵੱਖਰਾ ਏ। ਤੁਹਾਡੀਆਂ ਕੀਤੀਆਂ ਤਬਦੀਲੀਆਂ ਵਿੱਚ ਬੰਦਾ ਇੱਕਦਮ ਹਮਜ਼ਾਤ ਦੀ ਕਾਵ ਸ਼ੈਲੀ ਪਛਾਣ ਸਕਦਾ ਹੈ। ਮੈਂ ਹਮਜ਼ਾਤ ਨਹੀਂ, ਸਿਰਫ ਰਸੂਲ ਹਾਂ। ਮੈਨੂੰ ਆਪਣੀ ਹੀ ਸ਼ੈਲੀ, ਆਪਣਾ ਹੀ ਵਿਲੱਖਣ ਢੰਗ ਰੱਖਣ ਦੀ ਆਗਿਆ ਦਿਓ। ਤੂੰ ਇੱਥੇ ਪੂਰੀ ਤਰ੍ਹਾਂ ਠੀਕ ਨਹੀਂ। ਤੇਰੀ ਸ਼ੈਲੀ ਤੇ ਤੇਰਾ ਲਿਖਣ ਢੰਗ, ਮਤਲਬ ਕਿ ਤੇਰੇ ਤਰੀਕਿਆਂ ਤੇ ਤੇਰੇ ਆਚਰਣ ਨੂੰ ਤੇਰੀਆਂ ਕਵਿਤਾਵਾਂ ਵਿੱਚ ਦੂਜੀ ਥਾਂ ਮਿਲਣੀ ਚਾਹੀਦੀ ਹੈ। ਪਹਿਲੀ ਥਾਂ ਤੇਰੀ ਕੌਮ ਦੇ ਢੰਗ ਤਰੀਕਿਆਂ ਤੇ ਆਚਰਣ ਦੀ ਹੈ। ਸਭ ਤੋਂ ਪਹਿਲਾਂ ਤੂੰ ਪਰਬਤਵਾਸੀ ਏ, ਅਵਾਰ ਏ ਤੇ ਸਿਰਫ ਮਗਰੋਂ ਤੂੰ ਰਸੂਲ ਹਮਜ਼ਤ ਹੋਵੇ। ਤੂੰ ਆਪਣੀਆਂ ਕਵਿਤਾਵਾਂ ਵਿੱਚ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਗਟ ਕਰਦਾ ਏ ਜਿਸ ਤਰ੍ਹਾਂ ਕਦੀ ਕੋਈ ਪਰਬਤਵਾਸੀ ਨਹੀਂ ਕਰੇਗਾ। ਜੇ ਤੇਰੀਆਂ ਕਵਿਤਾਵਾਂ
ਪਰਬਤ ਵਾਸੀਆਂ ਦੀ ਭਾਵਨਾ ਨਾਲੋਂ ਤੇ ਉਹਨਾਂ ਦੇ ਆਚਰਣ ਨਾਲੋਂ ਵੀ ਓਪਰੀਆਂ ਹੋਣਗੀਆਂ ਤਾਂ ਤੇਰਾ ਲਿਖਣ ਢੰਗ ਨਿੱਘਰ ਕੇ ਕਲਾ ਦਿਖਾਵੇ ਤੱਕ ਆ ਜਾਏਗਾ ਤੇ ਤੇਰੀਆਂ ਕਵਿਤਾਵਾਂ ਸਿਰਫ ਖੂਬਸੂਰਤ ਤੇ ਸ਼ਾਇਦ ਮਨ ਪਰਚਾਉਣ ਵਾਲੇ ਖਿਡੌਣੇ ਹੋਣਗੀਆਂ। ਬੱਦਲਾਂ ਤੋਂ ਬਿਨਾਂ ਬਾਰਿਸ਼ ਕਿੱਥੋਂ ਆਏਗੀ? ਆਕਾਸ਼ ਤੋਂ ਬਿਨਾਂ ਬਰਫ਼ ਕਿੱਥੇ ਪਵੇਗੀ? ਅਵਾਰਿਸਤਾਨ ਤੇ ਅਵਾਰ ਲੋਕਾਂ ਤੋਂ ਬਿਨਾਂ ਰਸੂਲ ਹਮਜ਼ਾ ਤੋਬ ਕਿੱਥੋਂ ਆਏਗਾ? ਉਹਨਾਂ ਕਾਨੂੰਨਾਂ ਤੋਂ ਬਿਨਾਂ ਜਿਹੜੇ ਤੇਰੀ ਕੌਮ ਦੇ ਹਨ ਤੇ ਸਦੀਆਂ ਦੇ ਦੌਰਾਨ ਘੜੇ ਗਏ ਹਨ, ਤੂੰ ਆਪਣੇ ਕਾਨੂੰਨ ਕਿੱਥੋਂ ਲਵੇਂਗਾ? ਇਸ ਤਰ੍ਹਾਂ ਦੀ ਗੱਲਬਾਤ ਇੱਕ ਵਾਰੀ ਹੋਈ ਸੀ ਮੇਰੀ ਪਿਤਾ ਜੀ ਨਾਲ। ਉਹ ਠੀਕ ਸਨ ਤੇ ਉਸ ਤੋਂ ਮਗਰੋਂ ਸਾਰੇ ਸਾਲਾਂ ਨੇ ਤੇ ਮੇਰੇ ਵੱਲੋਂ ਕੱਛੇ ਗਏ ਸਾਰੇ ਰਾਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਤੀਜੀ ਪਤਨੀ ਦੀ ਵਾਰਤਾ। ਇੱਕ ਨੌਜਵਾਨ ਦਾਗਿਸਤਾਨੀ ਕਵੀ ਸਾਹਿਤਕ ਇੰਸਟੀਚਿਊਟ ਵਿੱਚ ਪੜ੍ਹਨ ਮਾਸਕੋ ਆਇਆ। 1 ਸਾਲ ਮਗਰੋਂ ਇਸ ਦਾਗਿਸਤਾਨੀ ਵਿਦਿਆਰਥੀ ਨੇ ਐਲਾਨ ਕਰ ਦਿੱਤਾ ਕਿ ਮੈਂ ਆਪਣੀ ਬੀਵੀ ਨੂੰ ਤਲਾਕ ਦੇ ਰਿਹਾ ਹਾਂ, ਜਿਹੜੀ ਦੂਰ ਦਰਾਡੇ ਦੇ ਪਹਾੜੀ ਪਿੰਡ ਦੀ ਸੀ। ਤੂੰ ਤਲਾਕ ਕਿਉਂ ਦੇ ਰਿਹਾ? ਅਸੀਂ ਜਾਣਨਾ ਚਾਹੁੰਦੇ ਸਾਂ। ਤੇਰਾ ਵਿਆਹ ਹੋਏ ਨੂੰ ਅਜੇ ਬਹੁਤਾ ਚਿਰ ਨਹੀਂ ਹੋਇਆ ਤੇ ਤੈਨੂੰ ਆਪਣੀ ਬੀਵੀ ਨਾਲ ਮੁਹੱਬਤ ਸੀ। ਕੀ ਹੋ ਗਿਆ ਹੁਣ? ਅਸੀਂ ਹੁਣ ਹੋਰ ਇੱਕੋ ਬੋਲੀ ਨਹੀਂ ਬੋਲਦੇ। ਉਹ ਸ਼ੇਕਸਪੀਅਰ ਨੂੰ ਨਹੀਂ ਜਾਣਦੀ। ਉਸਨੇ ਕਦੀ ਯੈਵਗੇਨੀ ਓਨੇਗਨ ਨਹੀਂ ਪੜ੍ਹਿਆ। ਉਸਨੇ ਕਦੀ ਝੀਲ ਉੱਪਰਲਾ ਸਕੂਲ ਬਾਰੇ ਨਹੀਂ ਸੁਣਿਆ। ਉਹ ਮੈਰੀਮੇਮਨ ਨਹੀਂ ਜਾਣਦੀ। ਜਲਦੀ ਹੀ ਨੌਜਵਾਨ ਕਵੀ ਮਾਸਕੋ ਵਾਸੀ ਬੀਵੀ ਨੂੰ ਲੈ ਕੇ ਵਾਪਸ ਮਖਾਜ ਕਲਾ ਆ ਗਿਆ, ਜਿਸ ਨੇ ਜ਼ਾਹਿਰ ਹੈ ਕਿ ਸ਼ੇਕਸਪੀਅਰ ਤੇ ਮੈਰੀਮੇ ਦੋਹਾਂ ਬਾਰੇ ਸੁਣਿਆ ਹੋਵੇਗਾ। ਉਹ 1 ਸਾਲ ਸਾਡੇ ਸ਼ਹਿਰ ਵਿੱਚ ਸੀ ਤੇ ਫਿਰ ਉਸ ਨੂੰ ਮਾਸਕੋ ਵਾਪਸ ਜਾਣਾ ਪਿਆ ਕਿਉਂਕਿ ਉਸ ਦਾ ਪਤੀ ਤਲਾਕ ਚਾਹੁੰਦਾ ਸੀ। ਤੂੰ ਤਲਾਕ ਕਿਉਂ ਦੇ ਰਿਹਾ? ਅਸੀਂ ਪੁੱਛਿਆ। ਤੁਹਾਨੂੰ ਅਜੇ ਵਿਆਹ ਕਰਾਇਆ ਬਹੁਤੀ ਦੇਰ ਨਹੀਂ ਹੋਈ ਤੇ ਤੂੰ ਪ੍ਰਤੱਖ ਤੌਰ ਉੱਤੇ ਆਪਣੀ ਬੀਵੀ ਨੂੰ ਮੁਹੱਬਤ ਕਰਦਾ ਸੈਂ। ਕੀ ਹੋ ਕੀ ਗਿਆ? ਹੋਇਆ ਇਹ ਕਿ ਸਾਡੀ ਬੋਲੀ ਕੋਈ ਸਾਂਝੀ ਬੋਲੀ ਹੀ ਨਹੀਂ। ਉਸ ਨੂੰ ਅਵਾਰ ਬੋਲੀ ਦਾ ਇੱਕ ਲਫ਼ਜ਼ ਨਹੀਂ ਆਉਂਦਾ। ਉਹ ਅਵਾਰ ਰੋ ਰੇਤਾਂ ਤੋਂ ਅਣਜਾਣ ਹੈ। ਉਹਨਾਂ ਪਰਬਤ ਵਾਸੀਆਂ ਦੇ ਆਚਰਣ ਨੂੰ ਨਹੀਂ ਸਮਝਦੀ ਜਿਨ੍ਹਾਂ ਵਿਚਕਾਰ ਮੈਂ ਪੈਦਾ ਹੋਇਆ ਸਾਂ ਤੇ ਚਾਹੁੰਦੀ ਹੈ ਕਿ ਉਹ ਸਾਡੇ ਆਉਣ ਹੀ ਨਾ। ਉਸ ਨੂੰ ਇੱਕ ਵੀ ਅਵਾਰ ਅਖਾਣ, ਬੁਝਾਰਤ ਜਾਂ ਗੀਤ ਨਹੀਂ ਆਉਂਦਾ। ਤੂੰ ਫਿਰ ਕੀ ਕਰਨ ਬਾਰੇ ਸੋਚ ਰਿਹਾ ਹੈ? ਮੇਰਾ ਖਿਆਲ ਹੈ ਕਿ ਮੈਨੂੰ ਤੀਜੀ ਵਾਰੀ ਵਿਆਹ ਕਰਾਉਣਾ ਪਵੇਗਾ। ਮੈਨੂੰ ਲੱਗਦਾ ਹੈ ਕਿ ਤੀਜੀ ਬੀਵੀ ਲੱਭਣ ਤੋਂ ਪਹਿਲਾਂ ਨੌਜਵਾਨ ਕਵੀ ਨੂੰ ਆਪਣੀ ਭਾਲ ਕਰਨੀ ਚਾਹੀਦੀ ਹੈ। ਮੈਂ ਚਾਹਾਂਗਾ ਕਿ ਮੇਰੀ ਕਿਤਾਬ ਦੀ ਅਵਾਰਿਸਤਾਨ ਦੇ ਪਹਾੜਾਂ ਨਾਲ ਤੇ ਸ਼ੇਕਸਪੀਅਰ ਦੀਆਂ ਸਾਨੇਟਾਂ ਨਾਲ ਕੋਈ ਸਾਂਝ ਹੋਵੇ। ਮੈਂ ਚਾਹੁੰਦਾ ਹਾਂ ਕਿ ਮੇਰੀ ਕਿਤਾਬ ਉਸ ਤੀਜੀ ਬੀਵੀ ਵਰਗੀ ਹੋਵੇ ਜਿਸ ਦੀ ਨੌਜਵਾਨ ਦਾਗਿਸਤਾਨੀ ਕਵੀ ਅਜੇ ਵੀ ਭਾਲ ਕਰ ਰਿਹਾ ਹੈ। ਆਪਣੀ ਨੋਟਬੁੱਕ ਵਿੱਚੋਂ ਮਖਾਜ ਕਲਾ ਵਿੱਚ ਲੇਖਕਾਂ ਲਈ ਇੱਕ 40 ਫਲੈਟਾਂ ਵਾਲਾ ਮਕਾਨ ਬਣਾਇਆ ਗਿਆ। ਜਦੋਂ ਫਲੈਟ ਵੰਡਣ ਦਾ ਸਮਾਂ ਆਇਆ ਤਾਂ ਕੁਝ ਲੋਕ ਕਹਿਣ ਲੱਗੇ ਕਿ ਵੰਡ ਕਲਾ ਕੌਸ਼ਲਤਾ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ। ਦੂਜੇ ਕਹਿਣ ਲੱਗੇ ਕਿ ਪਰਿਵਾਰ ਵਿਚਲੇ ਬੱਚਿਆਂ ਦੀ ਗਿਣਤੀ ਉੱਤੇ। ਇਹ ਗੱਲ ਮੰਨਣੀ ਪਵੇਗੀ ਕਿ ਲੇਖਕਾਂ ਵਿਚਕਾਰ ਫਲੈਟ ਵੰਡਣੇ ਕੋਈ ਸੌਖਾ ਕੰਮ ਨਹੀਂ, ਪਰ ਕਿਸੇ ਨਾ ਕਿਸੇ ਤਰ੍ਹਾਂ ਆਖਰ ਸਭ ਕੁਝ ਬਾਰੇ ਫੈਸਲਾ ਹੋ ਗਿਆ। 40 ਲੇਖਕਾਂ ਦੇ ਪਰਿਵਾਰਾਂ ਨੇ ਫਲੈਟ ਮੱਲ ਲਏ ਤੇ ਚੱਠਾਂ ਕੀਤੀਆਂ। ਅਗਲੇ ਦਿਨ 20 ਲੇਖਕਾਂ ਦੀਆਂ ਪਤਨੀਆਂ ਇਕੱਠੀਆਂ ਹੋ ਕੇ ਮਾਸਕੋ ਤੁਰ ਗਈਆਂ। ਕੁਝ ਦਿਨਾਂ ਮਗਰੋਂ ਉਹ ਥੱਕੀਆਂ ਟੁੱਟੀਆਂ ਮਰੀਆਂ ਹੋਈਆਂ ਵਾਪਸ ਮੁੜੀਆਂ ਜਿਸ ਤਰ੍ਹਾਂ ਜੰਗ ਤੋਂ ਆਈਆਂ ਹੋਣ। ਫਿਰ ਮਾਸਕੋ ਤੋਂ ਮਾਲ ਗੱਡੀ ਵਿੱਚ ਨਵਾਂ ਫਰਨੀਚਰ ਆਉਣਾ ਸ਼ੁਰੂ ਹੋ ਗਿਆ। ਸਾਨੂੰ ਪਤਾ ਇਹ ਲੱਗਾ ਕਿ ਉਹਨਾਂ ਨੂੰ ਪਹਿਲਾਂ ਕਿੰਨਾ ਚਿਰ ਲੱਭਦਿਆਂ ਤੇ ਚੋਣ ਕਰਦਿਆਂ ਲੱਗ ਗਿਆ। ਫਿਰ ਇੱਕ ਜਣੀ ਨੇ ਹਿੰਮਤ ਕੀਤੀ ਤੇ ਖਰੀਦ ਲਿਆ। ਬਾਕੀ ਦੀਆਂ ਨਹੀਂ ਸਨ ਚਾਹੁੰਦੀਆਂ ਕਿ ਉਹਨਾਂ ਦਾ ਫਰਨੀਚਰ ਭੈੜਾ ਲੱਗੇ, ਪਰ ਬਦਕਿਸਮਤੀ ਨੂੰ ਪਹਿਲੀ ਔਰਤ ਨੇ ਸਭ ਤੋਂ ਮਹਿੰਗਾ ਫਰਨੀਚਰ ਖਰੀਦਿਆ ਸੀ ਤੇ ਉਸ ਤੋਂ ਚੰਗਾ ਖਰੀਦਣਾ ਸੰਭਵ ਨਹੀਂ ਸੀ। ਸਿੱਟੇ ਵਜੋਂ 20 ਦੇ 20 ਫਲੈਟ ਆਪਸ ਵਿੱਚ ਇੰਨਾ ਮਿਲਦੇ ਜੁਲਦੇ ਨੇ ਜਿੰਨਾ ਕੰਘੀ ਦੇ ਦੰਦੇ, ਤੇ ਉਹਨਾਂ ਵਿੱਚੋਂ ਇੱਕ ਵੀ ਐਸਾ ਨਹੀਂ ਲੱਗਦਾ ਕਿ ਉੱਥੇ ਅਵਾਰ ਰਹਿੰਦੇ ਹੋਣ। ਕੁਝ ਹੋਰ ਵੀ ਫਲੈਟ ਸਨ ਜਿਨ੍ਹਾਂ ਤੋਂ ਬਰੂਹਾਂ ਤੋਂ ਹੀ ਮਾਸ ਤੇ ਸੁੱਕੀਆਂ ਘਰ ਬਣਾਈਆਂ ਸਾਸੇਜਿਸ ਦੀ ਬੂਜ਼ਾ, ਲੇਲੇ
ਤੇ ਭੁੰਨੀ ਹੋਈ ਭੇਡ ਦੀ ਚਰਬੀ ਦੀ ਸਖਤ ਵਾਸ਼ਨਾ ਆਉਣ ਵਾਲੇ ਦੀਆਂ ਨਾਸਾਂ ਵਿੱਚ ਵੜੇਗੀ। ਹਾਂ, ਸਪਸ਼ਟ ਹੈ ਇੱਥੇ ਅਵਾਰ ਰਹਿੰਦੇ ਹਨ, ਪਰ ਇਹ ਗੱਲ ਇੰਨੀ ਸਪਸ਼ਟ ਨਹੀਂ ਕਿ ਇਹ ਐਸੇ ਲੇਖਕਾਂ ਦੇ ਘਰ ਹਨ ਜਿਹੜੇ ਸਾਡੇ ਸਮਿਆਂ ਦੀ ਭਾਵਨਾ ਤੇ ਸ਼ੈਲੀ ਦੀ ਕੋਈ ਸੂਝ ਰੱਖਦੇ ਹੋਣ। ਮੈਂ ਚਾਹੁੰਦਾ ਹਾਂ ਕਿ ਜਿਹੜਾ ਵੀ ਕੋਈ ਮੇਰੀ ਕਿਤਾਬ ਪੜ੍ਹੇ ਉਹ ਮਹਿਸੂਸ ਕਰੇ ਕਿ ਅਵਾਰ ਇਸ ਵਿੱਚ ਰਹਿੰਦੇ ਹਨ, ਪਰ ਮੈਂ ਸ਼ੁਰੂ ਤੋਂ ਹੀ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਕਿਸੇ ਸਮਕਾਲੀ ਦਾ 20ਵੀਂ ਸਦੀ ਦੇ ਬੰਦੇ ਦਾ ਘਰ ਹੈ। ਮੈਂ ਨਹੀਂ ਚਾਹੁੰਦਾ ਕਿ ਨਿਰੀ ਛਾਂ ਜਾਂ ਨਿਰੀ ਧੁੱਪ ਹੋਵੇ। ਮੈਂ ਚਾਹੁੰਦਾ ਹਾਂ ਕਿ ਮੇਰੇ ਫਲੈਟ ਦੀਆਂ ਵੱਡੀਆਂ ਦੁਪਹਿਲੀਆਂ ਬਾਰੀਆਂ ਹੋਣ, ਪਰ ਉਸ ਵਿੱਚ ਕੁਝ ਛਾਂ ਵਾਲੇ ਨਿੱਘੇ ਕੋਨੇ ਵੀ ਹੋਣ। ਮੈਂ ਚਾਹੁੰਦਾ ਹਾਂ ਕਿ ਮੇਰੇ ਫਲੈਟ ਵਿੱਚ ਆਉਣ ਵਾਲਾ ਹਰ ਕੋਈ ਆਰਾਮ ਤੇ ਸੁੱਖ ਮਹਿਸੂਸ ਕਰੇ, ਇੱਥੋਂ ਤੱਕ ਕਿ ਉਹ ਦੁਚਿੱਤੀ ਵਿੱਚ ਇੱਥੋਂ ਜਾਏ ਜਾਂ ਇਸ ਅਫਸੋਸ ਨਾਲ ਤੇ ਫਿਰ ਵਾਪਸ ਆਉਣ ਦੀ ਇੱਛਾ ਨਾਲ ਇੱਥੋਂ ਜਾਏ। ਜਾਪਾਨ ਦੇ ਦੌਰੇ ਸਮੇਂ ਅਸੀਂ ਵੱਖੋ ਵੱਖਰੇ ਦੇਸ਼ਾਂ ਦੇ ਪ੍ਰਤੀਨਿਧ ਉਸ ਦੇਸ਼ ਬਾਰੇ ਆਪਣੇ ਪ੍ਰਭਾਵ ਸਾਂਝੇ ਕਰਨ ਲੱਗ ਪਏ। ਅਸੀਂ ਇੱਕ ਫੁਆਰੇ ਅੱਗੇ ਖੜ੍ਹੇ ਸਾਂ ਜਿਹੜਾ ਦਾਗਿਸਤਾਨੀ ਪੱਥਰ ਦਾ ਬਣਿਆ ਲੱਗਦਾ ਸੀ। ਬਿਲਕੁਲ ਉਸੇ ਤਰ੍ਹਾਂ ਦਾ ਪੱਥਰ ਉਸ ਥਾਂ ਉੱਤੇ ਲੱਗਾ ਹੁੰਦਾ ਸੀ ਜਿੱਥੇ ਸਾਡੀ ਗੋਦੇਕਾਨ ਜਾਂ ਪਿੰਡ ਦੀ ਪੰਚਾਇਤ ਜੁੜਦੀ ਹੁੰਦੀ ਸੀ। ਇਹ ਅਦਭੁਤ ਦੇਸ਼ ਹੈ, ਇੱਕ ਅਮਰੀਕੀ ਸਵਰਕਾਰ ਕਹਿਣ ਲੱਗਾ, ਜਿਸ ਨੇ ਸਭ ਤੋਂ ਪਹਿਲਾਂ ਬੋਲਣਾ ਸ਼ੁਰੂ ਕੀਤਾ। ਮੈਨੂੰ ਤਾਂ ਜਾਪਾਨ ਵਿੱਚ ਸਨਅਤੀ ਅਮਰੀਕਾ ਦਾ ਚਿਹਰਾ ਮੂਹਰਾ ਦਿਸਦਾ ਲੱਗਦਾ ਹੈ, ਪਰ ਨਹੀਂ। ਹਾਇਤੀ ਦੇ ਇੱਕ ਪੱਤਰਕਾਰ ਨੇ ਉਸ ਦੀ ਗੱਲ ਨੂੰ ਪਰਤਾਇਆ। ਮੈਂ ਹੁਣੇ ਇੱਕ ਜਾਪਾਨੀ ਪਿੰਡ ਦੇਖ ਕੇ ਆ ਰਿਹਾ ਹਾਂ। ਜਾਪਾਨ ਸਭ ਤੋਂ ਵੱਧ ਸਾਡੇ ਨਿੱਕੇ ਜਿਹੇ ਟਾਪੂ ਵਰਗਾ ਲੱਗਦਾ ਹੈ। ਜੋ ਮਰਜ਼ੀ ਕਹਿ ਲਵੋ ਸ਼੍ਰੀਮਾਨ, ਪਰ ਪੈਰਿਸ ਦੀਆਂ ਸਾਰੀਆਂ ਖੁਸ਼ੀਆਂ ਤੇ ਸਾਰੇ ਗਮ ਇੱਥੇ ਕੇਂਦਰਿਤ ਹੋਏ ਪਏ ਨੇ। ਇੱਕ ਫਰਾਂਸੀਸੀ ਇਮਾਰਤ ਕਲਾ ਮਾਹਰ ਨੇ ਉਹਨਾਂ ਦੋਹਾਂ ਦੀ ਗੱਲ ਨਾਲ ਅਸਹਿਮਤੀ ਪ੍ਰਗਟ ਕੀਤੀ। ਜਾਪਾਨੀ ਫੁਆਰੇ ਦੇ ਪੱਥਰਾਂ ਨੂੰ ਇੱਕ ਟੱਕ ਦੇਖਦਿਆਂ, ਜਿਹੜੇ ਹੋ ਸਕਦਾ ਹੈ ਕਿਸੇ ਅਵਾਰ ਪਿੰਡ ਤੋਂ ਲਿਆਂਦੇ ਗਏ ਹੋਣ, ਮੈਂ ਆਪਣੇ ਆਪ ਨੂੰ ਕਿਹਾ, ਅਦਭੁਤ ਦੇਸ਼ ਹੈ ਜਾਪਾਨ, ਕਿਉਂਕਿ ਇਸ ਵਿੱਚ ਸਾਰਾ ਕੁਝ ਉਹ ਹੈ ਜੋ ਕੁਝ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਵੀ ਹੈ, ਪਰ ਤਾਂ ਵੀ ਇਹ ਕਿਸੇ ਦੂਜੇ ਦੇਸ਼ ਵਰਗਾ ਨਹੀਂ ਹੈ। ਇਹ ਹੈ ਜਾਪਾਨ। ਮੈਂ ਚਾਹੁੰਦਾ ਹਾਂ ਕਿ ਮੇਰੀ ਕਿਤਾਬ ਵਿੱਚ ਹਰ ਕੋਈ ਆਪਣਾ ਮੁਹਾਂਦਰਾ ਦੇਖੇ, ਪਰ ਤਾਂ ਵੀ ਮੈਂ ਚਾਹੁੰਦਾ ਹਾਂ ਇਹ ਮੇਰੀ ਕਿਤਾਬ ਹੋਵੇ, ਇਹ ਆਪਣੇ ਵਰਗੀ ਆਪ ਹੋਵੇ, ਨਾ ਕਿ ਕਿਸੇ ਵੀ ਹੋਰ ਕਿਤਾਬ ਵਰਗੀ। ਹੇ ਮੇਰੀ ਕਿਤਾਬ, ਤੂੰ ਮੇਰਾ ਅਵਾਰ, ਮੇਰਾ ਦਾਗਿਸਤਾਨੀ ਘਰ ਹੈ, ਸਭ ਕੁਝ ਦੇ ਨਾਲ ਨਾਲ ਜਿਹੜਾ ਇੱਥੇ ਸਦੀਆਂ ਤੋਂ ਖੜ੍ਹਾ ਹੈ। ਮੈਂ ਚਾਹੁੰਦਾ ਹਾਂ ਤੇਰੇ ਵਿੱਚ ਉਹ ਕੁਝ ਵੀ ਹੋਵੇ ਜਿਹੜਾ ਇੱਥੇ ਪਹਿਲਾਂ ਕਦੀ ਨਹੀਂ ਸੀ ਦੇਖਿਆ ਗਿਆ। ਪਿਤਾ ਜੀ ਨੇ ਕਿਹਾ ਸੀ, ਜਿਸ ਲਿਖਤ ਵਿੱਚ ਲੇਖਕ ਦਾ ਚਿਹਰਾ ਮੂਹਰਾ ਨਹੀਂ ਦਿਸਦਾ, ਉਹ ਬਿਨਾਂ ਸਵਾਰ ਦੇ ਘੋੜੇ ਵਾਂਗ ਹੈ ਜਿਹੜਾ ਸੜਕ ਉੱਤੇ ਨੱਠਾ ਜਾ ਰਿਹਾ ਹੋਵੇ। ਕਹਿੰਦੇ ਨੇ ਇੱਕ ਪਰਬਤਵਾਸੀ ਦੀ ਬੀਵੀ ਸਿਰਫ ਕੁੜੀਆਂ ਜੰਮੀ ਜਾਂਦੀ ਸੀ ਤੇ ਉਹ ਮੁੰਡੇ ਲਈ ਤਰਸਦਾ ਸੀ। ਹਰ ਕੋਈ ਬਦਕਿਸਮਤ ਪਿਓ ਨੂੰ ਸਲਾਹ ਦੇਣਾ ਆਪਣਾ ਫਰਜ਼ ਸਮਝਦਾ ਸੀ। ਇੰਨੇ ਜ਼ਿਆਦਾ ਉਸਨੂੰ ਸਲਾਹਾਂ ਦੇਣ ਵਾਲੇ ਹੋ ਗਏ ਕਿ ਇੱਕ ਦਿਨ ਉਹ ਗੁੱਸੇ ਵਿੱਚ ਆ ਗਿਆ ਤੇ ਬੋਲਿਆ, ਬਸ ਰਹਿਣ ਦਿਓ, ਤੁਹਾਡੀਆਂ ਨਸੀਹਤਾਂ ਸੁਣ ਕੇ ਤਾਂ ਮੈਨੂੰ ਜੋ ਕੁਝ ਕਰਨਾ ਆਉਂਦਾ ਸੀ ਉਹ ਵੀ ਭੁੱਲ ਗਿਆ। ਸ਼ੁਕਰੀਆ ਦੋਸਤੋ।